10 साल की उम्र 'ਚ मैं काले कपड़े पा के छोटे कमांडो वाले सारी पिंडां ਦੇ ਵਿੱਚ ਨਾਲ ਫਿਰਦਾ ਹੁੰਦਾ ਸੀਗਾ। ਅੱਤਵਾਦੀਆਂ ਨੂੰ ਚੈਲੰਜ ਕਰਦੇ ਹੁੰਦੇ ਸੀ ਅਸੀਂ ਕਿ ਤੁਸੀਂ ਤੁਹਾਡੇ ਤੋਂ ਤਾਂ ਸਾਡੇ ਬੱਚੇ ਵੀ ਨਹੀਂ ਕਰਦੇ। ਲੋਕ ਸਾਨੂੰ ਦੇਖਦੇ ਆ ਠੀਕ ਹੈ ਅਸੀਂ ਤਾਕਤ 'ਤੇ ਬੈਠੇ ਹਾਂ, ਪਰ ਇਹੋ ਜਿਹੇ ਸਮੇਂ ਵੀ ਅਸੀਂ ਦੇਖੇ ਹੈ ਜਦੋਂ ਜੇਬ 'ਚ ਪੈਸੇ ਨਹੀਂ ਸੀ ਹੁੰਦੇ। ਲੜਕੀ ਤੁਰ ਕੇ ਆਪਣੀ ਪਸੰਦ ਦਾ ਵਿਆਹ ਕਰਾਉਂਦੀ ਹੈ ਕਿ ਉਦੋਂ ਵੀ ਇਹ ਚਰਚਾਵਾਂ ਖੁੰਡ ਚਰਚਾਵਾਂ ਚੱਲਦੀਆਂ ਸੀ ਕਿ ਹੋ ਸਕਦਾ ਹੈ ਪੈਸੇ ਕਰਕੇ ਵਿਆਹ ਕਰਾਏ ਹੋਏ ਵੱਡੇ ਸਰਦਾਰਾਂ ਦੇ ਘਰੇ। ਤਾਂ ਲਹਿਰਾ ਗਾਗਾ ਸੀਐਮ ਸਿਟੀ ਹੋਣ ਦੇ ਬਾਵਜੂਦ ਵੀ ਉਸ ਸਟੇਟਸ ਨੂੰ ਕਿਉਂ ਨਹੀਂ? ਹਰਿਆਣੇ ਵਾਲੇ ਕਹਿ ਦਿੰਦੇ ਆ ਪੰਜਾਬ ਦਾ, ਪੰਜਾਬ ਵਾਲੇ ਕਹਿ ਦਿੰਦੇ ਹਰਿਆਣੇ ਦਾ, ਸਾਨੂੰ ਤਾਂ ਗਿਣਦਾ ਹੀ ਨਹੀਂ ਕੋਈ ਆਪ। ਉੱਤਰ ਪ੍ਰਦੇਸ਼ ਤੋਂ ਵੀ ਸ਼ਾਇਦ ਨਾਰਥ ਈਸਟ ਤੋਂ ਵੀ, ਅਸਾਮ ਤੋਂ, ਮਨੀਪੁਰ, ਨਾਗਾਲੈਂਡ ਤੋਂ ਵੀ ਇੱਥੇ ਆ ਕੇ ਬੱਚਿਆਂ ਦੀ ਪਲੇਸਮੈਂਟ ਹੁੰਦੀ ਰਹੀ ਹੈ। ਪਰ ਅੱਜ ਇਸ ਕਾਲਜ ਦੀ ਹਾਲਾਤ ਦੇਖਣ ਵਾਲੇ ਹੈ ਕਿ ਇੱਕ ਗੇਟ ਬੰਦ ਪਿਆ, ਪਾਣੀ ਖੜਾ ਉਸ ਗੇਟ ਅੱਗੇ, ਬੁਰੇ ਤਰੀਕੇ ਨਾਲ ਪਾਣੀ, ਬੁਰਾ ਹਾਲ। ਇੱਕ ਚੰਗਾ ਅਦਾਰਾ ਜਿਹੜਾ ਸਿੱਖਿਆ ਦਾ ਅਦਾਰਾ ਸੀ, ਭਾਰਤ ਦੇ ਵਿੱਚ ਨਾ ਸੀਗਾ। ਇਹ ਹਾਲਾਤ ਕਿਉਂ ਹੋ ਗਏ ਇਸ ਕਾਲਜ? ਅਸੀਂ ਅਕਾਲੀਆਂ ਨੂੰ, ਅਕਾਲੀ ਦਲ ਦੀ ਸਰਕਾਰ ਸੀ, ਇਹਨਾਂ ਨੂੰ ਕਿਹਾ ਵੀ ਭਾਈ ਢੀਂਡਸਾ ਸਾਹਿਬ ਨੂੰ ਕਰੋ ਕਨੈਕਟ। ਉਰੋਂ ਗਏ ਵੀ ਜੱਥੇ ਢੀਂਡਸਾ ਸਾਹਿਬ ਕੋਲ, ਮਿੰਨਤਾਂ ਕਰਕੇ ਪੁੱਠੇ ਹੋ ਕੇ ਲੰਕ ਕੇ ਸਾਰੇ। ਇਹਨਾਂ ਨੇ ਐਨਓਸੀ ਨਹੀਂ ਦਿੱਤੀ ਮਾਰਿਆ। ਉਹ ਥਰਮਲ ਤੁਹਾਡੇ ਇੱਥੇ ਆਉਂਦਾ ਇੱਥੋਂ ਖਿਸਕ ਕੇ ਉਹ ਬਠਿੰਡੇ ਕੋਲੇ ਜਾ ਵੜਿਆ, ਤੇ ਕੀ ਕਾਰਨ ਬਣਿਆ? ਮੈਂ ਗੱਲ ਕਰਨ ਜਾਂਦਾ ਸੀ ਨਾ, ਲੋਕ ਕਹਿੰਦੇ ਸੀ ਪਿੰਡ ਨਾ ਵੜ ਜਿਓ, ਸਾਡੇ ਰੋੜੇ ਪੈਣਗੇ ਥਰਮਲ ਦੀ ਗੱਲ ਕਰਨੀ। ਕਿਉਂ ਨਹੀਂ ਜਿੱਤੇ ਹੈਗੇ? ਤਬਦੀਲ ਵੋਟਾਂ ਦੇ ਵਿੱਚ ਕਿਉਂ ਨਹੀਂ ਹੋ ਪਾਈਆਂ? ਉਹ ਭੀੜਾਂ ਜਿਹੜੀਆਂ ਤੁਹਾਡੀਆਂ ਰੈਲੀਆਂ ਦੇ ਵਿੱਚ, ਤੁਹਾਡੀਆਂ ਮੀਟਿੰਗਾਂ ਦੇ ਵਿੱਚ, ਤੁਹਾਡੇ ਸਮਾਗਮਾਂ ਦੇ ਵਿੱਚ ਆਉਂਦੀਆਂ ਸੀਗੀਆਂ। ਬੀਬੀ ਰਜਿੰਦਰ ਕੌਰ ਭੱਠਲ ਇੱਥੋਂ ਚੋਣ ਲੜਨਗੇ, ਜਾਂ ਜਿਹੜੀਆਂ ਉਹ ਚਰਚਾਵਾਂ ਚੱਲ ਰਹੀਆਂ ਨੇ ਕਿ ਹੋ ਸਕਦਾ ਹਲਕਾ ਬਦਲ ਕੇ ਮਾਨਸਾ ਜਾਣਾ? ਤੇ ਕੋਠੀ ਨਾ ਛੱਡਣ ਪਿੱਛੇ ਕੀ ਜਿੱਦ ਸੀਗੀ? ਉਹ ਸਾਬਕਾ ਮੁੱਖ ਮੰਤਰੀ ਕੋਲ ਜੇ ਸਰਕਾਰੀ ਰਾਹ ਛੱਡ ਦਿੰਦੇ ਨੇ, ਆਪਣਾ ਘਰ ਤੱਕ ਨਹੀਂ ਹੈ ਜਾਣ ਵਾਸਤੇ। ਬਿਲਕੁਲ ਫੈਕਟ ਹੈ। ਇਹ ਹਲਚਲਾਂ ਕਾਂਗਰਸ ਦੀਆਂ ਪੰਜਾਬ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਕਰਨਗੀਆਂ, ਕਿੰਨਾ ਕੁ ਨੁਕਸਾਨ ਕਰਨਗੀਆਂ? ਤੁਸੀਂ ਇਹਦੇ ਅੰਦਰ ਇਹ ਪੋਜ਼ਿਟਿਵ ਦੇਖੋ ਵੀ ਸਾਡਾ ਜਿਹੜਾ ਮੁੱਖ ਮੰਤਰੀ ਹੈ ਕਿੰਨਾ ਐਨਰਜੈਟਿਕ ਮੁੱਖ ਮੰਤਰੀ ਹੈ। ਭੱਜਿਆ ਫਿਰਦਾ ਰਾਤ ਨੂੰ 2-2 ਵਜੇ ਤੱਕ, ਉਹਨਾਂ ਨੇ ਜਾ ਕੇ ਮਿਹਨਤ ਕਰੀ ਪੂਰੀ ਰਾਤ, ਉੱਥੋਂ ਦਿੱਲੀੋਂ ਮੀਟਿੰਗਾਂ ਕਰਕੇ ਰਾਤੋਂ ਰਾਤ ਉਰੇ ਆਏ, ਸਵੇਰੇ ਆ ਕੇ ਫੰਕਸ਼ਨ ਕਰਕੇ ਫਿਰ ਵਾਪਸ ਪਾ ਕੇ ਇੱਧਰ ਪਾ ਕੇ ਉੱਧਰ ਪਾ ਕੇ। ਇਜ਼ ਅ ਵੈਰੀ ਐਕਟਿਵ ਮੈਨ। ਰਜਿੰਦਰ ਕੌਰ ਭੱਠਲ ਦਾ ਕਿਹੜਾ ਧੜਾ ਹੈ? ਕਾਂਗਰਸ ਦੇ ਵਿੱਚ ਧੜੇ ਨੇ, ਹੁਣ ਕੈਪਟਨ ਸਾਹਿਬ ਦਾ ਇੱਕ ਅਲੱਗ ਧੜਾ, ਨਵਜੋਤ ਸਿੰਘ ਸਿੱਧੂ ਹੋਰਾਂ ਦਾ ਇੱਕ ਅਲੱਗ ਧੜਾ ਚੱਲ ਰਿਹਾ ਹੈ। ਬੀਬੀ ਰਜਿੰਦਰ ਕੌਰ ਭੱਠਲ ਆਪਣੇ ਆਪ ਦੇ ਵਿੱਚ ਕੱਦਾਵਾਰ ਨੇਤਾ ਨੇ। ਬੀਬੀ ਰਜਿੰਦਰ ਕੌਰ ਭੱਠਲ ਦਾ ਕਿਹੜਾ ਧੜਾ? ਤੁਸੀਂ ਪੱਗ ਹਰੀ ਬੰਨ੍ਹ ਲਈ ਹੈ ਜੀ, ਕਿਸਾਨ ਜਥੇਬੰਦੀਆਂ ਦੀਆਂ ਪੱਗਾਂ ਨੇ ਇਹ, ਤੁਸੀਂ ਉਧਰੋਂ ਕਾਂਗਰਸੀ। ਅੱਛਾ, ਬਾਦਲਾਂ ਦੀ ਸਰਕਾਰ ਸੀ, ਇਹ ਕਹਿੰਦੇ ਜੀ ਜਾਂ ਤਾਂ ਪੈਸਾ ਸਾਨੂੰ ਦੇ ਦਿਓ, ਡਾਇਰੈਕਟ ਲੈ ਲਾਂਗੇ, ਜਿਹੜਾ ਉਧਰੋਂ ਆਉਣਾ ਪੀਐਮਓ ਤੋਂ ਆਉਣਾ, ਡਾਇਰੈਕਟ ਨਹੀਂ ਲੈਣਾ ਅਸੀਂ, ਉਦੋਂ ਤੱਕ ਕਰਜ਼ਾ ਮਾਫ ਨਾ ਹੀ ਹੋਵੇ, ਸਾਨੂੰ ਨਹੀਂ ਚਾਹੀਦਾ। ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ, ਮੇਰੀ ਰੂਹ ਤੇ, ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮੇਰੇ ਇਤਿਹਾਸ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ। ਪ੍ਰਿੰਸ ਭਾਰਦਵਾਜ ਇਸ ਵਕਤ ਲਹਿਰਾ ਗਾਗਾ ਸ਼ਹਿਰ ਦੇ ਵਿੱਚ ਬੈਠੇ ਹਾਂ। ਲਹਿਰਾ ਗਾਗਾ ਜਿਹੜਾ ਮਾਲਵੇ ਦੀ ਉਹ ਧਰਤੀ ਮੰਨਿਆ ਜਾਂਦਾ ਹੈ ਜਿੱਥੋਂ ਬੜੀਆਂ ਸਾਰੀਆਂ ਆਵਾਜ਼ਾਂ ਉੱਠਦੀਆਂ ਰਹੀਆਂ ਨੇ, ਜਿਹੜੀਆਂ ਆਵਾਜ਼ਾਂ ਕਿਸੇ ਵਕਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਚਰਚਾ ਦਾ ਵਿਸ਼ਾ ਰਹੀਆਂ। ਲਹਿਰਾ ਗਾਗਾ ਬੜਾ ਛੋਟਾ ਜਿਹਾ ਇੱਕ ਕਸਬਾ, ਬੜੀ ਸਾਈਡ ਲਾਈਨ 'ਤੇ ਲੱਗਿਆ ਹੋਇਆ ਕਸਬਾ, ਜਿਹੜਾ ਇਸ ਕਰਕੇ ਮਸ਼ਹੂਰ ਹੋਇਆ ਕਿ ਇਸ ਸ਼ਹਿਰ ਦਾ ਸਿਆਸਤਦਾਨ ਜਦੋਂ ਇੱਥੋਂ ਉੱਠਦਾ ਹੈ, ਚੰਡੀਗੜ੍ਹ ਪਹੁੰਚਦਾ ਹੈ, ਨਾ ਸਿਰਫ ਵਿਧਾਇਕ ਬਣਦੇ ਨੇ, ਵਿਧਾਇਕ ਤੋਂ ਅੱਗੇ ਕੈਬਨਿਟ ਮੰਤਰੀ, ਕੈਬਨਿਟ ਮੰਤਰੀ ਤੋਂ ਮੁੱਖ ਮੰਤਰੀ ਤੱਕ ਦਾ ਸਫ਼ਰ। ਯਾਨੀ ਕਿ ਬੀਬੀ ਰਜਿੰਦਰ ਕੌਰ ਭੱਠਲ ਹੋਰਾਂ ਦਾ ਜਦੋਂ ਨਾਮ ਆਏਗਾ ਤਾਂ ਲਹਿਰਾ ਗਾਗਾ ਦਾ ਨਾਮ ਹਮੇਸ਼ਾ ਹੀ ਨਾਲ ਆਏਗਾ, ਕਿਉਂਕਿ ਕਰਮ ਭੂਮੀ ਹੈ ਬੀਬੀ ਰਜਿੰਦਰ ਕੌਰ ਭੱਠਲ ਹੋਰਾਂ ਦੀ। ਅੱਜ ਸਾਡੇ ਨਾਲ ਬੀਬੀ ਰਜਿੰਦਰ ਕੌਰ ਭੱਠਲ ਹੋਰਾਂ ਦੇ ਬੇਟਾ ਰਾਹੁਲਿੰਦਰ ਭੱਠਲ ਹੋਰੀ ਨੇ। ਗੱਲਬਾਤ ਕਰਦੇ ਹਾਂ ਕਿਉਂਕਿ ਬੀਬੀ ਜੀ ਨਹੀਂ ਮਿਲ ਪਾਏ। ਕਾਂਗਰਸ ਦੇ ਵਿੱਚ ਇਸ ਵਕਤ ਦਾ ਜਿਹੜਾ ਸਿਆਸੀ ਹਲਚਲਾਂ ਚੱਲ ਰਹੀਆਂ ਨੇ ਚੰਡੀਗੜ੍ਹ ਦੇ ਵਿੱਚ ਨੇ ਉਹ, ਕਿਉਂਕਿ ਹਰ ਚੀਜ਼ ਦੇ ਉੱਤੇ ਨਜ਼ਰ ਬਣਾ ਕੇ ਰੱਖਣੀ ਹੁੰਦੀ ਹੈ। ਪਰ ਰਾਹੁਲਿੰਦਰ ਹੋਰੀ ਵੀ ਸਿੱਧੇ ਤੌਰ ਦੇ ਉੱਤੇ ਸਰਗਰਮ ਸਿਆਸਤ ਦੇ ਵਿੱਚ ਆ ਚੁੱਕੇ ਨੇ। ਰਾਹੁਲ ਜੀ, ਪਹਿਲਾਂ ਸਵਾਗਤ ਹੈ ਤੁਹਾਡਾ ਵਿਜ਼ਨ ਪੰਜਾਬ। ਥੈਂਕ ਯੂ ਜੀ। ਵਿਜ਼ਨ ਪੰਜਾਬ ਦੇ ਸਾਰੇ ਵਿਊਅਰਸ ਨੂੰ ਮੇਰਾ ਸਤਿ ਸ਼੍ਰੀ ਅਕਾਲ। ਰਾਹੁਲਿੰਦਰ ਭੱਠਲ ਕਹੀਏ, ਰਾਹੁਲਿੰਦਰ ਸਿੱਧੂ ਕਹੀਏ? ਰਾਹੁਲਿੰਦਰ ਸਿੱਧੂ ਕਹੋ ਜੀ, ਕਿਉਂਕਿ ਭੱਠਲ ਤਾਂ ਮੇਰੇ ਨਾਨਕਿਆਂ ਦਾ ਨਾਮ ਸੀ, ਪਰ ਪਛਾਣ ਹੈ ਤਾਂ ਦੋਨੇ ਚੀਜ਼ਾਂ ਹੀ ਲਾ ਰਹੇ ਨੇ, ਰਾਹੁਲਿੰਦਰ ਸਿੱਧੂ ਭੱਠਲ ਦੋਨੇ ਕਹਿ ਦਈਦੀ ਹੈ, ਬਟ ਵੈਸੇ ਸਿੱਧੂ ਆ ਜੀ ਅਸੀਂ। ਐਕਟਿਵ ਸਿਆਸਤ ਦੇ ਵਿੱਚ ਆ ਗਏ ਰਾਹੁਲਿੰਦਰ ਹੁਣ? ਵੈਸੇ ਜੀ ਅਗਰ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਲੋਕਾਂ ਦੀ ਸੇਵਾ ਦੇ ਵਿੱਚ ਤਾਂ ਮੈਂ ਜਿਹੜਾ 10 ਸਾਲ ਦੀ ਉਮਰ ਤੋਂ ਹਾਂ, ਠੀਕ ਹੈ ਨਾ, ਉਦੋਂ ਤੋਂ ਲੱਗਿਆ ਵਾ ਜਦੋਂ ਤੋਂ ਅੱਤਵਾਦ ਦੇ ਸਮੇਂ ਦੇ ਵਿੱਚ ਬੀਬੀ ਜੀ ਉਰੇ ਅੱਤਵਾਦ ਦੇ ਖਿਲਾਫ ਲੜਾਈ ਲੜਦੇ ਸੀ। ਉਦੋਂ 10 ਸਾਲ ਦੀ ਉਮਰ 'ਚ ਮੈਂ ਕਾਲੇ ਕੱਪੜੇ ਪਾ ਕੇ ਛੋਟੇ ਕਮਾਂਡੋ ਵਾਲੇ
ਸਾਰੀ ਪਿੰਡਾਂ ਦੇ ਵਿੱਚ ਨਾਲ ਫਿਰਦਾ ਹੁੰਦਾ ਸੀਗਾ। ਅੱਤਵਾਦੀਆਂ ਨੂੰ ਚੈਲੰਜ ਕਰਦੇ ਹੁੰਦੇ ਸੀ ਅਸੀਂ ਵੀ ਤੁਸੀਂ ਤੁਹਾਡੇ ਤੋਂ ਤਾਂ ਸਾਡੇ ਬੱਚੇ ਵੀ ਨਹੀਂ ਡਰਦੇ। ਇੱਕ ਵਿਧਵਾ ਔਰਤ ਆਪਦਾ ਕੱਲਾ ਬੇਟਾ ਮੂਹਰੇ ਕਰਦੀ ਹੈ ਜੇ ਛਾਤੀ 'ਚ ਰਾਹੁਲ ਜੀ, ਮੈਂ ਉਸੇ ਤੇ ਆ ਰਿਹਾ ਸੀਗਾ। ਮੈਂ ਤਾਂ ਆਪਾਂ ਗੱਲ ਦੀ ਸ਼ੁਰੂਆਤ ਹੀ ਕਰ ਲਈ। ਖੈਰ ਬੀਬਾ ਹੋਰਾਂ ਤੇ ਮਤਲਬ ਮੈਡਮ ਭੱਠਲ ਹੋਰਾਂ ਦੇ ਗੱਲਬਾਤ ਦੀ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਸਾਬਕਾ ਮੁੱਖ ਮੰਤਰੀ ਪੰਜਾਬ, ਇੱਕ ਉਹ ਲੇਡੀ ਜਿਹੜੀ ਔਰਤ ਨੇ ਚੜ੍ਹਦੀ ਉਮਰੇ ਮਤਲਬ ਆਪਣੇ ਪਤੀ ਨੂੰ ਖੋ ਲਿਆ ਹੋਵੇ, ਉਸ ਤੋਂ ਪਹਿਲਾਂ ਜਿਸ ਪਰਿਵਾਰ ਦੇ ਵਿੱਚ ਉਹ ਜਿਹੜੇ ਪੇਕੇ ਪਰਿਵਾਰ ਚੋਂ ਉਹ ਆਉਂਦੇ ਆ, ਜਿਹੜਾ ਤਖੱਲਸ ਲੱਗਦਾ, ਜਿਹੜਾ ਪਿੰਡ ਦਾ ਨਾਮ ਲੱਗਦਾ ਭੱਠਲ ਲੱਗਦਾ ਨਾਲ, ਬਾਬਾ ਹੀਰਾ ਸਿੰਘ ਭੱਠਲ ਤੁਹਾਡੇ ਨਾਨਾ ਜੀ, ਬੀਬਾ ਰਜਿੰਦਰ ਕੌਰ ਭੱਠਲ ਹੋਰਾਂ ਦੇ ਪਿਤਾ ਜੀ, ਇਹ ਕਿੱਦਾਂ ਦਾ ਸਫ਼ਰ, ਕਿੱਦਾਂ ਦਾ ਮੁਲਾਂਕਣ? ਤੁਸੀਂ 10 ਸਾਲ ਦੀ ਉਮਰ ਦਾ ਜ਼ਿਕਰ ਕੀਤਾ ਕਿ 10 ਸਾਲ ਦੀ ਉਮਰ 'ਚ ਤੁਸੀਂ ਉਹ ਚੀਜ਼ਾਂ ਦੇਖੀਆਂ ਜਦੋਂ ਪੰਜਾਬ ਦੇ ਵਿੱਚ ਇੱਕ ਐਸੀ ਹਨੇਰੀ ਚੱਲ ਰਹੀ ਸੀ, ਪੰਜਾਬ ਦੇ ਵਿੱਚ ਉਹ ਦੌਰ ਚੱਲ ਰਿਹਾ ਸੀ ਕਿ ਲੋਕ ਡਰੇ ਹੋਏ ਸੀ। ਪਰ ਲੋਕਾਂ ਦੀ ਜਿਹੜੀ ਖੁੰਡ ਚਰਚਾ ਹੁੰਦੀ ਹੈ, ਆਮ ਲੋਕਾਂ ਦੀ ਮੈਂ ਗੱਲ ਕਰਦਾ, ਆਮ ਲੋਕਾਂ ਦੀ ਖੁੰਡ ਚਰਚਾ ਇਹ ਹੁੰਦੀ ਹੈ ਕਿ ਪਤਾ ਨਹੀਂ ਕੌਣ ਕਿਵੇਂ ਇੱਕ ਵਾਰੀ ਐਮਐਲਏ ਬਣ ਗਿਆ, ਐਮਐਲਏ ਤੋਂ ਮੰਤਰੀ ਬਣ ਗਏ, ਮੰਤਰੀ ਤੋਂ ਮੁੱਖ ਮੰਤਰੀ ਬਣ ਗਏ। ਲੋਕਾਂ ਨੂੰ ਲੱਗਦਾ ਕਿ ਸਫ਼ਰ ਸ਼ਾਇਦ ਸੌਖਾ ਹੋਊਗਾ। ਕਿੱਦਾਂ ਦਾ ਸਫ਼ਰ ਸੀ ਤੁਹਾਡੇ ਬਚਪਨ ਦੇ ਵਿੱਚ? ਪਿਤਾ ਜੀ ਦਾ ਸਾਇਆ ਸਿਰ ਤੋਂ ਉੱਠ ਗਿਆ, ਮਾਤਾ ਤੁਹਾਡੇ ਮਤਲਬ ਮੰਮੀ ਤੁਹਾਡੇ ਸਰਵਾਈਵ ਕਰ ਰਹੇ ਆ, ਉਹ ਸਰਵਾਈਵਲ ਕਿੱਦਾਂ ਦਾ ਸੀਗਾ ਉਹਨਾਂ ਸਮਿਆਂ ਦੇ ਵਿੱਚ? ਬੜਾ ਜੀ ਮੁਸ਼ਕਿਲ ਦੌਰ ਸੀਗਾ, ਕਿਉਂਕਿ ਮੇਰੇ ਪਿਤਾ ਜੀ ਨੂੰ ਤਾਂ ਮੈਂ ਦੇਖਿਆ ਹੀ ਨਹੀਂ। ਮੇਰੇ ਜਨਮ ਤੋਂ 2 ਮਹੀਨੇ ਪਹਿਲਾਂ ਹੀ ਉਹ ਮੇਰਾ ਨਾਮ ਰੱਖ ਕੇ, ਬਟ ਮੇਰੇ ਜਨਮ ਤੋਂ 2 ਮਹੀਨੇ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਗਈ ਸੀ। ਤੇ ਵਾਕਈ ਤੁਸੀਂ ਸਹੀ ਕਹਿੰਦੇ ਹੋ, ਕਿਉਂਕਿ ਅੱਜ ਕੱਲ੍ਹ ਕਈ ਲੋਕ ਇਹ ਸੋਚ ਲੈਂਦੇ ਵੀ ਯਾਰ ਇਹ ਵੱਡੇ ਲੀਡਰ ਬਣੇ ਬੈਠੇ ਆ, ਅੱਜ ਇਹ ਤਾਕਤਾਂ ਦੇ ਵਿੱਚ ਨੇ, ਗੱਡੀਆਂ ਦੇ ਵਿੱਚ ਨੇ, ਵੀ ਇਹ ਡਿਜ਼ਰਵ ਨਹੀਂ ਕਰਦੇ। ਉਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਸੰਘਰਸ਼ ਕਰਕੇ ਆਏ ਨੇ, ਕੀ ਮੁਸ਼ਕਲਾਂ 'ਚ ਆਏ ਨੇ। ਹੁਣ ਅਸੀਂ ਗਰੋਇੰਗ ਅਪ ਵੇਲੇ ਅਸੀਂ ਦੇਖਿਆ ਜੀ ਕਿਸ ਤਰੀਕੇ ਨਾਲ ਸਾਡੀ ਮਾਂ ਸਾਡੇ ਲਈ ਮਾਂ ਵੀ ਸੀ ਤੇ ਬਾਪ ਵੀ ਸੀ। ਅਸੀਂ ਉਹ ਦੇਖਿਆ, ਹੰਢਾਇਆ, ਤੇ ਉਹ ਕਿਵੇਂ ਇੱਕ ਲੋਕਾਂ ਲਈ ਵੀ ਮਿਹਨਤ ਕਰਦੀ ਸੀ, ਉਹਦੇ ਪਰਿਵਾਰ ਲਈ ਵੀ ਮਿਹਨਤ ਕਰਦੀ ਸੀਗੀ। ਕਿਸ ਤਰੀਕੇ ਦੀਆਂ ਔਖਾਂ ਨੇਗੀਆਂ। ਅੱਜ ਲੋਕ ਸਾਨੂੰ ਦੇਖਦੇ ਆ, ਠੀਕ ਹੈ ਅਸੀਂ ਤਾਕਤ 'ਤੇ ਬੈਠੇ ਹਾਂ, ਪਰ ਇਹੋ ਜਿਹੇ ਸਮੇਂ ਵੀ ਅਸੀਂ ਦੇਖੇ ਹੈ ਜਦੋਂ ਜੇਬ 'ਚ ਪੈਸੇ ਨਹੀਂ ਸੀ ਹੁੰਦੇ, ਕਿਉਂਕਿ ਬੀਬੀ ਭੱਠਲ ਇੱਕ ਖੁਦਾਰ ਔਰਤ ਹੈ। ਇਹਨਾਂ ਨੇ ਪਹਿਲੇ ਦਿਨੋਂ ਇਹ ਸੋਚ ਲਿਆ ਸੀ ਵੀ ਮੇਰੀ ਇੱਕ ਵੱਡੇ ਘਰ ਦੇ ਵਿੱਚ, ਇੱਕ ਸਰਦਾਰ ਘਰ 'ਚ ਇੱਕ ਜੱਟ ਦੀ ਧੀ ਦਾ ਵਿਆਹ ਹੋ ਰਿਹਾ, ਕਿਸਾਨ ਦੀ ਧੀ ਦਾ ਵਿਆਹ ਹੋ ਰਿਹਾ, ਕੋਈ ਇਹ ਨਾ ਕਹਦੇ ਵੀ ਪੈਸੇ ਲਈ ਵਿਆਹ ਕਰਾਇਆ। ਇਸ ਲਈ ਮੈਂ ਆਪਦੇ ਨਾ ਤਾਂ ਸਹੁਰਿਆਂ ਤੋਂ ਕੋਈ ਪੈਸੇ ਲੈਣੇ ਆ, ਨਾ ਮੈਂ ਆਪਦੇ ਪੇਕਿਆਂ ਤੇ। ਮਤਲਬ ਇਹ ਗੱਲਾਂ ਵੀ ਰਾਹੁਲ ਜੀ, ਕੀ ਮੈਡਮ ਭੱਠਲ ਤੁਹਾਨੂੰ ਇਹ ਗੱਲਾਂ ਦੱਸਦੇ ਰਹੇ? ਬਹੁਤ ਅੰਦਰੂਨੀ ਗੱਲਾਂ ਹੁੰਦੀਆਂ ਨੇ ਇਹ, ਕਿ ਇੱਕ ਮਾਤਾ ਦਾ ਆਪਣੇ ਬੱਚੇ ਨਾਲ ਇਹ ਗੱਲ ਸ਼ੇਅਰ ਕਰਨੀ ਕਿ ਹੋ ਸਕਦਾ ਕਿ ਲੋਕ ਮੇਰੇ ਤੇ ਇਹ ਇਲਜ਼ਾਮ ਲਾਉਣ ਕਿ ਇੱਧਰੋਂ ਮਤਲਬ ਜਦੋਂ ਆਪਣੇ ਪੇਕੇ ਪਰਿਵਾਰੋਂ ਇੱਕ ਲੜਕੀ ਤੁਰ ਕੇ ਆਪਣੀ ਪਸੰਦ ਦਾ ਵਿਆਹ ਕਰਾਉਂਦੀ ਹੈ, ਕੀ ਉਦੋਂ ਵੀ ਇਹ ਚਰਚਾਵਾਂ, ਖੁੰਡ ਚਰਚਾਵਾਂ ਚੱਲਦੀਆਂ ਸੀ ਕਿ ਹੋ ਸਕਦਾ ਹੈ ਪੈਸੇ ਕਰਕੇ ਵਿਆਹ ਕਰਾਏ ਹੋਏ ਵੱਡੇ ਸਰਦਾਰਾਂ ਦੇ ਘਰੇ? ਦੇਖੋ ਜੀ, ਬੀਬੀ ਜੀ ਨੂੰ ਸਾਡੇ ਨਾਲ ਬੜਾ ਘੱਟ ਸਮਾਂ ਮਿਲਦਾ ਬਤਾਉਣ ਦਾ, ਤਾਂ ਉਹ ਜਦੋਂ ਵੀ ਮਿਲਦਾ ਹੈ ਅਸੀਂ ਵੀ ਉਹਨੂੰ ਇਹ ਸਮਝਦੇ ਹਾਂ ਵੀ ਇਹ ਕੁਝ ਸਿੱਖ ਲਈਏ, ਤੇ ਉਹਨਾਂ ਨੂੰ ਵੀ ਹੁੰਦਾ ਵੀ ਮੈਂ ਆਪਦੇ ਬੱਚਿਆਂ 'ਚ ਸੰਸਕਾਰ ਜਿਹੜੇ ਹੈਗੇ ਆ ਉਹ ਇਤਿਹਾਸ ਰਾਹੀਂ, ਕਹਾਣੀਆਂ ਰਾਹੀਂ, ਇਹਨਾਂ ਰਾਹੀਂ ਪਾਵਾਂ। ਤਾਂ ਉਹ ਜਦੋਂ ਵੀ ਮੌਕਾ ਮਿਲਦਾ ਸਾਨੂੰ ਇਹੀ ਚੀਜ਼ਾਂ ਸਿਖਾਉਂਦੇ ਵੀ ਬੇਟਾ ਮੈਂ ਅੱਜ ਤੱਕ ਕਦੇ ਕਿਸੇ ਤੋਂ ਝੁਕੀ ਨਹੀਂ, ਮੈਂ ਜੋ ਆਪਦੀ ਗੱਲ ਕਹਿਣ ਤੋਂ ਹਟੀ ਨਹੀਂ, ਕਦੇ ਮੈਂ ਇਸ ਤਰੀਕੇ ਦਾ ਲਾਲਚ ਨਹੀਂ ਕਰਿਆ। ਤਾਂ ਉਹ ਉਦਾਹਰਨਾਂ ਨਾਲ ਪਤਾ ਲੱਗਦਾ। ਸੋ ਅਸੀਂ ਬਾਕੀ ਕੁਝ ਆਪਦੇ ਅੱਖੀ ਵੀ ਦੇਖੀਆਂ ਨੇ। ਜਿਵੇਂ ਹੁਣ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਵਾਂਗਾ, ਮੇਰਾ ਜਨਮ ਦਿਨ ਸੀਗਾ, ਠੀਕ ਹੈ ਨਾ, ਤੇ ਬੀਬੀ ਜੀ ਦੀ ਜੇਬ 'ਚ 50 ਰੁਪਏ, ਠੀਕ ਹੈ ਨਾ, 20-50 ਰੁਪਏ ਜੋ ਸੀਗੇ, ਐਂਡ ਘਰੇ ਹੀ ਮੇਰੀ ਭੈਣ ਨੇ ਕੇਕ ਬਣਾਤਾ, ਤੇ ਸਾਡੇ ਇੱਕ ਉਹ ਜਿਹੜੀ ਮੈਨੂੰ ਪਾਲਿਆ ਜਿਸ ਲੜਕੀ ਨੇ, ਉਹਨੇ ਪੁਰਾਣੀਆਂ ਬਚਾ ਕੇ ਰੱਖੀਆਂ ਵੀ ਅਸੀਂ ਡੈਕੋਰੇਸ਼ਨਾਂ ਉਹ ਲਾਤੀਆਂ, ਤੇ ਉਹ 50 ਰੁਪਏ ਨਾਲ ਸੀ ਵੀ ਕੱਲ ਨੂੰ ਟੌਫੀਆਂ, ਉਦੋਂ ਸਕੂਲ ਦੇ ਵਿੱਚ ਆਪਾਂ ਟੌਫੀਆਂ ਬਣਦੇ ਹੁੰਦੇ ਸੀਗੇ। ਉਹ ਕੁਦਰਤੀ ਸਾਡੇ ਮੇਰੇ ਮਾਸਟਰ ਜੀ ਆ ਗਏ, ਉਹ ਅੰਡਾ ਨਹੀਂ ਸੀ ਖਾਂਦੇ, ਤੇ ਉਹ ਕੇਕ ਤਾਂ ਖਾ ਨਾ ਸਕੇ, ਉਹ ਹੱਸਣ ਲੱਗੇ, ਕਹਿੰਦੇ ਜੀ ਸਾਡਾ ਮੂੰਹ ਨਹੀਂ ਮਿੱਠਾ ਕਰਾਉਂਗੇ। ਹਾਂ, ਫਿਰ ਕਾਹਦਾ ਜਨਮ ਦਿਨ? ਹਾਂ, ਤੇ ਉਹ ਬੀਬੀ ਜੀ ਦੇ ਹੱਥ 'ਚ ਉਹੀ 50 ਰੁਪਏ, ਉਹਨਾਂ ਨੂੰ ਇਹ ਵੀ ਹੁਣ ਇਹਦੇ ਨਾਲ ਜਾਂ ਤਾਂ ਮੈਂ ਟੌਫੀਆਂ ਖਵਾ ਸਕਦੀ ਹਾਂ ਜਾਂ ਮਠਿਆਈ ਖਵਾ ਸਕਦੀ ਹਾਂ। ਤੇ ਉਹਨਾਂ ਨੇ ਫਿਰ ਚਲੋ ਮਠਿਆਈ ਮੰਗਵਾਈ, ਤੇ ਅਗਲੇ ਦਿਨ ਮੈਨੂੰ ਕਹਿੰਦੇ ਤੂੰ ਐਂ ਕਰ ਅੱਜ ਸਕੂਲ ਨਾ ਜਾ। ਤੇ ਮੈਨੂੰ ਐ ਮੈਂ ਕਿਉਂ ਨਾ ਜਾਵਾਂ? ਇਹ ਗੱਲ ਬੀਬੀ ਜੀ ਨੇ ਕਹੀ, ਹਾਂ ਵੀ ਬੇਟਾ ਤੂੰ ਅੱਜ ਸਕੂਲ ਨਾ ਜਾ, ਕਿਉਂਕਿ ਮੈਨੂੰ ਦੇਣ ਦੀ ਟੌਫੀਆਂ ਨਹੀਂ ਸੀ। ਤੇ ਮੈਂ ਐਕਸਾਈਟਡ ਵੀ ਨਹੀਂ, ਮੇਰਾ ਜਨਮ ਦਿਨ ਹੈ, ਮੈਂ ਅੱਜ ਟੌਫੀਆਂ ਵੰਡੂੰਗਾ, ਮੈਂ ਐਂ ਕਰੂੰਗਾ। ਤੇ ਮੈਂ ਤਾਂ ਉਦੋਂ ਬੱਚਾ ਸੀ, ਮੈਂ ਰੋਣ ਲੱਗ ਗਿਆ। ਚਲੋ ਉਹਨਾਂ ਨੇ ਬੁਲਾਇਆ ਵੀ ਨਹੀਂ, ਅੱਗੇ ਤੇਰਾ ਬਹੁਤ ਵਧੀਆ ਬਰਥਡੇ ਮਨਾਵਾਂਗੇ। ਪਰ ਹੁਣ ਸਮਝ ਆਉਂਦੀਆਂ ਨੇ ਕਹਾਣੀਆਂ। ਇਹੋ ਜਿਹੇ ਸਮੇਂ ਸਾਡਾ ਇੱਕ ਰਿਕਸ਼ੇ ਵਾਲਾ ਹੁੰਦਾ ਸੀ, ਸਾਨੂੰ ਪੱਕਾ ਹੀ ਟਿਊਸ਼ਨ ਲੈ ਕੇ ਜਾਂਦਾ ਸੀਗਾ। ਮਤਲਬ ਇੱਕ ਵਾਰੀ ਟਿਊਸ਼ਨ ਤੋਂ ਵਾਪਸ ਮੋੜਤਾ ਵੀ ਤੈਨੂੰ ਫੀਸ ਨਹੀਂ ਆਈ, ਵਾਪਸ ਲੈ ਜਾਓ। ਤਾਂ ਰਿਕਸ਼ੇ ਵਾਲੇ ਨੇ ਆਪਦੇ ਘਰੋਂ ਜਾ ਕੇ ਸਾਡੇ ਪੈਸੇ ਦਿੱਤੇ। ਉਹ ਅੱਜ ਵੀ ਮੈਨੂੰ ਜਦੋਂ ਵੀ ਕਿਤੇ ਮਿਲਦਾ ਮੈਂ ਉਹਨੂੰ ਜੱਫੀ ਪਾ ਕੇ ਮਿਲਦਾ। ਮੈਂ ਉਹਨੂੰ ਕਈ ਵਾਰੀ ਕਿਹਾ ਤੂੰ ਸਾਡੇ ਕੋਲੇ ਆ ਕੇ ਰਹਿ, ਤੇ ਉਹਨੇ ਵਿਚਾਰੇ ਨੇ ਫੀਸ ਭਰੀ ਮੇਰੀ, ਤਾਂ ਵੀ ਬੱਚੇ ਨੂੰ ਟਿਊਸ਼ਨ ਤੋਂ ਵਾਪਸ ਨਹੀਂ ਭੇਜਣਾ। ਸੋ ਉਹ ਉਦੋਂ ਤਾਂ ਬੱਚੇ ਸੀ, ਸਮਝ ਨਹੀਂ ਸੀ ਆਉਂਦਾ, ਪਰ ਜਿਵੇਂ ਜਿਵੇਂ ਗਰੋ ਅਪ ਕਰਦੇ ਆ ਤਾਂ ਦੇਖਦੇ ਆ ਵੀ ਇਹੋ ਜਿਹੇ ਹਾਲਾਤਾਂ ਨਾਲ ਲੜ ਕੇ ਆਏ ਨੇ। ਇੱਕ ਔਰਤ ਜਿਹਦਾ ਇਕੱਲਾ ਪਤੀ ਸੀ, ਸਹਾਰਾ ਉਹ ਹੈ ਨਹੀਂ, ਤੇ ਉਹ ਰਾਜਨੀਤੀ ਦੀ ਲੜਾਈ ਵੀ ਲੜ ਰਹੀ ਹੈ, ਅੱਤਵਾਦ ਦੇ ਖਿਲਾਫ ਵੀ ਲੜਾਈ ਲੜ ਰਹੀ ਹੈ, ਤੇ ਪਰਿਵਾਰ ਨੂੰ ਵੀ ਪਾਲਣ ਦੀ ਲੜਾਈ ਲੜ ਰਹੀ ਹੈ।
ਸੋ ਅਸੀਂ ਕਹਿੰਦੇ ਵੀ ਬਹੁਤ ਲੱਕੀ ਹਾਂ ਅਸੀਂ ਵੀ ਕਹੇ ਜੀ ਇੱਕ ਔਰਤ ਤੋਂ ਸਾਨੂੰ ਸਿੱਖਣ ਨੂੰ ਮਿਲ ਰਿਹਾ, ਕਹੇ ਜੀ ਸ਼ਖਸੀਅਤ ਤੋਂ ਸਾਨੂੰ ਸਿੱਖਣ ਨੂੰ ਮਿਲ ਰਿਹਾ ਜ਼ਿੰਦਗੀ, ਉਹੀ ਖੂਨ ਅੱਗੇ ਸਾਡੇ ਦੇ ਵਿੱਚ ਆਇਆ ਹੋਇਆ। ਸੋ ਤੁਸੀਂ ਜਦੋਂ ਆਪਾਂ ਹਲਕੇ ਦੀ ਗੱਲ ਕਰਦੇ ਹਾਂ, ਲਹਿਰੇ ਗਾਗੇ ਦੀ ਗੱਲ ਕਰਦੇ ਹਾਂ ਬਾਈ, ਇਹ ਇਲਜ਼ਾਮ ਅਕਸਰ ਲੱਗਦੇ ਆ ਰਾਹੁਲ ਭਾਜੀ ਕਿ ਇੱਕ ਤਾਂ ਬੈਕਵਰਡ ਇਲਾਕਾ ਹੈ ਨਾ, ਬੈਕਵਰਡ ਇਸ ਕਰਕੇ ਮਾਫ ਕਰਨਾ ਦਰਸ਼ਕੋ, ਮੈਂ ਬੈਕਵਰਡ ਦਾ ਮੇਜਰਮੈਂਟ ਸਿਰਫ ਇਸ ਗੱਲ ਕਰਕੇ ਤਰੱਕੀ ਦੀ ਗੱਲ ਕਰਦੇ ਹਾਂ ਜਦੋਂ ਆਪਾਂ, ਉਸ ਕਰਕੇ ਬੈਕਵਰਡ, ਨਹੀਂ ਤਾਂ ਲੋਕ ਹਰ ਜਗ੍ਹਾ ਦੇ ਉੱਤੇ ਸਿਆਣੇ ਨੇ। ਲੋਕਾਂ ਦੀ ਜਿਹੜੀ ਬੌਧਿਕ ਤਾਕਤ ਹੈ, ਜਦੋਂ ਲਹਿਰੇ ਗਾਗੇ ਜਾਂ ਇਸ ਇਲਾਕੇ ਦੇ ਵਿੱਚ ਵਿਚਰੋਗੇ ਤਾਂ ਪਤਾ ਲੱਗੇਗਾ ਕਿ ਇਸ ਇਲਾਕੇ ਨੇ ਸੱਚਮੁੱਚ ਕਮਾਲ ਦੇ ਅਧਿਆਪਕ ਦਿੱਤੇ ਨੇ, ਕਮਾਲ ਦੇ ਵਿਗਿਆਨੀ ਦਿੱਤੇ ਨੇ, ਕਮਾਲ ਦੇ IAS ਆਫੀਸਰ ਦਿੱਤੇ ਹੋਏ ਨੇ, ਬੜੇ ਕਮਾਲ ਦੇ ਸ਼ਾਇਰ ਦਿੱਤੇ ਹੋਏ ਨੇ, ਬੜੇ ਕਮਾਲ ਦੇ ਇੱਥੋਂ ਕਮਿਊਨਿਸਟ ਲੋਕ ਉੱਠੇ ਹੋਏ ਨੇ ਜਿਨ੍ਹਾਂ ਨੇ ਸੰਘਰਸ਼ ਲੜੇ ਨੇ। ਸੋ ਬੈਕਵਰਡ ਦਾ ਜਿਹੜਾ ਇੱਕ ਅਸੀਂ ਜਿਹੜਾ ਮੇਜਰਮੈਂਟ ਕਰਦੇ ਹਾਂ ਉਹ ਤਰੱਕੀ ਡਿਵੈਲਪਮੈਂਟ ਦੇ ਉਸ ਮਾਮਲੇ ਦੇ ਉੱਤੇ ਕਰਦੇ ਹਾਂ। ਬਾਈ ਜੀ CM ਸਿਟੀ ਰਹਿ ਚੁੱਕੀ ਹੈ ਲਹਿਰਾ ਗਾਗਾ, ਪਰ ਲਹਿਰਾ ਗਾਗਾ ਉਸ ਸਟੇਟਸ ਦੇ ਵਿੱਚ ਨਹੀਂ ਆਇਆ ਜਿਸ ਸਟੇਟਸ ਦੇ ਵਿੱਚ ਇਸ ਵਕਤ ਲੰਬੀ ਆਉਂਦਾ, ਜਿਸ ਸਟੇਟਸ ਦੇ ਵਿੱਚ ਹਲਕਾ ਪਾਇਲ ਆਉਂਦਾ ਜਿੱਥੋਂ ਮਰਹੂਮ ਸਰਦਾਰ ਬੇਅੰਤ ਸਿੰਘ ਹੋਰੀ ਸੀਗੇ। ਤਾਂ ਲਹਿਰਾ ਗਾਗਾ CM ਸਿਟੀ ਹੋਣ ਦੇ ਬਾਵਜੂਦ ਵੀ ਉਸ ਸਟੇਟਸ ਨੂੰ ਕਿਉਂ ਨਹੀਂ ਗਰੋ ਕਰ ਪਾਇਆ ਜਾਂ ਉੱਥੇ ਤੱਕ ਕਿਉਂ ਨਹੀਂ ਲੈਵਲ ਰੀਚ ਹੋਇਆ? ਇਹਦੇ ਵਿੱਚ ਦੋ ਗੱਲਾਂ ਦਾ ਧਿਆਨ ਦੇਣਾ ਪਊਗਾ। ਪਹਿਲੀ ਗੱਲ, ਲੰਬੀ ਲਾ ਲਓ ਜਾਂ ਪਾਇਲ ਲਾ ਲਓ, ਇਹ CM ਸਿਟੀਜ਼ ਬਹੁਤ ਲੰਬੇ ਸਮੇਂ ਲਈ ਰਹਿ ਚੁੱਕੀਆਂ, ਜਦ ਕਿ ਲਹਿਰਾ ਗਾਗਾ ਸਿਰਫ 45 ਦਿਨ ਲਈ CM ਸਿਟੀ ਰਿਹਾ ਜਿਹੜੀ ਆਪਣੇ ਕੋਲੇ ਤਾਕਤ ਆਈ ਹੈ, ਜਿਹਦੇ ਵਿੱਚ ਭਾਂਡੇ ਵੀ ਨਹੀਂ ਗਿਣੇ ਜਾਂਦੇ ਹੁੰਦੇ। ਦੂਸਰੀ ਗੱਲ, ਜਿਵੇਂ ਤੁਸੀਂ ਕਹਿਣਾ ਬੈਕਵਰਡ, ਇਹ ਵਾਕਈ ਸਾਨੂੰ ਇਹ ਦਿੱਕਤ ਸੀ ਕਿਉਂਕਿ ਜਦੋਂ ਬੀਬੀ ਭੱਠਲ ਇਸ ਇਲਾਕੇ 'ਚ ਆਏ ਨੇ, ਮੇਰੇ ਪਿਤਾ ਜੀ ਉਹਨਾਂ ਨੂੰ ਲੈ ਕੇ ਆਏ ਸੀ। ਬੀਬੀ ਜੀ ਧਨੌਲੇ ਬਹੁਤ ਅੱਛਾ ਕੰਮ ਕਰ ਰਹੇ ਸੀ, ਲੋਕਾਂ ਨੇ ਇਕੱਠ ਕਰਕੇ ਇੱਕ ਸਮਾਗਮ ਰੱਖਿਆ ਸੀ ਜੀ, ਉਹਨਾਂ ਨੇ ਕਿਹਾ ਸੀ ਅੱਜ ਸਾਡਾ ਕੋਈ ਕੰਮ ਨਹੀਂ ਰਹਿੰਦਾ, ਬੀਬੀ ਸਾਰੇ ਕੰਮ ਕਰਤੇ, ਤੈਨੂੰ ਸਨਮਾਨਿਤ ਕਰਨ ਲਈ ਰੱਖਿਆ। ਇਹ ਧਨੌਲੇ ਹਲਕੇ ਦੀ ਗੱਲ ਹੈ। ਸੋ ਉਹਨੂੰ ਦੇਖਦੇ ਹੋਏ ਮੇਰੇ ਪਿਤਾ ਜੀ ਨੇ ਗੱਡੀ 'ਚ ਆਉਂਦੇ ਆਹੀ ਸੜਕ ਤੇ ਸੁਨਾਮ ਲਹਿਰਾ ਰੋਡ ਤੇ, ਉਹਨਾਂ ਨੇ ਮੇਰੀ ਮਦਰ ਨੂੰ ਕਹਿਣ ਲੱਗੇ ਵੀ ਮੈਂ ਜਦੋਂ ਧਨੌਲੇ ਜਾਣਾ ਦੇਖਦਾ ਇੰਨੀ ਡਿਵੈਲਪ ਹੋ ਰਹੀ ਹੈ, ਤੂੰ ਸਕੂਲ ਖੋਲ ਰਹੀ ਹੈ, ਇਹ ਕਰ ਰਹੀ ਹੈ, ਬਟ ਆਪਣੇ ਲਹਿਰੇ ਕੱਖ ਵੀ ਨਹੀਂ ਹੈਗਾ, ਤੇ ਜਮਾ ਹੀ ਬੁਰਾ ਹਾਲ ਹੈ। ਹਰਿਆਣੇ ਵਾਲੇ ਕਹਿ ਦਿੰਦੇ ਆ ਪੰਜਾਬ ਦਾ, ਪੰਜਾਬ ਵਾਲੇ ਕਹਿ ਦਿੰਦੇ ਹਰਿਆਣੇ ਦਾ, ਸਾਨੂੰ ਤਾਂ ਗਿਣਦਾ ਹੀ ਨਹੀਂ ਕੋਈ ਆਪਦਾ। ਤੇ ਮੈਂ ਚਾਹੁੰਦਾ ਰਜਿੰਦਰ ਤੂੰ ਉਰੇ ਸੇਵਾ ਕਰ। ਤੇ ਬੀਬੀ ਜੀ ਨੇ ਬਲਕਿ ਕਿਹਾ ਵੀ ਹੁਣ ਮੈਂ ਉੱਥੇ ਇੰਨੀ ਮਿਹਨਤ ਕਰੀ ਆ, ਸਾਰਾ ਕੁਝ ਕਰੋ, ਕਹਿੰਦੇ ਨਹੀਂ ਤੂੰ ਮੈਨੂੰ ਵਾਅਦਾ ਕਰ। ਉਹਨਾਂ ਨੇ ਹੱਥ ਕੱਢ ਲਿਆ ਤੇ ਉਹ ਗੱਡੀ 'ਚ ਆਉਂਦੇ ਆਉਂਦੇ ਬੀਬੀ ਜੀ ਦੱਸਦੇ, ਕਹਿੰਦੇ ਮੈਂ ਉਹਨਾਂ ਦੇ ਹੱਥ ਤੇ ਹੱਥ ਰੱਖ ਕੇ ਕਹਤਾ ਵੀ ਠੀਕ ਹੈ, ਮੈਂ ਵਾਅਦਾ ਕਰਦੀ ਹਾਂ ਅੱਜ ਤੋਂ ਬਾਅਦ ਮੈਂ ਲਹਿਰੇ ਦੀ ਸੇਵਾ ਕਰੂੰ। ਕਿਉਂ ਮੇਰੇ ਪਾਪਾ ਕਹਿਣ ਲੱਗੇ ਵੀ ਆਪਣੀ ਆਉਣ ਵਾਲੀ ਪੀੜ੍ਹੀਆਂ ਦੀ ਪਛਾਣ ਲਹਿਰਾ, ਹੁਣ ਤੇਰਾ ਘਰ ਲਹਿਰਾ, ਤੂੰ ਉਰੇ ਦੀ ਸੇਵਾ ਕਰ। ਅੱਛਾ, ਉਸ ਤੋਂ ਕੁਝ ਸਮੇਂ ਬਾਅਦ ਹੀ ਜੇ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ, ਠੀਕ ਹੈ ਨਾ, ਇਲੈਕਸ਼ਨ ਲੜਾਉਣ ਲਈ ਮੇਰੇ ਫਾਦਰ ਸਾਹਿਬ ਉੱਥੇ ਸੀਗੇ ਨਹੀਂ। ਸੋ ਉਦੋਂ ਵੀ ਬਹੁਤ ਲੋਕਾਂ ਨੇ ਕਿਹਾ ਵੀ ਬੀਬੀ ਜੀ ਛੱਡੋ, ਆਪਾਂ ਉੱਥੋਂ ਹੀ ਲੜਦੇ ਹਾਂ, ਆਪਾਂ ਨੂੰ ਤਾਂ ਕੋਈ ਜਾਣਦਾ ਵੀ ਨਹੀਂ। ਬੀਬੀ ਜੀ ਕਹਿੰਦੇ ਜਿੱਤਾਂ ਹਾਰਾਂ ਮੈਨੂੰ ਮੇਰਾ ਪਤੀ ਬਾਂਹ ਫੜਾ ਗਿਆ, ਹੁਣ ਮੇਰੀ ਅਸਲੀ ਭਗਤੀ ਲਹਿਰੇ ਜਾਣ ਤੋਂ ਪਹਿਲਾਂ, ਕਿਉਂਕਿ ਇੱਕੋ ਹੀ ਵਾਅਦਾ ਮੈਥੋਂ ਲੈ ਕੇ ਗਏ ਨੇ, ਮੈਂ ਕਰੂੰਗੀ। ਤਾਂ ਉਹ ਜਦੋਂ ਆਏ ਨੇ ਨਾ, ਉਦੋਂ ਕਹਿੰਦੇ ਬੇਟਾ ਇੰਨਾ ਕੁ ਮਾੜਾ ਹਾਲਤ ਸੀ ਉਰੇ ਵੀ ਇੱਕ ਤਾਂ ਹੁੰਦਾ ਨਾ ਕੁਛ ਨਾ ਕੁਛ ਤਾਂ ਕਰਿਆ ਹੋਵੇ, ਕੱਖ ਵੀ ਨਹੀਂ ਸੀ। ਈਵਨ ਤੁਸੀਂ ਹੈਰਾਨ ਹੋਵੋਗੇ ਜੀ, ਸਾਡੇ ਖਨੌਰੀ ਏਰੀਏ ਦੇ ਬੈਲਟ ਦੇ ਕੁਛ ਪਿੰਡ ਸੀ ਜਿੱਥੇ ਮੰਮਾ ਕਹਿੰਦੇ ਮੈਂ ਆਫੀਸਰਸ ਨਾਲ ਜਾ ਕੇ ਲੜੀ ਵੀ ਤੁਸੀਂ ਬਈ ਉੱਥੇ ਕੰਮ ਕਿਉਂ ਨਹੀਂ ਕਰਦੇ। ਕਹਿੰਦਾ ਜਦੋਂ ਸਾਰੇ ਆਫੀਸਰ ਸੱਦੇ, ਉਹ ਕਹਿੰਦੇ ਜੀ ਉੱਥੇ ਪਹੁੰਚਣ ਦਾ ਹੀ ਕੋਈ ਰਸਤਾ ਨਹੀਂ ਹੈਗਾ, ਉਹ ਤਾਂ ਜੰਗਲ ਹੈ, ਪਿੰਡਾਂ ਤੱਕ ਜਾਣ ਦਾ ਰਸਤਾ ਨਹੀਂ ਸੀਗਾ। ਉਹ ਕਹਿੰਦੇ ਉਹਨਾਂ ਵੇਲਿਆਂ 'ਚ 80s ਦੇ ਵਿੱਚ ਉਦੋਂ 3 ਕਰੋੜ ਰੁਪਇਆ ਸੈਂਕਸ਼ਨ ਕਰਾ ਕੇ ਉਹ ਖਨੌਰੀ ਦੇ ਪਿੰਡਾਂ ਨੂੰ ਪਹੁੰਚਣ ਯੋਗ ਬਣਾਇਆ ਵਾ, ਮਤਲਬ ਸੜਕਾਂ ਹੀ ਨਹੀਂ ਸੀ ਪਿੰਡਾਂ ਨੂੰ। ਸੋ ਉਸ ਤੋਂ ਬਾਅਦ ਤੁਸੀਂ ਅਗਰ ਦੇਖੋ ਸਿਰਫ 2 ਵਾਰ ਬੀਬੀ ਜੀ ਤਾਕਤ 'ਚ ਆਏ ਨੇ ਜੀ। ਆਪਾਂ 25 ਸਾਲ ਕਹਿ ਦਿੰਦੇ ਹਾਂ ਲੰਬਾ ਸਮਾਂ, ਪਰ ਉਹਦੇ ਵਿੱਚੋਂ ਪਾਵਰ ਕਿੰਨੀ ਰਹੀ? 92 ਤੋਂ 97 ਤੱਕ, ਠੀਕ ਹੈ ਜੀ, ਜਿਹਦੇ ਵਿੱਚ 95 96 ਤੱਕ ਤਾਂ ਅੱਤਵਾਦ ਨਾਲ ਹੀ ਆਪਾਂ ਲੜਦੇ ਰਹੇ ਹਾਂ, ਜੂਝਦੇ ਰਹੇ ਹਾਂ। ਆਖਰੀ ਥੋੜਾ ਸਮਾਂ ਬੀਬੀ ਜੀ ਨੂੰ ਮਿਲਿਆ, ਉਹਦੇ ਵਿੱਚ ਉਹਨਾਂ ਨੇ ਬੇਸਿਕ ਜਿਹੜਾ ਢਾਂਚਾ ਉਹ ਉਰੇ ਖੜਾ ਕਰਿਆ ਵੀ ਜਿਹੜੇ ਬੇਸਿਕ ਪ੍ਰਾਇਮਰੀ ਸਕੂਲ ਬਣਾ ਦਈਏ, ਇੱਕ ਸੜਕ ਹਰ ਪਿੰਡ ਨੂੰ ਲੱਗ ਜੇ, ਬੇਸਿਕ ਚੀਜ਼ਾਂ ਜਿਹੜੀਆਂ ਨੇਗੀਆਂ ਉਹਦੇ ਬਰਾਬਰ ਲਿਆਂਦਾ। ਦੂਸਰਾ ਸਮਾਂ 2002 ਤੋਂ 2006 ਦਾ ਮਿਲਿਆ, ਉਸ ਸਮੇਂ ਦੇ ਵਿੱਚ ਫਿਰ ਬੀਬੀ ਜੀ ਨੇ ਝੜੀਆਂ ਲਾਈਆਂ, ਠੀਕ ਹੈ ਨਾ। ਆਪਾਂ ਕਹਿ ਰਹੇ ਨੇ ਇੱਕ ਆਦਰਸ਼ ਲੀਡਰ ਕੌਣ ਹੈ ਜਿਹੜਾ ਸਕੂਲ ਬਣਾਵੇ, ਹਸਪਤਾਲ ਬਣਾਵੇ, ਸੜਕਾਂ ਬਣਾਵੇ, ਤੁਸੀਂ ਜਿਹੜੀਆਂ ਚੀਜ਼ਾਂ ਗਿਣੋਗੇ ਆਦਰਸ਼ ਲੀਡਰ ਦੀਆਂ ਉਹ ਸਾਰੀਆਂ ਬੀਬੀ ਜੀ ਨੇ ਬਣਾਈਆਂ। ਹਰ ਪਿੰਡ ਨੂੰ 5-5 6-6 ਸੜਕਾਂ ਬੀਬੀ ਜੀ ਨੇ ਲਾਈਆਂ, ਹਸਪੀਟਲ ਬਣਾਏ, ਕਾਲਜਸ ਬਣਾਏ। ਉਰੇ ਸਾਡੇ ਆਹ ਕੋਟੜਾ ਸਾਈਡ ਵਾਲੀ ਜਿਹੜੀ ਬੈਲਟ ਹੈ, ਇਹ ਕਹਿੰਦੇ ਸੀ ਸਾਡੇ ਵਿਆਹ ਨਹੀਂ ਹੁੰਦਾ ਪਾਣੀ ਦੀ ਮਾਰ ਕਰਕੇ, ਇੱਕ ਫਸਲ ਹੁੰਦੀ ਹੈ ਬੀਬੀ ਜੇ ਸਾਨੂੰ ਪਾਣੀ ਲਾ ਦੇ ਸਾਰੀ ਉਮਰ ਲਈ ਸਾਡੀ ਪੀੜ੍ਹੀਆਂ ਵੀ ਤੇਰਾ ਐ ਮੰਨਣਗੇ ਸਰਕਾਰੀ ਮੁਲਾਜ਼ਮ ਲਾਤਾ। ਉੱਥੇ ਬੀਬੀ ਜੀ ਨੇ ਪਹਿਲੀ ਵਾਰੀ ਇਨਵੈਂਟ ਕਰਿਆ ਪੰਜਾਬ ਦੇ ਵਿੱਚ ਆਜ਼ਾਦੀ ਤੋਂ ਬਾਅਦ ਵੀ ਪਾਈਪਾਂ ਨਾਲ ਪਾਣੀ। ਉਦੋਂ ਲੋਕ ਕਹਿੰਦੇ ਹੁੰਦੇ ਸੀ ਲੈ ਤੂੰ ਕਿ ਟਿੱਬਿਆਂ ਤੇ ਪਾਣੀ ਚੜ੍ਹ ਦੇਗਾ, ਬੀਬੀ ਨੇ ਉਹ ਟਿੱਬਿਆਂ ਤੇ ਪਾਣੀ ਚੜ੍ਹ ਕੇ ਦਿਖਾਤਾ ਜੀ, ਤਾਂ ਸਾਰੇ ਪੰਜਾਬ ਨੂੰ ਫਾਇਦਾ ਹੋਇਆ। ਅੰਡਰਗਰਾਊਂਡ ਪਾਈਪਾਂ ਲਾ ਕੇ ਪਾਣੀ ਦੇਤਾ, ਮੋਗੇ ਲਾਏ, ਠੱਲਾਂ ਲਾਈਆਂ, ਇਹੋ ਜਿਹੀਆਂ ਚੀਜ਼ਾਂ ਕਰੀਆਂ ਜਿਹੜੀਆਂ ਮਤਲਬ ਸੂਇਆਂ 'ਚ ਠੱਲਾਂ ਲੱਗਦੀਆਂ, ਸੁਣੀਆਂ ਬੀਬੀ ਨੇ ਨਹਿਰਾਂ 'ਚ ਠੱਲਾਂ ਲਾਈਆਂ। ਇਨਫੈਕਟ ਘੱਗਰ ਬ੍ਰਾਂਚ ਜਿਹੜੀ ਘੱਗਰ ਬ੍ਰਾਂਚ ਕਹਿਣਾ, ਉਹਦੇ ਵਿੱਚ ਤਾਂ ਠੱਲਾਂ ਹੀ ਲਾਈਆਂ। ਜਿਹੜੀ ਭਾਖੜਾ ਨਹਿਰ ਹੈ ਜਿਹਦੇ ਵਿੱਚੋਂ ਇੱਕ ਕੱਪ ਭਰ ਲਓ ਤਾਂ ਦੇਸ਼ਾਂ ਦੀਆਂ ਲੜਾਈਆਂ ਹੋ ਜਾਂਦੀਆਂ, ਬੀਬੀ ਜੀ ਨੇ ਉਹ 'ਚ ਵੀ ਮੋਗਾ ਲਵਾ ਕੇ ਪਿੰਡਾਂ ਨੂੰ ਪਾਣੀ ਦੇਤਾ। ਅੱਜ ਤੱਕ ਮੈਥੋਂ ਪਟਿਆਲੇ ਦੇ ਕਈ ਲੋਕ ਆ ਕੇ ਪੁੱਛਦੇ ਆ, ਕਹਿੰਦੇ ਜੀ ਉਦੋਂ ਵੀ ਅਸੀਂ ਕੈਪਟਨ ਸਾਹਿਬ ਦੀ ਸਰਕਾਰ ਸੀ, ਹੁਣ ਵੀ ਅਸੀਂ 4 ਸਾਲ ਹੋ ਗਏ ਲੱਗਿਆ ਨੂੰ, ਇਹ ਤੁਸੀਂ ਲਵਾਇਆ ਕਿ ਮੈਂ ਸਾਨੂੰ ਟ੍ਰਿਕ ਤਾਂ ਦੱਸ ਦਿਓ। ਸੋ ਇਹੋ ਜਿਹੇ ਇਤਿਹਾਸਿਕ ਚੀਜ਼ਾਂ, 2 ਵੱਡੇ ਅਦਾਰੇ ਜੀ,
ਇੱਕ ਯੂਨੀਵਰਸਿਟੀ ਦੇਲਾਂ ਦੇ ਵਿੱਚ, ਇੱਕ ਇੰਜੀਨੀਅਰਿੰਗ ਕਾਲਜ ਇਸ ਲਹਿਰੇ ਦੇ ਵਿੱਚ ਲਿਆ ਕੇ ਦਿੱਤਾ। ਕਿਉਂਕਿ ਉਸ ਤੋਂ ਪਹਿਲਾਂ ਜਦੋਂ ਸੀਐਮ ਬਣਿਆ ਨਾ, ਉਦੋਂ ਬੀਬੀ ਨੇ ਬਹੁਤ ਬੱਚੇ ਲਾਏ। ਉਸ 45 ਦਿਨਾਂ ਦੇ ਪੀਰੀਅਡ ਦੇ ਵਿੱਚ ਬਹੁਤ ਬੱਚੇ ਨੌਕਰੀਆਂ ਲਾਏ, ਪਰ ਉਹ ਅਨਫੋਰਚੂਨੇਟਲੀ ਨੌਕਰੀਆਂ ਕੀ ਲੱਗੇ, ਕੋਈ ਚਪੜਾਸੀ, ਕੋਈ ਆਪਣਾ ਮਾਲੀ, ਕੋਈ ਪਾਣੀ ਪਿਆਉਣ ਵਾਲਾ। ਉਹ ਚਲੋ ਨੇੜੇ ਨੇੜੇ ਤਾਂ ਥੋੜੇ ਬਹੁਤ ਐਡਜਸਟ ਹੋ ਗਏ, ਹੁਣ ਜਿਹੜੀ ਦੂਰ ਲੱਗੇ ਉਹਨਾਂ ਨੂੰ ਵਾਰਾ ਨਹੀਂ ਸੀ ਖਾਂਦਾ, ਉਹ ਨੌਕਰੀਆਂ ਛੱਡ ਕੇ ਵਾਪਸ ਆ ਗਏ। ਸੋ ਉਦੋਂ ਕਿਉਂਕਿ ਸਾਡੇ ਪੜ੍ਹੇ ਲਿਖੇ ਬੱਚੇ ਨਹੀਂ ਸੀ, ਤਾਂ ਬੀਬੀ ਨੇ ਉਦੋਂ ਪਰਨ ਕਰਿਆ ਸੀ ਵੀ ਮੈਂ ਆਪਦੇ ਜਵਾਕ ਪੜਾਉਣੇ ਹੈ, ਠੀਕ ਹੈ ਜੀ। ਤੇ ਉਹਨਾਂ ਨੇ ਉਹ ਪੂਰਾ ਕਰਿਆ ਜਦੋਂ ਉਹਦੇ ਕਾਲਜਸ ਲਾਏ। ਅੱਜ 20,000 ਬੱਚਾ ਸਾਡੇ ਕਾਲਜ ਤੋਂ ਪੜ੍ਹ ਕੇ ਗੱਲ ਕਰ ਰਹੇ ਹੋ। ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਹੈ ਨਾ, BHS BIT ਮੇਰੇ ਖਿਆਲ 'ਚ ਨਾ, ਅੱਜ ਤੋਂ 5 ਸਾਲ ਪਹਿਲਾਂ 4-5 ਸਾਲ ਪਹਿਲਾਂ ਤੱਕ ਇਸ ਇੰਜੀਨੀਅਰਿੰਗ ਕਾਲਜ ਦਾ ਨਾਂ ਜਦੋਂ ਅਸੀਂ ਗੂਗਲ ਸਰਚ ਕਰਦੇ ਸੀਗੇ ਤਾਂ ਪੰਜਾਬ ਦੇ ਮੋਹਰੀ ਕਾਲਜਾਂ ਦੇ ਵਿੱਚ ਆਉਂਦਾ ਸੀਗਾ। ਜਦੋਂ ਸੀਟ ਪਲੇਸਮੈਂਟ ਦੀ ਗੱਲ ਹੁੰਦੀ ਸੀਗੀ ਤਾਂ ਮੇਰੇ ਖਿਆਲ 'ਚ ਉੱਤਰ ਪ੍ਰਦੇਸ਼ ਤੋਂ ਵੀ, ਸ਼ਾਇਦ ਨਾਰਥ ਈਸਟ ਤੋਂ ਵੀ, ਅਸਾਮ ਤੋਂ, ਮਨੀਪੁਰ, ਨਾਗਾਲੈਂਡ ਤੋਂ ਵੀ ਇੱਥੇ ਆ ਕੇ ਬੱਚਿਆਂ ਦੀ ਪਲੇਸਮੈਂਟ ਹੁੰਦੀ ਰਹੀ ਹੈ। ਪਰ ਅੱਜ ਇਸ ਕਾਲਜ ਦੀ ਹਾਲਾਤ ਦੇਖਣ ਵਾਲੇ ਹੈ ਕਿ ਇੱਕ ਗੇਟ ਬੰਦ ਪਿਆ, ਪਾਣੀ ਖੜਾ ਉਸ ਗੇਟ ਅੱਗੇ, ਬੁਰੇ ਤਰੀਕੇ ਨਾਲ ਪਾਣੀ, ਬੁਰਾ ਹਾਲ ਹੈ। ਇੱਕ ਚੰਗਾ ਅਦਾਰਾ ਜਿਹੜਾ ਸਿੱਖਿਆ ਦਾ ਅਦਾਰਾ ਸੀ, ਭਾਰਤ ਦੇ ਵਿੱਚ ਨਾਂ ਸੀਗਾ, ਇਹ ਹਾਲਾਤ ਕਿਉਂ ਹੋ ਗਏ ਇਸ ਕਾਲਜ ਦੇ? ਜੀ ਥੋੜਾ ਜਿਹਾ ਤੁਸੀਂ ਮੈਨੂੰ ਲੱਗਦਾ ਟਾਈਮਿੰਗ ਦੇ ਵਿੱਚ ਫਰਕ ਹੈ। ਇਹ 5 ਸਾਲ ਪਿੱਛੇ ਨਹੀਂ, ਇਹ ਥੋੜੀ ਪੁਰਾਣੀ ਗੱਲ ਹੈ। ਜਦੋਂ ਤੱਕ ਸਾਡੀ ਸਰਕਾਰ ਰਹੀ ਹੈ, ਜਦੋਂ ਆਪਣੇ ਕੋਲੇ ਸੀਗੀ ਤੱਕ 7 ਤੱਕ ਦੀ ਗੱਲ ਕਰ, ਹਾਂ 7 ਤੱਕ, ਉਦੋਂ ਤੱਕ ਹਰ ਸਾਲ ਇਸ ਕਾਲਜ ਦੀਆਂ ਜਿਹੜੀਆਂ ਐਡਮਿਸ਼ਨਾਂ ਨੇ ਉਹ ਵਧਦੀਆਂ ਰਹੀਆਂ। ਉਸ ਤੋਂ ਬਾਅਦ ਵੀ 2 ਸਾਲ ਵਧਦੀਆਂ ਰਹੀਆਂ, ਕਿਉਂਕਿ ਇਹਨੂੰ ਬਹੁਤ ਚੰਗੇ ਤਰੀਕੇ ਨਾਲ ਚਲਾਇਆ ਜਾਂਦਾ ਸੀ ਤੇ ਉਹਦੇ ਨਾਲ ਪੂਰੇ ਇਲਾਕੇ ਦਾ ਬੈਨੀਫਿਟ ਹੁੰਦਾ ਸੀ। ਸ਼ਹਿਰ ਦੇ ਵਿੱਚ ਪੀਜੀ ਖੁੱਲੇ, ਦੁਕਾਨਾਂ ਖੁੱਲੀਆਂ ਹੋਰ ਹੋਈਆਂ। ਜਦੋਂ ਆ ਗਈ ਅਕਾਲੀ ਦਲ ਦੀ ਸਰਕਾਰ, ਠੀਕ ਹੈ ਨਾ, ਉਹਨਾਂ ਨੇ ਇਹ ਤੋਂ ਸਪੋਰਟ ਖਿੱਚ ਲਈ। ਇਹਨੂੰ ਮਤਲਬ ਇੱਕ ਪੈਸੇ ਬਣਾਉਣ ਦਾ ਸਾਧਨ ਬਣਾਇਆ ਕਿ ਨਹੀਂ ਬਣਾਇਆ ਮੈਂ ਨਹੀਂ ਖੈਰ ਕਹਿੰਦਾ, ਲੋਕ ਕਹਿੰਦੇ ਆ, ਪਰ ਇਹਦਾ ਇੰਨੀ ਕੁ ਦੁਰਦਸ਼ਾ ਕਰਨੀ ਸ਼ੁਰੂ ਕਰਤੀ ਸਿਰਫ ਕਿਉਂਕਿ ਇਹਦੇ ਤੇ ਭੱਠਲ ਦਾ ਨਾਮ ਲੱਗਿਆ ਸੀਗਾ। ਇਸ ਨੂੰ ਮਾਰਨਾ ਸ਼ੁਰੂ ਕਰਤਾ। ਤੁਸੀਂ ਦੇਖੋ ਉਸ ਤੋਂ ਬਾਅਦ ਇਹਦੀ ਜਿਹੜੀ ਐਡਮਿਸ਼ਨ ਹੈ ਉਹ ਡਿੱਗਣੀ ਸ਼ੁਰੂ ਹੋਈ ਤੇ ਇੰਨਾ ਕੁ ਮਾੜਾ ਹਾਲ 10 ਸਾਲਾਂ 'ਚ ਕਰਤਾ ਜੀ। ਇਹ ਕਾਲਜ ਇੰਨੇ ਬੁਰੇ ਕਰਜ਼ਿਆਂ ਦੇ ਵਿੱਚ ਡੁੱਬ ਗਿਆ, ਇਹੋ ਜਿਹੇ ਪੈਸੇ ਦਾ ਸੰਕਟ ਆ ਗਿਆ ਵੀ ਇਸ ਕਾਲਜ ਨੂੰ ਬੰਦ ਕਰਨ ਤੋਂ ਬਿਨਾਂ ਹੋਰ ਕੋਈ ਹਿੱਸਾ ਮਤਲਬ ਵੇ ਆਊਟ ਨਹੀਂ ਰਿਹਾ। ਇਹ ਤਾਂ ਅਸੀਂ ਵੀ ਉਦੋਂ ਧਰਨੇ ਲਾ ਕੇ ਉਦੋਂ ਬੰਦ ਕਰਨ ਲੱਗੇ ਸੀ ਅਕਾਲੀ ਦਲ ਦੀ ਸਰਕਾਰ 'ਚ। ਮੈਂ ਖੁਦ 3-4 ਧਰਨੇ ਲਾਏ ਆ ਉਹਦੇ ਵੀ ਬੰਦ ਨਹੀਂ ਹੋਣ ਦੇਣਾ, ਕੇਰਾਂ ਸਾਡੀ ਸਰਕਾਰ ਆ ਜੇ ਅਸੀਂ ਬਚਾ ਲਾਂਗੇ, ਠੀਕ ਹੈ ਨਾ, ਇਹਨੂੰ ਮਾਰੋ ਨਾ, ਸਾਹਾਂ ਤੇ ਰਹਿਣ ਦਿਓ। ਤਾਂ ਉਹ ਜਦੋਂ ਸਾਡੀ ਸਰਕਾਰ ਆਈ, ਉਹ ਮੁਰਦੇ ਨੂੰ ਅਸੀਂ ਜਿਉਂਦਾ ਕਰਨ ਦਾ ਕੰਮ ਸ਼ੁਰੂ ਕਰਿਆ ਵੀ ਇਹਦੇ ਮੂੰਹ 'ਚ ਪਾਣੀ ਪਾਈਏ। 4 ਸਾਲ ਹੋ ਗਏ ਜੀ ਮਿਹਨਤ ਕਰਦਿਆਂ ਨੂੰ, ਫੰਡਸ, ਗ੍ਰਾਂਟਾਂ, ਹੁਣ ਜਾ ਕੇ ਅਸੀਂ ਇਸ ਚੀਜ਼ ਤੇ ਕਾਮਯਾਬ ਹੋਏ ਆ ਵੀ ਸੀਐਮ ਸਾਹਿਬ ਨੇ ਤੇ ਚੰਨੀ ਜੀ ਉਦੋਂ ਐਜੂਕੇਸ਼ਨ ਮਿਨਿਸਟਰ ਸੀਗੇ, ਇਹਨਾਂ ਨੇ ਠੋਕ ਕੇ ਅਨਾਉਂਸ ਕਰਿਆ ਵੀ ਇਹ ਕਾਲਜ ਬੰਦ ਨਹੀਂ ਹੋਣ ਦਿਆ, ਜੋ ਜਿੰਨਾ ਪੈਸਾ ਲੱਗੂਗਾ ਅਸੀਂ ਚਲਾਵਾਂਗੇ, ਕਿਉਂਕਿ ਖੂਹ ਹੈ ਪੈਸੇ ਦਾ, ਇਹਨੂੰ ਲੋੜ ਹੈ ਬਹੁਤ ਵੱਡੇ ਪੈਸੇ ਦੀ। ਸੋ ਉਹ ਹੁਣ ਸਾਡੀ ਅਪਰੂਵਲ ਹੋ ਗਈ ਹੈ ਤੇ ਇਹ ਮੋਸਟ ਪ੍ਰੋਬਬਲੀ ਕਿਸੇ ਯੂਨੀਵਰਸਿਟੀ ਦੇ ਵਿੱਚ ਕਨਵਰਟ ਕਰ ਦਿੱਤਾ ਜਾਊਗਾ। ਯੂਨੀਵਰਸਿਟੀ ਦੇ ਨਾਲ ਕੋਸ਼ਿਸ਼ ਨਹੀਂ, ਫੈਸਲਾ ਹੋ ਗਿਆ, ਇੰਪਲੀਮੈਂਟੇਸ਼ਨ ਤੇ। ਸੋ ਬਚਾ ਲਿਆ ਮਰਦੇ ਨੂੰ ਅਸੀਂ। ਪਰ ਮੈਂ ਸਵਾਲ ਇਹ ਕਰਨਾ ਚਾਹੁੰਦਾ ਜੀ, 10 ਸਾਲਾਂ 'ਚ 2 ਅਦਾਰੇ ਸੀ, ਇੱਕ ਇੰਜੀਨੀਅਰਿੰਗ ਕਾਲਜ, ਇੱਕ ਯੂਨੀਵਰਸਿਟੀ ਕੈਂਪਸ। ਇਹ ਅਕਾਲੀ ਦਲ ਦੇ ਜਿਹੜੇ ਮੇਰੇ ਵੀਰ ਨੇ, ਖਾਸ ਤੌਰ ਤੇ ਢੀਂਡਸਾ ਜੀ ਵਿੱਤ ਮੰਤਰੀ ਸੀ, ਸੰਗਰੂਰ ਜ਼ਿਲ੍ਹੇ ਦਾ ਠੇਕਾ ਅਕਾਲੀ ਦਲ ਨੇ ਇਹਨਾਂ ਨੂੰ ਦਿੱਤਾ ਵਾ ਸੀਗਾ, ਸਾਰਿਆਂ ਨੂੰ ਹਰਾ ਕੇ ਇਹਨਾਂ ਨੂੰ ਕੱਲਿਆਂ ਨੂੰ ਬਣਾਇਆ ਵਾ ਸੀਗਾ, ਬਿਲਕੁਲ, ਠੀਕ ਹੈ ਨਾ। ਤੇ ਇਹਨਾਂ ਤੋਂ 2-3 ਸਵਾਲ ਨੇ। ਪਹਿਲੀ ਗੱਲ ਤਾਂ ਇਹ ਯੂਨੀਵਰਸਿਟੀ 'ਚ ਬੀਬੀ ਜੀ ਨੇ ਬਣਾਉਣ ਸਾਰ ਕਰੋੜ ਰੁਪਇਆ ਪਿੰਡ ਨੂੰ ਦਿੱਤਾ, ਠੀਕ ਹੈ ਨਾ। ਜੇ 1 ਸਾਲ ਦਾ ਬੀਬੀ ਜੀ ਕਰੋੜ ਦੇ ਸਕਦੇ ਤਾਂ ਵਿੱਤ ਮੰਤਰੀ 2 ਦੇ ਸਕਦੇ ਸੀ। ਜੇ 10 ਸਾਲ ਇਹਨਾਂ ਨੇ 2-2 ਕਰੋੜ ਦਿੱਤਾ ਹੁੰਦਾ, ਅੱਜ 20 ਕਰੋੜ ਰੁਪਏ ਨਾਲ ਇੱਕ ਪੂਰਾ ਵੱਡਾ ਅਤੀ ਆਧੁਨਿਕ ਕੈਂਪਸ ਯੂਨੀਵਰਸਿਟੀ ਦਾ ਬਣਿਆ ਹੁੰਦਾ। ਤੇ ਜੇ ਸਾਡੇ ਇਲਾਕੇ 'ਚ 10 ਸਾਲ ਇੱਕ ਯੂਨੀਵਰਸਿਟੀ ਚੱਲਦੇ ਨੂੰ ਹੋ ਗਏ ਹੁੰਦੇ ਤੇ ਆ ਇੰਜੀਨੀਅਰਿੰਗ ਕਾਲਜ ਨੂੰ ਵੱਡਾ ਵਧਾ ਕੇ ਕੁਝ ਬਣਾਤਾ ਹੁੰਦਾ, ਤਾਂ ਅੱਜ ਸਾਡੇ ਵਾਰੇ ਨਿਆਰੇ ਡਿਫਰੈਂਟ ਹੋਣੇ ਸੀ ਹਲਕੇ ਦੇ। ਨੰਬਰ 2, ਇਸੇ ਤਰੀਕੇ ਨਾਲ ਇੰਪਲੋਇਮੈਂਟ ਦੇ ਵਿੱਚ ਸਾਡੀ ਜਦੋਂ ਪੜ੍ਹਾਉਣ ਤੋਂ ਬਾਅਦ ਸਾਡੀ ਕੋਸ਼ਿਸ਼ ਸੀ ਵੀ ਬੱਚਿਆਂ ਨੂੰ ਨੌਕਰੀ ਲਾਈਏ, ਇੱਥੇ ਸੈਟਅਪ ਕਰੀਏ। ਸੈਂਟਰ ਦੇ ਵਿੱਚ ਸਾਡੀ ਸਰਕਾਰ ਸੀ, ਬੀਬੀ ਜੀ ਨੇ ਤੇ ਵਿਜੇਂਦਰ ਜੀ ਨੇ ਜ਼ੋਰ ਲਾ ਕੇ ਰੇਲਵੇ ਦੇ ਵਿੱਚ ਕਿਸੇ ਕੰਮ ਗਏ ਸੀ ਬੀਬੀ ਜੀ, ਉਹਨਾਂ ਨੂੰ ਉੱਥੇ ਪਤਾ ਲੱਗਿਆ ਵੀ ਰੇਲਵੇ ਕੋਚ ਫੈਕਟਰੀ ਲੱਗ ਰਹੀ ਹੈ, ਕਿਤੇ ਕਲਰਕ ਲੋਕ ਤੋਂ ਸੁਣ ਲਿਆ ਤੇ ਉਹਨਾਂ ਨੇ ਜਦ ਹੀ ਮੰਤਰੀ ਸਾਹਿਬ ਕੋਲੇ ਜਾ ਕੇ ਵੀ ਆਹ ਫੈਕਟਰੀ ਮੇਰੇ ਏਰੀਆ 'ਚ ਦਿਓ, ਮੈਨੂੰ ਨਹੀਂ ਪਤਾ, ਸਾਡਾ ਏਰੀਆ ਪਿਛੜਿਆ ਵਾ, ਸਾਨੂੰ ਇਹ ਜ਼ਰੂਰਤ ਹੈ। ਚਲੋ ਜੀ, ਉਹ ਸਾਰੇ ਮਾਹਰ ਆਏ, ਉਹਨਾਂ ਨੂੰ ਏਰੀਆਜ਼ ਦਿਖਾਏ, ਉਹ ਕਹਿੰਦੇ ਜੀ ਸਾਨੂੰ ਇਕੱਲੀ ਜਗ੍ਹਾ ਦੇ ਦਿਓ। ਮੰਡਵੀ ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ 120 ਕਿੱਲੇ ਦੀ ਜ਼ਮੀਨ ਦੇਣ ਦਾ ਫੈਸਲਾ ਕਰ ਲਿਆ। ਅੱਜ ਵੀ ਇਹ ਮਤਾ ਰਿਕਾਰਡ 'ਚ ਹੈ, ਮਤਲਬ ਮੈਂ ਮੂੰਹ ਜ਼ਬਾਨੀ ਗੱਲਾਂ ਨਹੀਂ ਕਰਦਾ, ਰਿਕਾਰਡ ਦੀ ਗੱਲਾਂ ਕਰਦਾ। ਸੈਂਟਰ ਦੀ ਸਰਕਾਰ ਨੇ ਕਹਿਤਾ ਵੀ ਠੀਕ ਹੈ, ਸਾਨੂੰ ਇੱਕ ਪੰਜਾਬ ਦੀ ਸਰਕਾਰ ਤੋਂ NOC ਲਿਆ ਦਿਓ, ਵੀ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਸਾਡੀ ਸਟੇਟ 'ਚ ਆ ਕੇ ਕੰਮ ਕਰ ਸਕਦੇ ਹੋ। ਸਟੇਟ ਸਰਕਾਰ ਦੀ ਪਰਮਿਸ਼ਨ ਤੋਂ ਬਿਨਾਂ ਅਸੀਂ ਉੱਥੇ ਜਾ ਕੇ ਬਣਾ ਨਹੀਂ ਸਕਦੇ। ਅਸੀਂ ਅਕਾਲੀਆਂ ਨੂੰ, ਅਕਾਲੀ ਦਲ ਦੀ ਸਰਕਾਰ ਸੀ, ਇਹਨਾਂ ਨੂੰ ਕਿਹਾ ਵੀ ਭਾਈ ਢੀਂਡਸਾ ਸਾਹਿਬ ਨੂੰ ਕਰੋ ਕਨੈਕਟ। ਉਰੋਂ ਗਏ ਵੀ ਜਥੇ ਢੀਂਡਸਾ ਸਾਹਿਬ ਕੋਲੇ, ਮਿੰਤਾਂ ਕਰਕੇ ਪੁੱਠੇ ਹੋ ਕੇ ਲੰਮਕ ਗਏ ਸਾਰੇ। ਇਹਨਾਂ ਨੇ NOC ਨਹੀਂ ਦਿੱਤੀ ਮਾਂ ਦੇ ਪੁੱਤਾਂ ਨੂੰ। ਕਾਰਨ ਕੀ ਦੱਸਿਆ ਇਹਨਾਂ ਨੇ? ਮਤਲਬ ਜਦੋਂ ਜਥੇ ਗਏ ਕਰਦੇ ਆ ਜੀ, ਜਲਦੀ ਕਰ ਦਾਂਗੇ ਜੀ, ਜਲਦੀ ਕਰ ਦਾਂਗੇ ਜੀ, ਉਹ ਕਰਕੇ ਡੇਟ ਲੰਘਾਤੀ। ਜਿਹੜੀ ਲਾਸਟ ਡੇਟ ਸੀਗੀ ਉਦੋਂ ਤੱਕ NOC ਭੇਜੀ ਨਹੀਂ।
ਉਹ ਜਿਹੜਾ ਕਾਰਖਾਨਾ ਹੈ ਹਰਿਆਣੇ ਦੇ ਵਿੱਚ ਚਲਿਆ ਗਿਆ। ਅੱਜ ਮੈਨੂੰ ਲੱਗਦਾ 8-10 ਹਜ਼ਾਰ ਬੰਦਾ ਉਸ ਕਾਰਖਾਨੇ 'ਚ ਡਾਇਰੈਕਟ ਜੌਬ ਕਰਦਾ, ਬਾਕੀ ਜਿਹੜੇ ਇਨਡਾਇਰੈਕਟ ਉਹਦੇ ਨਾਲ ਕਾਰੋਬਾਰ ਆਇਆ ਉਹ ਲੱਗ ਗਿਆ। ਜੇ 10,000 ਮੁੰਡਾ ਯਾਰ ਆਪਣੇ ਹਲਕੇ ਦਾ ਲੱਗਿਆ ਹੁੰਦਾ, ਐਡਾ ਵੱਡਾ ਕਾਰਖਾਨਾ ਆਇਆ ਹੁੰਦਾ, ਅੱਜ ਬਾਰੇ ਨਿਆਰੇ ਹੋਣੇ ਸੀ। ਸੋ ਇਹੋ ਜਿਹੀ ਚੀਜ਼ਾਂ ਬਹੁਤ ਨੇ ਬਈ ਜੀ, ਤੁਸੀਂ ਮੰਨੋਗੇ ਨਹੀਂ 2 ਵਾਰੀ ਥਰਮਲ ਬੀਬੀ ਭੱਠਲ ਇੱਥੇ ਲੈ ਆਏ। ਹਾਂ, ਮੈਂ ਉਸੇ ਉੱਤੇ ਆ ਰਿਹਾ ਸੀ ਥਰਮਲ ਤੇ। ਉਹ ਥਰਮਲ ਸ਼ਾਇਦ ਜਿਹੜਾ ਲਹਿਰੇ ਗਾਗੇ ਦੇ ਵਿੱਚ ਆਉਣਾ ਸੀਗਾ, ਉਦੋਂ ਚਰਚਾਵਾਂ ਦਾ ਖਾਸਾ ਵਿਸ਼ਾ ਬਣਿਆ ਸੀਗਾ ਉਹ, ਕਿ ਥਰਮਲ ਮਨਜ਼ੂਰ ਹੋ ਗਿਆ, ਲਹਿਰੇ ਗਾਗੇ ਦੇ ਮਤਲਬ ਇਲਾਕੇ ਦੇ ਵਿੱਚ ਆ ਰਿਹਾ ਉਹ ਥਰਮਲ ਤੁਹਾਡੇ ਇੱਥੇ ਆਉਂਦਾ ਇੱਥੋਂ ਖਿਸਕ ਕੇ ਉਹ ਬਠਿੰਡੇ ਕੋਲੇ ਜਾ ਵੜਿਆ। ਤਾਂ ਕੀ ਕਾਰਨ ਬਣਿਆ? ਜ਼ੋਰ ਤਾਂ ਲਾਇਆ ਜਾ ਸਕਦਾ ਸੀਗਾ ਉਦੋਂ ਵੀ, ਚਾਹੇ ਬੀਬੀ ਜੀ ਪਾਵਰ ਵਿੱਚ ਸੀ ਚਾਹੇ ਨਹੀਂ ਪਾਵਰ ਵਿੱਚ ਸੀ, ਪਰ ਪਾਵਰਫੁਲ ਲੀਡਰ ਨੇ ਉਹ। ਨਹੀਂ ਵੀਰ ਜੀ, ਥਰਮਲ ਬੀਬੀ ਜੀ ਅਪਰੂਵ ਕਰਾ ਕੇ ਲੈ ਆਏ ਸੀ ਜੀ। ਸਾਡੇ ਥਰਮਲ ਇੱਕ ਵਾਰੀ ਨਹੀਂ 2 ਵਾਰ ਬੀਬੀ ਭੱਠਲ ਨੇ ਥਰਮਲ ਇੱਥੇ ਖਿੱਚ ਕੇ ਲਿਆਂਦਾ। ਥਰਮਲ ਦਾ ਹੋ ਗਿਆ ਵੀ ਠੀਕ ਹੈ ਜੀ, ਲਹਿਰੇ ਥਰਮਲ ਜਾਊਗਾ। ਸਾਡੇ ਉਰੇ ਦੇ ਵਿਰੋਧੀ ਜਿਹੜੇ ਸੀਗੇ, ਕਿਉਂਕਿ ਸਾਡੇ ਦੇਖੋ ਭੋਲੇ ਭਾਲੇ ਲੋਕ ਨੇ, ਵਿਸ਼ਵਾਸ ਕਰ ਲੈਂਦੇ ਗੱਲਾਂ ਤੇ। ਸਾਡੇ ਲੋਕਾਂ ਨੂੰ ਆ ਕੇ ਉਂਗਲਾਂ ਲਾਤੀਆਂ, ਤੁਹਾਡੀਆਂ ਤਾਂ ਜ਼ਮੀਨਾਂ ਖੋਈਆਂ ਜਾਣਗੀਆਂ, ਤੁਹਾਡੇ ਇਹ ਹੋ ਜਾਊਗਾ, ਬੀਬੀ ਤੁਹਾਡਾ ਜ਼ਮੀਨਾਂ ਦੱਬਣ ਨੂੰ ਫਿਰਦੀ ਹੈ, ਇਹ ਕਰਦੀ ਹੈ ਉਹ। ਉਰੇ ਬਾਈ ਧਰਨੇ ਲੱਗੇ, ਮਤਲਬ ਸਾਰੇ ਇਲਾਕੇ ਦੇ ਲੋਕ ਸਾਡੇ ਖਿਲਾਫ ਹੋ ਗਏ, ਬੁਰਾ ਹਾਲ ਵੀ ਥਰਮਲ ਨਹੀਂ ਆਉਣਾ ਚਾਹੀਦਾ। ਗੱਲ ਪ੍ਰੋਜੈਕਟ ਇਦਾਂ ਕੀਤੀ ਗਈ, ਗੱਲ ਪ੍ਰੋਜੈਕਟ ਇਦਾਂ ਕਰੀ ਗਈ। ਤੇ ਉਹ ਜਦੋਂ ਸਾਨੂੰ ਦੇਖਿਆ ਵੀ ਯਾਰ, ਕਿਉਂਕਿ ਪਹਿਲੇ ਥਰਮਲ ਵੇਲੇ ਮੈਂ ਕਾਫੀ ਛੋਟਾ ਸੀਗਾ, ਮੈਂ ਸੁਣਦਾ ਹੁੰਦਾ ਸੀ, ਬਟ ਦੂਸਰੇ ਥਰਮਲ ਵੇਲੇ ਤਾਂ ਮੈਂ ਖੁਦ ਆਪਦੀਆਂ ਸੁਰਤਾਂ 'ਚ ਦੇਖਿਆ। ਮੈਂ ਗੱਲ ਕਰਨ ਜਾਂਦਾ ਸੀ ਨਾ, ਲੋਕ ਕਹਿੰਦੇ ਸੀ ਪਿੰਡ ਨਾ ਵੜ ਜਿਓ, ਸਾਡੇ ਰੋੜੇ ਪੈਣਗੇ ਥਰਮਲ ਦੀ ਗੱਲ ਕਰਨ ਲਈ, ਠੀਕ ਹੈ ਨਾ। ਇਲੈਕਸ਼ਨਾਂ ਸਿਰ ਤੇ ਸੀਗੀਆਂ, ਤੇ ਉਹ ਫਿਰ ਜਦੋਂ ਸਾਨੂੰ ਵੀ ਹਾਈ ਕਮਾਂਡ ਨੇ ਕਿਹਾ ਵੀ ਯਾਰ ਤੁਸੀਂ ਜਦੋਂ ਲੋਕ ਹੀ ਤੁਹਾਡਾ ਵਿਰੋਧ ਕਰੀ ਜਾਂਦੇ ਆ, ਤੁਸੀਂ ਕਿਉਂ ਇਹ ਆਪਦਾ ਸਿਆਪਾ ਗੱਲ ਛੇੜਦੇ, ਕਿਉਂ ਜ਼ਿੱਦ ਕਰ ਰਹੇ ਹੋ ਤੁਸੀਂ? ਅੱਛਾ, ਜਿੱਥੇ ਉਹ ਗਿਆ ਉੱਥੇ ਦੇ ਬੰਦੇ ਆ ਕੇ ਸਾਡੇ ਪੈਰ ਵੀ ਹਾੜੇ ਸਾਡੇ ਦਵਾ ਦਿਓ, ਜੇ ਕਿਤੇ ਸਾਡੇ ਆ ਜੇ। ਉਹ ਚਲਿਆ ਗਿਆ ਜੀ ਉੱਥੇ, ਜਦੋਂ ਅਸੀਂ ਕਹਤਾ ਵੀ ਨਾ ਜੀ ਸਾਨੂੰ ਨਹੀਂ ਚਾਹੀਦਾ, ਸਾਡੇ ਤਾਂ ਲੋਕ ਨਾਰਾਜ਼ ਨੇ, ਉਹ ਬੰਦੇ ਅੱਜ ਲੈ ਗਏ ਉਸ ਨੂੰ। ਉਹ ਧੰਨਵਾਦ ਕਰ ਰਹੇ ਆ ਕਿ ਉਹ ਅੱਜ ਵੀ ਧੰਨਵਾਦ ਕਰਦੇ ਆ ਸਾਡਾ। ਲਹਿਰੇ ਗਾਗੇ 'ਚ ਨਹੀਂ ਲੱਗਿਆ, ਲਹਿਰੇ ਮੁਹੱਬਤ 'ਚ ਲੈ ਗਿਆ। ਹਾਂ, ਉਹ ਕਹਿੰਦੇ ਜੀ ਲਹਿਰੇ ਵਾਲੇ ਬਹੁਤ ਤੁਹਾਡਾ ਧੰਨਵਾਦ ਹੈ। ਉਹ ਲਹਿਰਾ ਲਿਖਿਆ ਵਾ ਸੀਗਾ, ਉਹਦੇ ਅੱਗੇ ਮੁਹੱਬਤ ਲਿਖਿਆ ਗਿਆ, ਮੁਹੱਬਤ ਲਿਖਿਆ ਗਿਆ। ਸੋ ਇਹ ਮਤਲਬ ਇਸ ਤਰ੍ਹਾਂ ਦੀਆਂ ਵੱਡੀਆਂ ਚੀਜ਼ਾਂ ਜੇ ਆ ਜਾਂਦੀਆਂ ਤਾਂ ਆਪਣਾ ਏਰੀਆ ਬਹੁਤ ਵੱਡਾ ਡਿਵੈਲਪ ਹੋ ਜਾਣਾ ਸੀ। ਗੱਲਬਾਤ ਰਾਹੁਲ ਜੀ ਇਦਾਂ ਹੀ ਜਾਰੀ ਰੱਖਾਂਗੇ। ਵਕਤ ਇੱਕ ਛੋਟੇ ਜਿਹੇ ਵਕਫੇ ਦਾ ਹੋਇਆ ਪਰੇ ਦੋਸਤੋ। ਬ੍ਰੇਕ ਤੋਂ ਅਗਲੇਰੇ ਪਾਰ ਰਾਹੁਲ ਭੱਠਲ ਹੋਰਾਂ ਨਾਲ, ਰਾਹੁਲ ਸਿੱਧੂ ਹੋਰਾਂ ਨਾਲ ਗੱਲਬਾਤ ਦੇ ਸਿਲਸਿਲੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਮੁੜ ਸਵਾਗਤ ਹੈ ਤੁਹਾਡਾ। ਗੱਲਬਾਤ ਚੱਲ ਰਹੀ ਹੈ ਰਾਹੁਲ ਸਿੰਘ ਸਿੱਧੂ ਜਾਂ ਰਾਹੁਲ ਸਿੰਘ ਭੱਠਲ ਹੋਰਾਂ ਨਾਲ। ਮੁੜ ਤੋਂ ਗੱਲਾਂ ਬਾਤਾਂ ਦੇ ਸਿਲਸਿਲੇ ਸ਼ੁਰੂ ਕਰਦੇ ਹਾਂ। ਰਾਹੁਲ ਭਾਜੀ, ਲਹਿਰਾ ਮੁਹੱਬਤ ਦੇ ਵਿੱਚ ਥਰਮਲ ਹੋ ਗਿਆ, ਗਾਗਾ ਰਹਿ ਗਿਆ। ਇੰਜੀਨੀਅਰਿੰਗ ਕਾਲਜ ਦੀ ਗੱਲ ਹੋ ਗਈ ਕਿ ਕਿੰਨਾ ਕੁ ਦੇਖੋ ਚੰਗਾ ਕਾਲਜ ਸੀਗਾ ਇਹ ਇਸ ਕਰਕੇ ਮੈਂ ਕਿਹਾ ਕਿ ਕਿਉਂਕਿ ਮੈਂ ਆਪ ਦੇਖੇ ਹੋਏ ਨੇ, ਇੱਥੋਂ ਦੇ ਪੜ੍ਹੇ ਹੋਏ ਵਿਦਿਆਰਥੀ, ਮੈਂ ਵਿਚਰ ਕੇ ਗਿਆ, ਹੈ ਨਾ। ਤੁਹਾਡੀ ਯੂਨੀਵਰਸਿਟੀ ਜਿਹੜੀ ਆ ਉਹਨੂੰ ਦੇਖਿਆ ਹੋਇਆ। ਲਹਿਰੇ ਗਾਗੇ ਨੂੰ ਜ਼ਿਲ੍ਹਾ ਬਣਾਉਣ ਦੇ ਲਈ ਵੀ ਗੱਲਾਂ ਉੱਠੀਆਂ ਸੀਗੀਆਂ। ਇੱਕ SEZ ਜਿਹੜਾ ਹੈ, ਸਪੈਸ਼ਲ ਇਕਨੋਮਿਕ ਜ਼ੋਨ, ਜਿਹੜਾ ਉਸ ਦੇ ਵਿੱਚ ਆਉਂਦਾ। ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਦੇ CM ਸੀਗੇ, ਉਦੋਂ ਇਹ ਗੱਲ ਕਰਕੇ ਗਏ ਸੀਗੇ, ਐਲਾਨ ਕਰਾ ਕੇ ਗਏ ਸੀਗੇ। ਕਿੱਥੇ ਜੇ ਖੜ ਗਈਆਂ ਉਹ ਗੱਲਾਂ ਤੇ ਉਹ ਮੰਗਾਂ? ਕਿਉਂਕਿ ਤੁਹਾਡੇ ਨਾਲ ਲੱਗਦਾ ਮਲੇਰਕੋਟਲਾ ਹੈ। ਹਾਂਜੀ, ਮਲੇਰਕੋਟਲਾ ਜ਼ਿਲ੍ਹਾ ਬਣ ਚੁੱਕਿਆ। ਉਦੋਂ ਬਾਅਦ ਬਟਾਲੇ ਦੀ ਗੱਲ ਚੱਲੀ ਜਾਂਦੀ ਹੈ। ਅੱਜ ਕੱਲ੍ਹ ਤਾਂ ਬਟਾਲਾ ਬੜਾ ਚਰਚਾਵਾਂ ਦਾ ਬੜਾ ਗਰਮ ਹੈ। ਉਹ ਕਹਿੰਦੇ ਬਟਾਲੇ ਨੂੰ ਜ਼ਿਲ੍ਹਾ ਬਣਾ ਦਿਓ। ਸ਼ਾਇਦ ਜੇ ਮੇਰੇ ਖਿਆਲ 'ਚ ਕਾਂਗਰਸ ਇਸ ਸੰਕਟ ਦੇ ਵਿੱਚ ਨਾ ਹੁੰਦੀ, ਜਿਹੜਾ ਕੁਛ ਅੱਜ ਚੱਲ ਰਿਹਾ ਕਾਂਗਰਸ ਦੇ ਵਿੱਚ, ਤਾਂ ਸ਼ਾਇਦ ਬਟਾਲੇ ਲਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੋਈ ਚਾਰਾਜੋਈ ਕਰ ਲੈਣੀ ਸੀ। ਤਾਂ ਲਹਿਰੇ ਗਾਗੇ ਵਾਲਾ ਜਿਹੜਾ ਇੱਕ ਜ਼ਿਲ੍ਹੇ ਦਾ ਪ੍ਰੋਜੈਕਟ ਸੀ ਤੇ SEZ ਦਾ ਜਿਹੜਾ ਪ੍ਰੋਜੈਕਟ ਸੀਗਾ, ਉਹ ਕਿੱਥੇ ਜੇ ਖੜ ਗਿਆ? ਇਹ ਜੀ ਇੱਦਾਂ ਹੋਇਆ, ਇਲੈਕਸ਼ਨਾਂ ਤੋਂ ਪਹਿਲਾਂ ਸਾਡੀ ਇਹੀ ਅਸੀਂ ਬੇਨਤੀ ਕਰੀ ਸੀ ਕੈਪਟਨ ਸਾਹਿਬ ਨੂੰ ਵੀ ਸਾਨੂੰ ਤੁਹਾਡੇ ਤੋਂ ਕੱਖ ਨਹੀਂ ਚਾਹੀਦਾ, ਠੀਕ ਹੈ ਨਾ। ਜੇ ਆਪਣੀ ਸਰਕਾਰ ਆਉਂਦੀ ਹੈ, ਸਾਨੂੰ ਸਿਰਫ 2 ਚੀਜ਼ਾਂ ਦੇ ਦਿਓ ਵੀ ਇੱਕ ਤਾਂ ਲਹਿਰਾ ਜ਼ਿਲ੍ਹਾ, ਜੋ ਬੀਬੀ ਭੱਠਲ ਦਾ ਸ਼ੁਰੂ ਤੋਂ ਸੁਪਨਾ ਸੀਗਾ, ਕਿਉਂਕਿ ਪਹਿਲਾਂ ਬਰਨਾਲੇ ਨੂੰ ਵੀ ਬੀਬੀ ਜੀ ਨੇ ਜ਼ਿਲ੍ਹਾ ਬਣਾਇਆ ਸੀ, ਠੀਕ ਹੈ ਜੀ। ਉਹ ਬੀਬੀ ਜੀ ਦੀ ਕਮੇਟੀ ਥੱਲੇ ਬਰਨਾਲਾ ਜ਼ਿਲ੍ਹਾ ਬਣਿਆ ਸੀ, ਉਹਨਾਂ ਦੇ ਆਰਡਰਾਂ ਤੇ ਜ਼ਿਲ੍ਹਾ ਬਣਿਆ ਸੀ। ਤਾਂ ਉਹ ਕਹਿੰਦੇ ਵੀ ਮੈਂ ਆਪਦੇ ਪੇਕਿਆਂ ਦਾ ਤਾਂ ਜ਼ਿਲ੍ਹਾ ਬਣਾਤਾ, ਵੀ ਹੁਣ ਮੈਂ ਆਪਦੇ ਸਹੁਰਿਆਂ ਦਾ ਵੀ ਇੱਕ ਜ਼ਿਲ੍ਹਾ ਬਣਾਉਣਾ, ਮੇਰੇ ਸੁਪਨਾ ਹੈ ਜ਼ਿੰਦਗੀ ਦਾ। ਵੀ ਇੱਕ ਤਾਂ ਉਹ ਕਹਿੰਦੇ ਜੀ ਡਨ ਹੋ ਜਾਊਗਾ। ਵੀ ਦੂਸਰਾ ਅਸੀਂ ਕਿਹਾ ਜੀ ਵੀ ਸਾਨੂੰ ਇੱਕ ਸਪੈਸ਼ਲ ਇਕਨੋਮਿਕ ਜ਼ੋਨ ਬਣਾ ਦਿਓ, ਜਿਵੇਂ ਬੱਦੀ ਦੀ ਤਰਜ਼ ਤੇ। ਕਿਉਂਕਿ ਬੱਦੀ ਵੀ ਤੁਸੀਂ ਦੇਖੋ ਇੱਕ ਪਿੰਡ ਸੀਗਾ, ਸ਼ਹਿਰ ਮਤਲਬ ਜੰਗਲ ਸੀ। ਉੱਥੇ ਸਰਕਾਰ ਨੇ ਕਹਿਤਾ ਵੀ ਇੰਨੇ ਸਾਲ ਲਈ ਤੁਹਾਨੂੰ ਟੈਕਸ ਮਾਫ ਕਰ ਦਿੰਦੇ ਆ। ਲੋਕ ਕਰਨਾਟਕਾ, ਕੇਰਲਾ ਤੋਂ ਕਾਰਖਾਨੇ ਲੈ ਕੇ ਆ ਗਏ, ਅੱਜ ਹਿਮਾਚਲ ਦਾ ਸਭ ਤੋਂ ਵੱਡਾ ਸ਼ਹਿਰ ਬਣਿਆ ਪਿਆ। ਬਿਲਕੁਲ ਬਣਿਆ। ਉਸੇ ਤਰ੍ਹਾਂ ਅਸੀਂ ਕਿਹਾ ਵੀ ਸਾਡਾ ਵੀ ਜਿਹੜਾ ਏਰੀਆ ਇਹ ਪਿਛੜਿਆ ਵਾ ਹੈਗਾ, ਉਹਦੇ ਡਿਵੈਲਪਮੈਂਟ ਦੀ ਜ਼ਰੂਰਤ ਹੈ। ਅੱਛਾ, ਸਿੱਧੀ ਰੇਲ ਜਾਂਦੀ ਹੈ ਦਿੱਲੀ ਨੂੰ, ਸਿੱਧੀ ਸੜਕ ਪੋਜ਼ਿਟਿਵ ਗੱਲ ਹੈ ਤੁਹਾਡੇ ਇੱਥੇ ਕਿ ਟ੍ਰੇਨ ਲੱਗਦੀ ਹੈ। ਟ੍ਰੇਨ ਸਾਨੂੰ ਲੱਗਦੀ ਹੈ, ਸੜਕ ਵੀ ਸਾਡੀ ਖਨੌਰੀ ਤੋਂ ਸਿੱਧੀ ਜਾਂਦੀ ਹੈ ਦਿੱਲੀ ਨੂੰ, ਠੀਕ ਹੈ ਨਾ। ਤੇ ਰੇਟ ਵਗੈਰਾ ਵੀ ਜਿਹੜੇ ਪ੍ਰਾਪਰਟੀਆਂ ਦੇ ਠੀਕ ਨੇ, ਤੁਸੀਂ ਉਹਦੇ ਸਪੈਸ਼ਲ ਇਕਨੋਮਿਕ ਜ਼ੋਨ ਬਣਾ ਦੋਗੇ, ਸਾਡੀ ਇੰਡਸਟਰੀਅਲ ਏਰੀਆ ਬਣ ਜਾਊਗਾ ਤੇ ਪੂਰੇ ਪੰਜਾਬ ਨੂੰ ਵੀ ਫਾਇਦਾ ਹੋਊ, ਸਾਡੇ ਏਰੀਆ ਨੂੰ ਵੀ ਹੋਊਗਾ। ਇਹ ਵੀ ਕੋਈ ਖਤਰਾ ਨਹੀਂ ਵੀ ਸਰਹੱਦ ਤੇ ਬੈਠੇ ਆ ਆਪਾਂ, ਬਿਲਕੁਲ ਬਿਲਕੁਲ ਇਸ ਤੇ ਹੈ। ਤੇ ਉਹਨਾਂ ਨੇ ਐਗਰੀ ਵੀ ਕਰਿਆ, ਉਹ ਕਹਿੰਦੇ ਹਾਂ ਦਿਸ ਇਜ਼ ਵੈਰੀ ਰਾਈਟ। ਅਸੀਂ ਕਿਹਾ ਵੀ ਤੁਹਾਡੇ ਵੀ ਨਾਨਕੇ ਦਾ ਏਰੀਆ ਹੈ, ਉਹਨਾਂ ਦੇ ਵੀ ਨਾਨਕੇ ਇੱਥੇ ਪੈਂਦੇ ਆ, ਜੀਆਂ ਦੇ, ਹਾਂ, ਤਾਂ ਉਹਨਾਂ ਦਾ ਵੀ ਸੌਫਟ ਕਾਰਨਰ ਹੈ।
ਉਹ ਬਿਲਕੁਲ ਐਗਰੀ ਕਰਕੇ ਵੀ ਹਾਂ ਭੈਣ ਜੀ ਆਪਾਂ ਇਹ ਜ਼ਰੂਰ ਕਰਾਂਗੇ, ਠੀਕ ਹੈ ਨਾ। ਇੱਥੇ ਜਦੋਂ ਆਏ ਸੀ ਜ਼ਿਲ੍ਹੇ ਬਾਰੇ ਤਾਂ ਉਹ ਰੈਲੀ ਦੇ ਵਿੱਚ ਆ ਕੇ ਐਲਾਨ ਵੀ ਕਰਕੇ ਗਏ ਸੀ ਵੀ ਮੈਂ ਐਲਾਨ ਕਰਦਾ ਬੀਬੀ ਭੱਠਲ ਨੂੰ ਜਿਤਾਓ ਤੇ ਮੈਂ ਇਹਨਾਂ ਨੂੰ ਡਿਪਟੀ ਸੀਐਮ ਵੀ ਬਣਾਉਂਗਾ ਤੇ ਜ਼ਿਲ੍ਹਾ ਵੀ ਬਣਾਉਂਗਾ, ਠੀਕ ਹੈ ਨਾ। ਪਰ ਉਸ ਤੋਂ ਬਾਅਦ ਆਪਾਂ ਜਿੱਤੇ ਹੀ ਨਹੀਂ। ਜਦੋਂ ਤੁਹਾਨੂੰ ਪਤਾ ਦੇਖੋ ਥੋੜਾ ਜਿਹਾ ਤਾਂ ਪਾਵਰਾਂ ਦਾ ਭਾਜੀ ਕੀ ਕਾਰਨ ਰਿਹਾ ਜਿੱਤੇ ਕਿਉਂ ਨਹੀਂ? ਦੇਖੋ ਬੀਬੀ ਰਜਿੰਦਰ ਕੌਰ ਭੱਠਲ ਬੜੀ ਦੇਰ ਤੋਂ, ਮੈਂ ਉਹ ਤਾਂ ਹੀ ਜਦੋਂ ਮੈਂ ਆਪਣੀ ਸ਼ੁਰੂਆਤ ਕੀਤੀ ਹੈ ਕਿ ਜੇ ਲਹਿਰੇ ਗਾਗੇ ਦਾ ਜ਼ਿਕਰ ਆਏਗਾ ਤਾਂ ਬੀਬੀ ਭੱਠਲ ਦੇ ਨਾਂ ਨਾਲ ਆਏਗਾ, ਬੀਬੀ ਭੱਠਲ ਦੀ ਗੱਲ ਹੋਏਗੀ ਤਾਂ ਲਹਿਰੇ ਗਾਗੇ ਦਾ ਜ਼ਿਕਰ ਆਏਗਾ। ਕਿਉਂ ਨਹੀਂ ਜਿੱਤੇ ਹੈਗੇ? ਤਬਦੀਲ ਵੋਟਾਂ ਦੇ ਵਿੱਚ ਕਿਉਂ ਨਹੀਂ ਹੋ ਪਾਈਆਂ? ਉਹ ਭੀੜਾਂ ਜਿਹੜੀਆਂ ਤੁਹਾਡੀਆਂ ਰੈਲੀਆਂ ਦੇ ਵਿੱਚ, ਤੁਹਾਡੀਆਂ ਮੀਟਿੰਗਾਂ ਦੇ ਵਿੱਚ, ਤੁਹਾਡੇ ਸਮਾਗਮਾਂ ਦੇ ਵਿੱਚ ਆਉਂਦੀਆਂ ਸੀਗੀਆਂ, ਇਹਦੇ ਵਿੱਚ ਜੀ ਥੋੜੀ ਜਿਹੀ ਤਾਂ ਦੇਖੋ ਵਿਚਾਰਧਾਰਾ ਨੇ ਫਰਕ ਪਾਤਾ। ਬੀਬੀ ਭੱਠਲ ਦੀ ਜਿਹੜੀ ਵਿਚਾਰਧਾਰਾ ਹੈ ਨਾ, ਉਹ ਜਦੋਂ ਲਹਿਰੇ ਤੇ ਆ ਜਾਂਦੇ ਆ ਤਾਂ ਉਹ ਵੋਟ ਨੂੰ ਧਿਆਨ 'ਚ ਰੱਖਦੇ ਹੋਏ ਨਹੀਂ ਕੰਮ ਕਰਦੇ। ਉਹ ਸਿਰਫ ਇੱਕ ਆਪਦੀ ਪਤੀ ਪ੍ਰਤੀ ਭਗਤੀ ਨੂੰ ਧਿਆਨ 'ਚ ਰੱਖਦੇ ਵੀ ਮੈਂ ਇਸ ਇਲਾਕੇ ਨੂੰ ਆਪਦੇ ਘਰ ਵਾਂਗੂ ਸਵਾਰਨਾ ਨਹੀਂ। ਪਰ ਅਸਲ ਦੇ ਵਿੱਚ ਮੈਂ ਤੁਹਾਡੇ, ਤੁਸੀਂ ਆਪਣੀ ਗੱਲ ਕੰਟੀਨਿਊ ਕਰੋ, ਪਰ ਅਸਲ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਫਲ ਤਾਂ ਹੀ ਹੋਣਗੀਆਂ ਨਾ ਜੇ ਵੋਟ ਦੀ ਗੱਲ ਕਰਾਂਗੇ ਜਾਂ ਵੋਟ ਦੀ ਰਾਜਨੀਤੀ ਕਰਾਂਗੇ। ਉਹ ਕਹਿੰਦੇ ਆ ਅਸੀਂ ਖੁਦ ਇਸ ਚੀਜ਼ ਤੇ ਲੜਦੇ ਹਾਂ, ਪਰ ਉਹਨਾਂ ਦੇ ਸਮਾਜ 'ਚ ਕੀ ਹੁੰਦਾ ਹੈ ਵੀ ਜਦੋਂ ਵੀ ਮੈਂ ਕੁਝ ਕਰ ਸਕਦੀ ਹਾਂ, ਕੁਝ ਵੱਡਾ ਕਰ ਜਾਂ, ਛੋਟੀਆਂ ਚੀਜ਼ਾਂ ਤਾਂ ਹੁੰਦੀਆਂ ਰਹਿਣਗੀਆਂ। ਕੋਈ ਕਾਮ ਐਮਐਲਏ ਵੀ ਆ ਗਿਆ ਹਲਕੇ ਦਾ, ਗਲੀਆਂ ਨਾਲੀਆਂ ਤਾਂ ਉਹ ਬਣਾਉਂਦਾ ਹੀ ਰਹੂਗਾ, ਖੜਵੰਜੇ ਤਾਂ ਉਹ ਲਵਾਉਂਦਾ ਹੀ ਰਹੂਗਾ ਵੀ ਜੇ ਮੈਂ ਅੱਜ ਇਸ ਅਹੁਦੇ ਤੇ ਪਹੁੰਚੀ ਹਾਂ ਤਾਂ ਮੈਂ ਕੁਝ ਵੱਡਾ ਕਰ ਜਾਂ। ਅਸੀਂ ਉਹਨਾਂ ਨੂੰ ਇਹੀ ਲੜਦੇ ਹਾਂ ਵੀ ਜੀ ਉਹਦਾ ਮੁੱਲ ਨਹੀਂ ਪੈਂਦਾ ਵੱਡੇ ਬਣਾਏ ਪੁਲਾਂ ਦਾ, ਕਾਲਜਾਂ ਦਾ। ਅੱਜ ਹੁਣ ਤੁਸੀਂ ਦੇਖੋ ਬਾਈ ਕੋਈ ਵੀ ਵੱਡਾ ਪ੍ਰੋਜੈਕਟ ਚੱਕ ਕੇ ਦੇਖ ਲਓ ਯਾਰ, ਲਹਿਰੇ 'ਚ ਬੀਬੀ ਭੱਠਲ ਦੇ ਬਣਾਇਆ ਵਾ ਪਰ ਉਹਦਾ ਮੁੱਲ ਨਹੀਂ ਹੈ। ਤੇ ਉਹੀ ਟ੍ਰਿਕ ਜਿਹੜੇ ਢੀਂਡਸਾ ਸਾਹਿਬ ਨੇ ਖੇਡਿਆ, ਇਹ ਮੌਕੇ ਤੇ ਆਏ, ਵਿੱਤ ਮੰਤਰੀ ਸੀ, ਇਹਨਾਂ ਨੇ ਛੋਟੇ ਛੋਟੇ ਪੈਸੇ ਵੰਡਣੇ ਸ਼ੁਰੂ ਕਰਤੇ ਵੀ ਕਿਸੇ ਦੀ ਗਲੀ ਲਾਤੀ, ਕਿਸੇ ਦੀ ਨਾਲੀ ਲਾਤੀ। ਜੋ ਕੰਮ ਪਿੰਡ ਦਾ ਸਰਪੰਚ ਕਰਦਾ ਹੈ ਉਹ ਵਿੱਤ ਮੰਤਰੀ ਨੇ ਕਰਿਆ, ਠੀਕ ਹੈ ਨਾ। ਜਿਹੜਾ ਪੈਸਾ ਬੀਬੀ ਭੱਠਲ 100 ਕਰੋੜ ਦੇ ਇੱਕ ਪ੍ਰੋਜੈਕਟ ਤੇ ਵੱਡੇ ਪ੍ਰੋਜੈਕਟ ਲੈ ਕੇ ਆਉਂਦੇ ਸੀ, ਉਹ ਜਦੋਂ 100 ਕਰੋੜ 20,000 ਕਰਕੇ ਵੰਡਿਆ ਜਾਊਗਾ ਉਹ ਤਾਂ ਸਾਰੇ ਹਲਕੇ ਦੀ ਜੇਬਾਂ 'ਚ ਵਗ ਜਾਊਗਾ। ਇਹਨਾਂ ਨੇ ਉਹ ਨਿੱਜੀ ਤੌਰ ਤੇ ਉਨੀਆਂ ਚਰਚਾਵਾਂ ਜ਼ਿਆਦਾ ਹੋਣਗੀਆਂ, ਉਹਦੀਆਂ ਚਰਚਾਵਾਂ ਹੋ ਗਈਆਂ। ਲੋਕਾਂ ਨੇ ਕਿਹਾ ਬਾਈ ਮੇਰਾ ਖੜਵੰਜਾ ਲੱਗਿਆ, ਮੈਂ ਤੁਹਾਡੇ ਪੁਲ ਤੋਂ ਕੀ ਲੈਣਾ, ਮੇਰੀ ਨਾਲੀ ਬਣਾਤੀ, ਮੈਂ ਹਸਪਤਾਲ ਤੋਂ ਕੀ ਲੈਣਾ। ਉਹ ਮੌਕੇ ਤੇ ਥੋੜਾ ਜਿਹਾ ਜਿਵੇਂ ਦੱਸੇ ਭੋਲੇ ਲੋਕ ਨੇ, ਉਹ ਗੱਲਾਂ 'ਚ ਆ ਗਏ ਵੀ ਵਾਹ ਵੀ ਵਾਹ ਬੜਾ ਕੰਮ ਕਰਿਆ ਜੀ ਇਹਨੇ, ਬੜਾ ਕੰਮ ਕਰਿਆ। ਪਰ ਉਹਨੂੰ ਵੀ ਜਦੋਂ ਆ ਕੇ ਅਸੀਂ ਕੰਪੇਨ ਦੇ ਵਿੱਚ ਲੋਕਾਂ ਨੂੰ ਸੱਚ ਦਿਖਾਇਆ, ਲੋਕ ਸਮਝ ਗਏ। ਤਾਂ ਹੀ ਤੁਸੀਂ ਜਿਹੜਾ ਕਿਹਾ ਸਾਡੀਆਂ ਰੈਲੀਆਂ, ਸਾਡੇ ਰੋਡ ਸ਼ੋਅ, ਮਤਲਬ ਅੱਜ ਤੱਕ ਜ਼ਿੰਦਗੀ 'ਚ ਕਦੇ ਐਡੇ ਵੱਡੇ ਨਹੀਂ ਹੋਏ, ਐਡੀ ਵੱਡੀ ਗਿਣਤੀ 'ਚ ਕਦੇ ਕਾਲੀ ਨਹੀਂ ਸਾਨੂੰ ਆ ਕੇ ਜੁੜੇ, ਜਿਹੜੇ ਮਾਹੌਲ ਬਣ ਗਿਆ ਸੀ, ਹੈ ਨਾ। ਪਰ ਉਹ ਉਦੋਂ ਬਾਅਦ ਮੌਕੇ ਤੇ ਜਿਹੜਾ ਡੇਰਾ ਫੈਕਟਰ ਹੋ ਗਿਆ ਨਾ, ਉਹਦਾ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ। ਤੁਸੀਂ ਦੇਖੋ ਸਾਡੇ ਡੇਰਾ ਦੀ ਜੀ 26-27 ਹਜ਼ਾਰ ਵੋਟ ਹੈ ਜੀ, ਤੇ ਜਿਹੜੀ ਹਮੇਸ਼ਾ ਹੀ ਕਾਂਗਰਸ ਦੀ ਵੋਟ ਰਹੀ ਹੈ, ਪੈਟ ਕਾਂਗਰਸ ਨਾਲ, ਕਿਉਂਕਿ ਗਰੀਬ ਹਮੇਸ਼ਾ ਕਾਂਗਰਸ ਦੇ ਨਾਲ ਖੜਾ ਹੈ ਤੇ ਕਾਂਗਰਸ ਵੀ ਹਮੇਸ਼ਾ ਗਰੀਬ ਦੇ ਨਾਲ ਖੜੀ ਹੈ। ਸੋ ਉਹ ਜਿਹੜੀ 25-26 ਹਜ਼ਾਰ ਵੋਟ ਇੱਕਦਮ ਪਲਟ ਗਈ, ਉਹ 50 ਹਜ਼ਾਰ ਦਾ ਗੈਪ ਪੈ ਗਿਆ। ਬਿਲਕੁਲ ਉਹ 50 ਹਜ਼ਾਰ ਦੇ ਗੈਪ ਨੂੰ 2 ਦਿਨਾਂ 'ਚ ਕਵਰ ਨਹੀਂ ਕਰਿਆ ਗਿਆ। ਸੋ ਉਹਦੇ ਕਰਕੇ ਨਹੀਂ, ਅਸੀਂ ਤਾਂ 15-20 ਹਜ਼ਾਰ ਤੇ ਜਿੱਤਦੇ ਜਿਸ ਤਰੀਕੇ ਨਾਲ ਲੋਕਾਂ 'ਚ ਮਾਹੌਲ ਪੈ ਗਿਆ ਸੀ। ਹੁਣ ਵੀ ਬੀਬੀ ਜੀ ਦੀ ਇਹੀ ਸੋਚ ਹੈ ਵੀ ਨਹੀਂ ਮੈਂ ਜੇ ਕੁਝ ਵੱਡਾ ਕਰ ਜਾਂ, ਕੁਝ ਵੱਡਾ ਕਰ ਜਾਂ। ਹੁਣ ਵੀ ਲੋਕ ਆ ਕੇ ਕਹਿੰਦੇ ਬੀਬੀ ਇਹ ਪੈਸੇ ਤੂੰ ਕਰੋੜ 2-2 ਕਰੋੜ ਪ੍ਰੋਜੈਕਟਾਂ ਤੇ ਲਾਈ ਜਾਂਦੀ ਹੈ, 20-20 ਹਜ਼ਾਰ ਕਰਕੇ ਵੰਡਦੇ। ਬੀਬੀ ਕਹਿੰਦੇ ਉਹ ਕੋਈ ਵੀ ਕਰ ਸਕਦਾ, ਮੇਰਾ ਉਰੇ ਬੈਠੀ ਦਾ ਫਾਇਦਾ ਤਾਂ ਹੈ ਜੇ ਮੈਂ ਕੋਈ ਵੱਡੀ ਚੀਜ਼ ਲਿਆਵਾਂ। ਨਾ ਵਾਟ ਆਰ ਦਾ ਫਿਊਚਰ ਪਲੈਨਿੰਗਸ? ਬੀਬੀ ਰਜਿੰਦਰ ਕੌਰ ਭੱਠਲ ਹੋਰਾਂ ਦੇ, ਤੁਹਾਡੇ ਮਾਤਾ ਜੀ ਨੇ, ਤੁਹਾਡੀ ਮੰਮੀ ਨੇ, ਕੀ ਫਿਊਚਰ ਪਲੈਨਿੰਗਸ ਨੇ ਲਹਿਰੇ ਗਾਗੇ ਨੂੰ ਲੈ ਕੇ ਖਾਸ ਤੌਰ ਦੇ ਉੱਤੇ? ਕਿਉਂਕਿ ਤੁਹਾਡੀ ਮੇਰੇ ਖਿਆਲ 'ਚ ਜਿਹੜੀ ਰਾਜਨੀਤਿਕ ਕਰਮ ਭੂਮੀ ਉਹ ਤਾਂ ਲਹਿਰੇ ਗਾਗੇ ਹੀ ਰਹੇਗੀ। ਬਿਲਕੁਲ ਜੀ ਬਿਲਕੁਲ। ਬੀਬੀ ਰਜਿੰਦਰ ਕੌਰ ਭੱਠਲ ਇੱਥੋਂ ਚੋਣ ਲੜਨਗੇ ਜਾਂ ਜਿਹੜੀਆਂ ਉਹ ਚਰਚਾਵਾਂ ਚੱਲ ਰਹੀਆਂ ਨੇ ਕਿ ਹੋ ਸਕਦਾ ਹਲਕਾ ਬਦਲ ਕੇ ਮਾਨਸਾ ਜਾਣਾ ਪਵੇ, ਇਹ ਚਰਚਾ ਦੇ ਵਿੱਚ ਵੀ ਕੋਈ ਮਤਲਬ ਮੀਡੀਆ ਦੇ ਸਾਹਮਣੇ ਤੁਸੀਂ ਇਹ ਗੱਲ ਦੱਸ ਸਕਦੇ ਹੋ? ਦੇਖੋ ਇਹ ਚਰਚਾਵਾਂ ਤਾਂ ਨਾ ਜੀ ਅੱਜ ਦੀਆਂ ਨਹੀਂ, ਹਰ ਵਾਰੀ ਚੱਲਦੀਆਂ ਹੈਗੀਆਂ। ਅੱਛਾ, ਬਲਕਿ ਥੋੜਾ ਦੁੱਖ ਵੀ ਹੁੰਦਾ ਕਿਉਂਕਿ ਹਰ ਵਾਰ ਦੇਖੋ ਇੱਕ ਬਾਹਰਲਾ ਬੰਦਾ ਆਉਂਦਾ ਜੀ। ਤੁਸੀਂ ਮੇਰੀ ਜਦੋਂ ਸੁਰਤ ਤੋਂ ਮੈਂ ਦੇਖ ਰਿਹਾ, ਗਰਜਾ ਸਿੰਘ ਜੀ ਦੀ ਇਲੈਕਸ਼ਨ ਤੋਂ ਦੇਖ ਰਿਹਾ, ਤੁਸੀਂ ਲਿਸਟ ਚੱਕ ਕੇ ਦੇਖ ਲਓ, ਕਦੇ ਵੀ ਇੱਕ ਕੈਂਡੀਡੇਟ ਦੁਬਾਰਾ ਆ ਕੇ ਨਹੀਂ ਖੜਿਆ ਵੀ ਲੋਕਾਂ ਕੋਲੇ ਆ ਕੇ ਆਪਦਾ ਹਿਸਾਬ ਦਿੱਤਾ ਹੋਵੇ। ਬੀਬੀ ਜੀ ਤਾਂ ਬਾਰ-ਬਾਰ ਆ ਕੇ ਆਪਦਾ ਹਿਸਾਬ ਦਿੰਦੇ ਆ, ਪਹਿਲਾਂ ਗਰਜਾ ਸਿੰਘ ਜੀ, ਨਿਰੰਜਨ ਜੀ, ਫਿਰ ਚੰਦੂ ਮਾਜਰਾ ਜੀ, ਫਿਰ ਉਦੋਂ ਬਾਅਦ ਆਪਣਾ ਆਈ ਥਿੰਕ ਉਹਨਾਂ ਦੇ ਜਿਹੜੇ ਭਰਾ ਸੀਗੇ ਉਹ ਆਏ ਨੇ, ਫਿਰ ਉਦੋਂ ਬਾਅਦ ਢੀਂਡਸਾ ਜੀ ਆ ਗਏ, ਹੁਣ ਐਤਕੀ ਲੌਂਗੋਵਾਲ ਜੀ ਆ ਗਏ। ਮਤਲਬ ਲਗਾਤਾਰ ਕੈਂਡੀਡੇਟ ਬਦਲਦਾ ਜਾ ਰਿਹਾ ਹੈ ਕਿਉਂਕਿ ਕਹਿਣੀ ਤੇ ਕਰਨੀ ਬਹੁਤ ਔਖੀ ਹੈ, ਠੀਕ ਹੈ ਨਾ। ਤੇ ਹਰ ਵਾਰੀ ਇੱਕ ਬਾਹਰਲਾ ਬੰਦਾ ਆਉਂਦਾ ਆ ਕੇ ਕਹਿੰਦਾ ਬੀਬੀ ਮਾੜੀ ਹੈ, ਬੀਬੀ ਦੀ ਸੋਚ ਮਾੜੀ ਹੈ, ਬੀਬੀ ਦੇ ਕੰਮ ਮਾੜੇ ਹੈ ਤੇ ਬੀਬੀ ਦਾ ਹਲਕਾ ਛੱਡ ਕੇ ਭੱਜੂਗੀ ਜੀ। ਤੇ ਸਾਨੂੰ ਉਹਨਾਂ ਤੇ ਸਫਾਈਆਂ ਦੇਣੀਆਂ ਪੈ ਜਾਂਦੀਆਂ ਨਹੀਂ ਬੀਬੀ ਹਲਕਾ ਛੱਡ ਕੇ ਭੱਜਣਗੇ ਕਿ ਨਹੀਂ ਭੱਜਣਗੇ, ਲਹਿਰੇ ਗਾਗੇ ਰਹਿਣਗੇ ਜਾਂ ਚੋਣ ਕਿਤੋਂ ਹੋਰ ਲੜੀ? ਬੀਬੀ ਜੀ ਹਰ ਵਾਰੀ ਇਹ ਗੱਲ ਕਹਿੰਦੇ ਨੇ ਵੀ ਮੇਰਾ ਇਹ ਹਲਕਾ ਜਿਹੜਾ ਹੈਗਾ, ਮੈਨੂੰ ਮੇਰਾ ਪਤੀ ਇਹਨੂੰ ਹੱਥ ਫੜਾ ਕੇ ਗਿਆ, ਮੈਂ ਇਸ ਹਲਕੇ ਦੇ ਵਿੱਚ ਆਈ ਹਾਂ, ਮੈਂ ਇਸ ਹਲਕੇ ਤੋਂ ਬਾਹਰ ਨਹੀਂ ਜਾਊਂ, ਠੀਕ ਹੈ ਨਾ। ਹੁਣ ਵੀ ਉਹੀ ਗੱਲ ਕਹਿ ਰਹੇ ਨੇ। ਪਰ ਮਤਲਬ ਮੈਨੂੰ ਦੁੱਖ ਹੈ ਵੀ ਹਰ ਵਾਰੀ ਕਿੰਨੀ ਵਾਰੀ ਦਿਲ ਪਾੜ ਕੇ ਦਿਖਾਇਆ ਜਾਊਗਾ ਯਾਰ। ਫਿਰ ਤਾਂ ਕਈ ਵਾਰੀ ਇਹ ਹੋ ਜਾਂਦਾ ਵੀ ਯਾਰ ਵਿਸ਼ਵਾਸ ਹੀ ਨਹੀਂ ਹੈਗਾ ਜੇ ਸਾਡੇ ਇਲਾਕੇ ਦਾ, ਫਿਰ ਤਾਂ ਯਾਰ ਖੱਟਿਆ ਹੀ ਕੀ ਹੈ ਹੁਣ ਤੱਕ। ਸਾਰੀ ਜ਼ਿੰਦਗੀ ਲਾਤੀ, ਆਪਦੇ ਪਰਿਵਾਰ ਦੀਆਂ ਜ਼ਿੰਦਗੀਆਂ ਇਸ ਤੇ ਲਾਤੀਆਂ, ਆਪਦਾ ਕਦੇ ਕੁਝ ਬਣਾਇਆ ਨਹੀਂ, ਠੀਕ ਹੈ ਨਾ। ਆਪਦੀ ਰਾਜਨੀਤਿਕ ਜ਼ਿੰਦਗੀ ਦੀ ਸੇਵਾ ਲਾਤੀ ਵੀ ਕਿਸ ਚੀਜ਼ ਲਈ, ਫॉर व्हाट? ਨਹੀਂ ਬਣਾਇਆ ਕਿਉਂ ਨਹੀਂ ਰਾਹੁਲ ਭਾਜੀ, ਕਿਉਂ ਨਹੀਂ ਬਣਾਇਆ? ਇੱਕ ਵਾਰੀ ਤਾਂ ਮਤਲਬ ਡਿਪਟੀ ਸੀਐਮ ਔਰ ਕਿੰਨੀ ਵਾਰ ਵਜ਼ਾਰਤ ਦੇਖ ਲਈ,
ਔਰ ਬੀਬੀ ਤੇ ਉਦੋਂ ਜਦੋਂ ਚੰਡੀਗੜ੍ਹ ਵਾਲੀ ਕੋਠੀ ਵਿਹਲੀ ਨਹੀਂ ਹੋ ਰਹੀ ਸੀ, ਬੜੀਆਂ ਚਰਚਾਵਾਂ ਚੱਲੀਆਂ ਉਦੋਂ, ਬੜੇ ਵੱਡੇ ਮਤਲਬ ਆਰਟੀਕਲ ਲਿਖੇ ਗਏ, ਅਸੀਂ ਸਾਰਿਆਂ ਨੇ ਆਪ ਜਿਹੜੀਆਂ ਰਿਪੋਰਟਾਂ ਕੀਤੀਆਂ ਬਤੌਰ ਪੱਤਰਕਾਰ। ਤੇ ਕੋਠੀ ਨਾ ਛੱਡਣ ਪਿੱਛੇ ਕੀ ਜਿੱਦ ਸੀਗੀ ਉਹ? ਜੀ ਕੋਠੀ ਨਾ ਛੱਡਣ ਪਿੱਛੇ ਜ਼ਿੱਦ ਕੋਈ ਨਹੀਂ ਸੀ। ਕੋਠੀ ਨਾ ਛੱਡਣ ਪਿੱਛੇ ਇਹ ਕਾਰਨ ਸੀ ਵੀ ਸਾਡੇ ਕੋਲੇ ਜਾ ਕੇ ਬੈਠਣ ਨੂੰ ਕੋਈ ਥਾਂ ਹੀ ਨਹੀਂ ਸੀ। ਅਸੀਂ ਸੜਕ ਤੇ ਆ ਜਾਣਾ ਸੀ। ਬੀਬੀ ਭੱਠਲ ਨੂੰ ਸਾਨੂੰ ਇਹ ਸੀ ਵੀ ਯਾਰ ਸੜਕ ਤੇ ਬੈਠੇ ਚੰਗੇ ਲੱਗਣਗੇ। ਇੱਕ ਦੇਸ਼ ਦੀ ਆਪਣਾ ਸਟੇਟ ਦੀ ਮੁੱਖ ਮੰਤਰੀ ਰਹੀ ਹੈ, ਉਹਦੇ ਕੋਲੇ ਥਾਂ ਹੀ ਨਹੀਂ। ਕਿਉਂਕਿ ਬੀਬੀ ਭੱਠਲ ਇੱਕ ਦੇਸ਼ ਭਗਤ ਪਰਿਵਾਰ ਚੋਂ ਆਉਂਦੇ ਆ। ਮੇਰੇ ਨਾਨਾ ਜੀ ਉਹਨਾਂ ਦੀ ਵਿਚਾਰਧਾਰਾ, ਗੱਲਾਂ ਸੁਣ ਕੇ, ਕਹਾਣੀਆਂ ਸੁਣ ਕੇ ਬੀਬੀ ਜੀ ਵੱਡੇ ਹੋਏ। ਜਿਵੇਂ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਅਸੀਂ ਵੱਡੇ ਹੋਏ ਹਾਂ, ਤਾਂ ਉਸੇ ਆਪਦੇ ਮਾਂ-ਬਾਪ ਵਰਗਾ ਬੰਦਾ ਬਣਨਾ ਚਾਹੁੰਦਾ। ਨਹੀਂ, ਇਹ ਤਾਂ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਇੱਕ ਸਾਬਕਾ ਮੁੱਖ ਮੰਤਰੀ ਕੋਲ ਜੇ ਸਰਕਾਰੀ ਰਾਜ ਛੱਡ ਦਿੰਦੇ ਨੇ, ਆਪਣਾ ਘਰ ਤੱਕ ਨਹੀਂ ਹੈ ਜਾਣ ਵਾਸਤੇ। ਬਿਲਕੁਲ ਫੈਕਟ ਹੈ ਜੀ। ਬੀਬੀ ਭੱਠਲ ਕੋਲੇ ਚੰਡੀਗੜ੍ਹ ਜਾਂ ਕਿਸੇ ਵੀ ਸ਼ਹਿਰ ਦੇ ਵਿੱਚ ਕੋਈ ਵੱਡੀ ਕੋਠੀ ਨਹੀਂ। ਆਪਦੀ ਜ਼ਿੰਦਗੀ ਦੇ ਵਿੱਚ ਜਿਹੜੇ ਘਰ 'ਚੋਂ ਵਿਆਹ ਕੇ ਆਏ ਸੀ ਸਾਡੀ ਮੰਡੀ ਵਾਲੇ, ਉਹੀ ਘਰ ਦੇ ਵਿੱਚ ਹੀ ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕਰਤੀ। ਇੱਕ ਨਵਾਂ ਇੱਟ ਨਹੀਂ ਬਣਾ ਸਕੇ, ਇੱਕ ਨਵਾਂ ਘਰ ਨਹੀਂ ਬਣਾ ਸਕੇ ਉਹ। ਹਾਲਾਂਕਿ ਮੈਂ ਇੱਕ ਕਾਰੋਬਾਰੀ ਹਾਂ ਜੀ, ਮੈਂ ਇੱਕ ਬਿਜ਼ਨਸਮੈਨ ਹਾਂ। ਮੈਂ ਇਸੇ ਲਈ ਬੀਬੀ ਜੀ ਨੂੰ ਕਿਹਾ, ਮੈਂ ਜੀ ਵੀ ਮੈਂ ਪੋਲੀਟਿਕਸ 'ਚ ਉਦੋਂ ਆਊਂਗਾ ਜਿੱਦੇ ਮੇਰਾ ਕਾਰੋਬਾਰ ਸਫਲ ਹੋ ਗਿਆ। ਕਿਉਂਕਿ ਮੈਂ ਪੋਲੀਟਿਕਸ ਤੇ ਆਪਦਾ ਘਰ ਦੀ ਰੋਟੀ ਨਹੀਂ ਰੱਖ ਸਕਦਾ, ਪੋਲੀਟਿਕਸ ਮੈਂ ਸੇਵਾ ਭਾਵਨਾ 'ਚ ਕਰ ਸਕਦਾ। ਮੈਂ ਆਪਦੇ ਕਾਰੋਬਾਰ 'ਚ ਇੱਕ ਛੋਟਾ ਜਿਹਾ ਕਾਰੋਬਾਰੀ ਹੋਣ ਦੇ ਬਾਵਜੂਦ ਮੈਂ ਆਪਦਾ ਆਹ ਫਾਰਮ ਜਿੱਥੇ ਆਪਾਂ ਹੁਣ ਬੈਠੇ ਹਾਂ ਇਹ ਬਣਾਇਆ। ਆਪਦਾ ਇੱਕ ਲੋਨ ਲੈ ਕੇ ਮੈਂ ਪਟਿਆਲੇ ਆਪਦਾ ਘਰ ਬਣਾਇਆ, ਸਾਰਾ ਵਾਈਟ ਆਪਦੇ ਕਾਰੋਬਾਰ ਦੇ ਪੈਸੇ 'ਚੋਂ ਬਣਾਇਆ। ਭਾਵੇਂ ਲੋਨ ਤੇ ਕੋਈ ਗੱਲ ਨਹੀਂ, ਹੌਲੀ ਹੌਲੀ ਕਿਸ਼ਤਾਂ ਭਰੀਆਂ ਜਾਣਗੀਆਂ, ਪਰ ਮੈਂ ਇੱਕ ਕਾਰੋਬਾਰੀ ਹੋਣ ਦੇ ਨਾਤੇ ਆਪਦੇ ਬੱਚਿਆਂ ਲਈ ਇਹ ਬਣਾਤਾ। ਬੀਬੀ ਭੱਠਲ ਐਡੇ ਅਹੁਦਿਆਂ ਤੇ ਰਹਿ ਗਏ, ਉਹ ਸਾਨੂੰ ਇੱਕ ਚੀਜ਼ ਨਹੀਂ ਬਣਾ ਕੇ ਦੇ ਸਕੇ। ਕੋਈ ਘਰ ਨਹੀਂ ਬਣਾਇਆ ਬੀਬੀ, ਕੋਈ ਘਰ ਨਹੀਂ ਬਣਾਇਆ। ਜਿਹੜਾ ਪਹਿਲਾਂ ਸਹੁਰੇ ਪਰਿਵਾਰ ਦਾ ਮਿਲ ਗਿਆ ਉਹੀ ਹੈ। ਮੈਂ ਚੈਲੰਜ ਕਰਕੇ ਕਹਿਣਾ ਵੀ ਕੋਈ ਬੰਦਾ ਇੱਕ ਚੀਜ਼ ਸਾਬਤ ਕਰ ਦੇ ਵੀ ਬੀਬੀ ਭੱਠਲ ਦੇ ਨਾਮ ਤੇ ਇੱਥੇ ਇੱਕ ਟੁੱਕ ਵੀ ਹੈ, ਸਾਰੀ ਉਮਰ ਲਈ ਦੇਣਦਾਰ ਹੋਵਾਂ। ਤੁਸੀਂ ਚੋਣ ਕਿੱਥੋਂ ਲੜਨੀ ਹੈ? ਮੇਰਾ ਜੀ ਹਲੇ ਕੁਝ ਨਹੀਂ ਹੈ, ਮੈਂ ਤਾਂ ਸੇਵਾ ਦੇ ਵਿੱਚ ਲੱਗਿਆ। ਨਹੀਂ, ਆ ਤਾਂ ਗਏ ਹੋ ਨਾ ਹੁਣ। ਮੈਂ ਉਹੀ ਸਰਗਰਮ ਪੋਲਿਟਿਕਸ ਦੀ ਆਪਾਂ ਜਦੋਂ ਗੱਲ ਕੀਤੀ ਸੀ, ਤਾਂ ਰਾਹੁਲਿੰਦਰ ਸਿੱਧੂ ਹੋਰੀ ਸਰਗਰਮ ਤੌਰ ਦੇ ਉੱਤੇ ਹਲਕੇ ਦੇ ਵਿੱਚ ਵਿਚਰ ਰਿਹਾ ਹੈ। ਜਦੋਂ ਬੀਬੀ ਰਜਿੰਦਰ ਕੌਰ ਭੱਠਲ ਹੋਰੀ ਇੱਥੇ ਨਹੀਂ ਹੁੰਦੇ ਤਾਂ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਤੁਹਾਡੇ ਰੂਪ ਦੇ ਵਿੱਚ ਹੋ ਰਹੀ ਹੁੰਦੀ ਹੈ। ਤੇ ਤੁਸੀਂ ਵੀ ਤਾਂ ਚੋਣ ਲੜਨ ਦਾ ਮਨ ਬਣਾਇਆ ਹੋਊਗਾ, ਤੁਸੀਂ ਕਿੱਥੋਂ ਚੋਣ ਲੜਨ ਦੀ ਤਿਆਰੀ ਕਰ ਰਹੇ? ਦੇਖੋ ਜੀ, ਇਕੱਲਾ ਲੋਕਾਂ ਦੀ ਸੇਵਾ ਚੋਣ ਲੜ ਕੇ ਨਹੀਂ ਕਰੀ ਜਾਂਦੀ। ਹਾਂ ਠੀਕ ਹੈ, ਪਾਰਟੀ ਕਿਤੇ ਜ਼ਿੰਮੇਵਾਰੀ ਲਾਊਗੀ, ਪਾਰਟੀ ਨੂੰ ਲੱਗੂਗਾ ਤੁਸੀਂ ਰਿਪਰੈਜ਼ੈਂਟੇਸ਼ਨ ਕਰੋ ਤਾਂ ਜ਼ਰੂਰ ਕਰਾਂਗੇ, ਪਰ ਅਦਰਵਾਈਜ਼ ਜਿਹੜੀ ਲੋਕਾਂ ਦੀ, ਮੈਨੂੰ ਇਹ ਲੱਗਦਾ ਹੈ ਵੀ ਮੇਰਾ ਇੱਕ ਅਖਲਾਕੀ ਹੱਕ ਹੈ, ਜ਼ਿੰਮੇਵਾਰੀ ਹੈ ਵੀ ਬੀਬੀ ਭੱਠਲ ਜਦੋਂ ਪੰਜਾਬ ਦੀ ਸੇਵਾ ਕਰ ਰਹੇ ਨੇ, ਪੰਜਾਬ ਦੀ ਲੜਾਈ ਲੜ ਰਿਹਾ, ਤਾਂ ਲਹਿਰਾ ਨੈਗਲੈਕਟ ਨਾ ਹੋਵੇ। ਲਹਿਰੇ ਦੀ ਸੇਵਾ ਮੈਂ ਕਰਾਂ, ਬੀਬੀ ਭੱਠਲ ਨੂੰ ਅਸਿਸਟ ਕਰਾਂ ਉਹਨਾਂ ਨੂੰ। ਸੋ ਇਹ ਸਿਰਫ ਮਜਬੂਰੀ ਇਹ ਸੀ। ਪਹਿਲਾਂ ਜਿਵੇਂ ਮੈਂ ਦੱਸਿਆ ਕਾਰੋਬਾਰ ਕਰਕੇ, ਹੋਰ ਚੀਜ਼ਾਂ ਕਰਕੇ ਮੈਨੂੰ ਉਧਰ ਧਿਆਨ ਦੇਣਾ ਪੈਂਦਾ ਸੀ। ਹੁਣ ਥੈਂਕਫੁਲੀ ਆ ਕਰੋਨਾ ਤੋਂ ਬਾਅਦ ਜਿਹੜਾ ਸਾਰਾ ਕਾਰੋਬਾਰ ਨਾ ਆਨਲਾਈਨ ਹੋ ਗਿਆ, ਆਪਾਂ ਵੀਡੀਓ ਕਾਨਫਰੰਸਾਂ ਰਾਹੀਂ ਕਰਦੇ ਹਾਂ, ਤਾਂ ਇਸ ਲਈ ਮੈਂ ਆਪਦਾ ਸਾਰਾ ਟੱਬਰ ਪਰਿਵਾਰ ਲੈ ਕੇ ਤਕਰੀਬਨ ਸਾਲ ਹੋ ਗਿਆ ਇੱਥੇ ਸ਼ਿਫਟ ਕਰ ਗਿਆ। ਕਾਰੋਬਾਰ ਮੈਂ ਉਰੋਂ ਸਵੇਰੇ ਨਿਬੇੜ ਲੈਂਦਾ। ਮੈਂ 4 ਵਜੇ ਉੱਠਦਾ ਜੀ ਰੋਜ਼ ਸਵੇਰੇ, ਤੇ 6 ਵਜੇ ਤੋਂ ਮੈਂ ਆਪਦੀਆਂ ਰਾਤ ਦੀਆਂ ਰਿਪੋਰਟਾਂ ਆਈਆਂ ਹੁੰਦੀਆਂ ਉਹ ਸਾਰੀਆਂ ਦੇਖ ਕੇ 10-11 ਵਜੇ ਤੱਕ ਮੈਂ ਆਪਦੇ ਕਾਰੋਬਾਰ ਦਾ ਕੰਮ ਸਾਰਾ ਨਿਬੇੜ ਦਿੰਦਾ। ਸੋ ਉਦੋਂ ਬਾਅਦ ਲੋਕਾਂ ਦੀ ਸੇਵਾ 'ਚ ਲੱਗ ਜਾਂਦਾ। ਸੋ ਇਸ ਲਈ ਮੈਂ ਹੁਣ ਉਰੇ ਤੁਹਾਨੂੰ ਥੋੜਾ ਜਿਹਾ ਲੱਗਦਾ ਵੀ ਜ਼ਿਆਦਾ ਹੋ ਗਿਆ, ਅਦਰਵਾਈਜ਼ ਕੰਮ ਤਾਂ ਮੈਂ ਬਹੁਤ ਦੇਰ ਤੋਂ ਕਰਦਾ ਆ ਰਿਹਾ। ਮੈਂ ਦੇਖੋ ਮੇਰੇ ਖਿਆਲ ਨਾਲ 15 ਸਾਲ ਦੀ ਉਮਰ 'ਚ ਮੈਂ ਪਹਿਲੀ ਸਪੀਚ ਦਿੱਤੀ ਸੀ ਜਦੋਂ ਬੀਬੀ ਭੱਠਲ ਦੀ ਉਰੇ ਕੈਂਪੇਨ ਮੈਂ ਸਾਂਭੀ ਸੀ। ਉਦੋਂ ਮੈਂ ਬੱਚਾ ਸੀ। ਸਾਡੇ ਇੱਕ ਲక్ష్ਮੀ ਦੱਤਾ ਜੀ ਆਏ ਸੀ ਜੰਮੂ ਕਸ਼ਮੀਰ ਤੋਂ, ਕੈਂਪੇਨ ਇੰਚਾਰਜ ਸੀ ਜਦੋਂ ਬੀਬੀ ਜੀ ਸੀਐਮ ਸੀ, ਪਰ ਉਦੋਂ ਫੈਮਿਲੀ ਕਨਿਓ ਮੈਂ ਜਾਂਦਾ ਸੀ। ਸੋ ਮੈਂ ਤਾਂ ਉਦੋਂ ਤੋਂ ਹੀ ਲੱਗਿਆ ਵਾ ਲੋਕਾਂ ਦੇ ਕੰਮ ਕਰਨ, ਲੋਕਾਂ ਦੀ ਸੇਵਾ ਕਰਨ। ਬਟ ਹੁਣ ਉਰੇ ਆ ਕੇ ਆਪ ਬੈਠਾ। ਅੱਜ ਤੱਕ ਮੈਂ ਕਦੇ ਕੋਈ ਅਹੁਦਾ ਨਹੀਂ ਸੀ ਲਿੱਤਾ, ਠੀਕ ਹੈ ਜੀ, ਕਦੇ, ਕਿਉਂਕਿ ਸਾਡੀ ਇਹ ਸੋਚ ਨਹੀਂ ਰਹੀ। ਬੀਬੀ ਜੀ ਨੂੰ ਇਹ ਨਹੀਂ ਹੈ ਵੀ ਮੈਂ ਬਣ ਗਈ ਤਾਂ ਹੁਣ ਮੈਂ ਆਪਦਿਆਂ ਨੂੰ ਬਣਾ ਲਾਂ, ਠੀਕ ਹੈ ਨਾ। ਮੈਂ ਉਹਨਾਂ ਦਾ ਬੇਟਾ, ਮੇਰੇ ਕਈ ਅਸਿਸਟੈਂਟ ਜਾਂ ਮੇਰੇ ਜਿਹੜੇ ਨਾਲ ਦੇ ਭਰਾ ਸੀ ਜਿਹੜੇ ਮੇਰੇ ਨਾਲ ਕੰਮ ਕਰਦੇ ਸੀ, ਜਿਨ੍ਹਾਂ ਨੂੰ ਮੈਂ ਰਾਜਨੀਤੀ 'ਚ ਲੈ ਕੇ ਆਇਆ, ਉਹ ਅੱਜ ਕਈ ਵੱਡੇ ਅਹੁਦਿਆਂ ਤੇ ਚਲੇ ਗਏ। ਜਿਹੜੇ ਮੈਨੂੰ ਰਿਸੀਵ ਕਰਦੇ ਹੁੰਦੇ ਸੀ ਅੱਜ ਉਹ ਬਹੁਤ ਵੱਡੇ ਅਹੁਦਿਆਂ ਤੇ ਚਲੇ ਗਏ, ਤੇ ਮੈਨੂੰ ਬੜਾ ਮਾਣ ਹੁੰਦਾ ਉਹਨਾਂ ਨੂੰ ਕਹਿ ਕੇ ਵੀ ਹਾਂ ਯਾਰ ਮੇਰੇ ਭਰਾ ਨੇ, ਠੀਕ ਹੈ ਨਾ। ਪਰ ਮੈਂ ਅੱਜ ਤੱਕ ਕੋਈ ਅਹੁਦਾ ਨਹੀਂ ਲਿੱਤਾ, ਕਿਉਂਕਿ ਸਿਰਫ ਜਦੋਂ ਅਹੁਦਾ ਲਿੱਤਾ ਤਾਂ ਇਲੈਕਟਡ। ਮੈਨੂੰ ਇਹ ਸੀ ਵੀ ਕੋਈ ਇਹ ਨਾ ਕਹਦੇ ਵੀ ਆਪਦੀ ਮਾਂ ਕਰਕੇ ਬਣ ਗਿਆ, ਠੀਕ ਹੈ ਜੀ, ਠੀਕ ਹੈ, ਉਧਰੋਂ ਫਾਇਦਾ ਨਹੀਂ ਲੈਣ ਦੀ ਕੋਸ਼ਿਸ਼ ਕੀਤੀ ਵੀ ਜਦੋਂ ਬਣਨਾ ਤਾਂ ਇਲੈਕਟਡ ਬਣਨਾ। ਮੈਂ ਪਹਿਲਾਂ ਜੀ ਯੂਥ ਕਾਂਗਰਸ ਦਾ ਬੂਥ ਪ੍ਰਧਾਨ ਬਣਿਆ, ਇੱਕ ਛੋਟੇ ਜਿਹੇ ਬੂਥ ਦੀ ਸੇਵਾ ਕਰੀ, ਕਿਉਂਕਿ ਮੈਂ ਕਿਹਾ ਮੈਨੂੰ ਯਾਰ ਥੱਲੋਂ ਕੰਮ ਆਉਣਾ ਚਾਹੀਦਾ। ਕਿਉਂਕਿ ਬੀਬੀ ਭੱਠਲ ਅੱਜ ਇਸ ਲਈ ਕਾਮਯਾਬ ਨੇ, ਇਹਨਾਂ ਨੇ ਤੱਪੜ ਵੀ ਆਪ ਝਾੜ ਕੇ ਵਿਛਾਏ ਨੇ, ਦਰੀਆਂ ਤੇ ਪਿੰਡਾਂ 'ਚ ਜਾ ਇਕੱਠ ਵੀ ਬੱਸਾਂ ਤੇ ਜਾ ਆਪ ਕਰਿਆ, ਸਾਰਾ ਥੱਲੋਂ ਤੋਂ ਲੈ ਕੇ ਉੱਤੇ ਤੱਕ ਦਾ ਕੰਮ ਇਹਨਾਂ ਨੇ ਆਪ ਕਰਿਆ। ਹੁਣ ਵੀ ਉਹ ਮੈਨੂੰ ਇਹੀ ਕਹਿੰਦੇ ਹੁੰਦੇ, ਬੇਟਾ ਜਦੋਂ ਕੰਮ ਕਰਨਾ ਨਾ ਕੋਈ ਸਰਕਾਰੀ ਵੀ ਕਰਾਉਣਾ, ਕਹਿੰਦੇ ਮੈਂ ਕਲਰਕ ਤੋਂ ਸ਼ੁਰੂ ਕਰਦੀ ਸੀ ਫਾਈਲ ਲੈ ਕੇ, ਈਵਨ ਮੰਤਰੀ ਬਣ ਕੇ, ਤੇ ਮੈਨੂੰ ਵੀ ਉਹੀ ਸਿਖਾਉਂਦੇ ਆ ਵੀ ਤੂੰ ਫਾਈਲ ਲੈ ਕੇ ਕਲਰਕ ਤੋਂ ਸ਼ੁਰੂ ਕਰਨਾ, ਉੱਤੇ ਤੱਕ ਕਰਾ ਕੇ ਲੈ ਕੇ ਆਏਂਗੇ ਤਾਂ ਕੰਮ ਹੋਣਾ। ਸੋ ਮੈਂ ਜੀ ਬੂਥ ਪ੍ਰਧਾਨ ਬਣਿਆ। ਉਸ ਤੋਂ ਬਾਅਦ ਜਿੱਤ ਕੇ ਮੈਂ ਬਲਾਕ ਦਾ ਯੂਥ ਕਾਂਗਰਸ ਦਾ, ਫਿਰ ਅਸੈਂਬਲੀ ਦਾ, ਫਿਰ ਲੋਕ ਸਭਾ ਦਾ। ਆ ਲੋਕ ਸਭਾ ਤੋਂ ਬਾਅਦ ਮੇਰੀ ਏਜ ਓਵਰ ਹੋ ਗਈ ਹੈ, ਠੀਕ ਹੈ ਨਾ। ਸੋ ਮੈਂ ਆਪਦਾ ਬੈਠਾ। ਹੁਣ ਮੈਨੂੰ ਪਾਰਟੀ ਨੇ ਕਿਹਾ ਵੀ ਠੀਕ ਹੈ ਤੁਸੀਂ ਗੱਲਬਾਤ ਕਰ ਲੈਂਦੇ ਹੋ,
ਤਾਂ ਮੀਡੀਆ ਦੇ ਵਿੱਚ ਸਾਡਾ ਤੁਸੀਂ ਰਿਪਰੈਜ਼ੈਂਟੇਸ਼ਨ ਜਿਹੜੀ ਕਾਂਗਰਸ ਵੱਲੋਂ, ਹਾਂ ਮੈਨੂੰ ਮੀਡੀਆ ਪੈਨਲਿਸਟ ਉਹਨਾਂ ਨੇ ਬਣਾਇਆ। ਕਾਂਗਰਸ ਦਾ ਰਾਹੁਲ ਭਾਜੀ, ਕਾਂਗਰਸ ਬੜੇ ਹਲਚਲ ਵਾਲੇ ਦੌਰ 'ਚੋਂ ਚੱਲ ਰਹੀ ਹੈ ਪੰਜਾਬ ਦੀ। ਆਪਾਂ ਜਦੋਂ ਖਾਸ ਤੌਰ ਤੇ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਜਾਣਾ, ਇੱਕ ਪੂਰਾ ਦਿਨ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਰਹਿਣਾ ਕਿ ਕਦੇ ਸੁਖਜਿੰਦਰ ਰੰਧਾਵਾ ਹੋਰੀ ਬਣ ਗਏ, ਕਦੇ ਸੁਨੀਲ ਜਾਖੜ ਹੋਰੀ ਬਣ ਗਏ, ਪਰ ਅਲਟੀਮੇਟਲੀ ਚਰਨਜੀਤ ਸਿੰਘ ਚੰਨੀ ਇਸ ਵਕਤ ਪੰਜਾਬ ਦੇ ਮੁੱਖ ਮੰਤਰੀ ਨੇ, ਸਾਡੇ ਮਾਣਯੋਗ ਮੁੱਖ ਮੰਤਰੀ ਨੇ ਇਸ ਵਕਤ। ਕਾਂਗਰਸ ਦੀ ਇਹ ਹਲਚਲ ਜਿਹੜੀ ਹੈ ਉਹ ਕਾਂਗਰਸ ਦੇ ਗ੍ਰਾਫ ਨੂੰ ਅਪ ਕਰੇਗੀ, ਕਾਂਗਰਸ ਦੇ ਗ੍ਰਾਫ ਨੂੰ ਹੇਠਾਂ ਕਰੇਗੀ। ਬਹੁਤ ਚਰਚਾਵਾਂ ਚੱਲ ਰਹੀਆਂ ਨੇ। ਕੱਲ ਵੀ ਚੰਨੀ ਜੀ ਦਿੱਲੀ ਗਏ, ਰਸਤੇ 'ਚੋਂ ਵਾਪਸ ਹੋ ਕੇ ਅੱਜ ਫਿਰ ਦਿੱਲੀ ਨੇ ਚੰਨੀ ਜੀ, ਹੈ ਨਾ। ਮਤਲਬ ਕੈਬਨਿਟ ਵਿਸਥਾਰ ਨੂੰ ਲੈ ਕੇ ਐਡੀਆਂ ਲੰਬੀਆਂ ਮੀਟਿੰਗਾਂ, ਹਾਲਾਂਕਿ ਕੈਬਨਿਟ ਵਿਸਥਾਰ ਵਾਲਾ ਉਹ ਦੌਰ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ। ਕੱਲ ਸ਼ਾਮ 4:30 ਵਜੇ ਰਾਜਪਾਲ ਕੋਲੇ ਉਹਨਾਂ ਨੇ ਜਾਣਾ। ਪਰ ਇਹ ਹਲਚਲਾਂ ਕਾਂਗਰਸ ਦੀਆਂ ਪੰਜਾਬ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਕਰਨਗੀਆਂ, ਕਿੰਨਾ ਕੁ ਨੁਕਸਾਨ ਕਰਨਗੀਆਂ? ਦੇਖੋ ਜੀ, ਜਦੋਂ ਵੀ ਕੋਈ ਵੱਡੇ ਫੈਸਲੇ ਹੋਣੇ ਹੁੰਦੇ ਆ ਤਾਂ ਜ਼ਾਹਿਰ ਜੀ ਗੱਲ ਹੈ, ਹੈਕਟਿਕ ਸ਼ਡਿਊਲ, ਇੱਧਰ ਉੱਧਰ ਜਾਣਾ, ਸਾਰਿਆਂ ਨਾਲ ਗੱਲ ਕਰਨੀ, ਸਾਰਿਆਂ ਨਾਲ ਮੈਨੇਜ ਕਰਨਾ, ਇਹ ਚੀਜ਼ਾਂ ਹੁੰਦੀਆਂ ਨੇ। ਇਹ ਇਕੱਲੇ ਸਾਡੇ ਨਹੀਂ, ਹਰੇਕ ਥਾਂ ਤੇ ਹੁੰਦੀਆਂ। ਪਰ ਮੈਂ ਤਾਂ ਇਹ ਕਹਿਣਾ, ਤੁਸੀਂ ਇਹਦੇ ਅੰਦਰ ਇਹ ਪੋਜ਼ਿਟਿਵ ਦੇਖੋ ਵੀ ਸਾਡਾ ਜਿਹੜਾ ਮੁੱਖ ਮੰਤਰੀ ਹੈ ਕਿੰਨਾ ਐਨਰਜੈਟਿਕ ਮੁੱਖ ਮੰਤਰੀ ਹੈ। ਭੱਜਿਆ ਫਿਰਦਾ ਰਾਤ ਨੂੰ 2-2 ਵਜੇ ਤੱਕ, ਉਹਨਾਂ ਨੇ ਜਾ ਕੇ ਮਿਹਨਤ ਕਰੀ, ਪੂਰੀ ਰਾਤ ਉੱਥੋਂ ਦਿੱਲੀੋਂ ਮੀਟਿੰਗਾਂ ਕਰਕੇ ਰਾਤੋਂ ਰਾਤ ਉਰੇ ਆਏ, ਸਵੇਰੇ ਆ ਕੇ ਫੰਕਸ਼ਨ ਕਰਕੇ ਫਿਰ ਵਾਪਸ ਵਗ ਗਏ, ਇੱਧਰ ਵਗ ਗਏ, ਉੱਧਰ ਵਗ ਗਏ। ਸੋ ਇਜ਼ ਅ ਵੈਰੀ ਐਕਟਿਵ ਮੈਨ। ਤੇ ਪੰਜਾਬ ਨੂੰ ਇਸੇ ਤਰ੍ਹਾਂ ਨਾਲ ਜ਼ਰੂਰਤ ਹੈ ਵੀ ਅੱਜ ਜਿਹੜੀ ਸਾਡੀ ਰਾਜਨੀਤੀ ਹੈ ਜਾਂ ਸਾਡੀ ਜਿਹੜੀ ਲੀਡਰਸ਼ਿਪ ਹੈ, ਉਹ ਡਰਾਇੰਗ ਰੂਮਾਂ 'ਚ ਕਮਰਿਆਂ 'ਚ ਬੈਠ ਕੇ ਨਹੀਂ, ਉਹ ਪੰਜਾਬ ਦੀ ਗਲੀਆਂ ਦੇ ਵਿੱਚ ਉਤਰ ਕੇ, ਲੋਕਾਂ ਦੇ ਸੜਕਾਂ ਦੇ ਵਿੱਚ ਉਤਰ ਕੇ ਕੰਮ ਕਰੇ। ਅਸੀਂ ਇੱਥੇ ਕੰਪੇਨ ਚਲਾਈ ਹੋਈ ਹੈ ਜੀ। ਇਟ ਮੀਨਸ ਤੁਹਾਡੀ ਗੱਲ ਵਿਚਾਲੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਟ ਮੀਨਸ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਸਿਲਸਿਲੇ ਦੇ ਵਿੱਚ ਕਿਤੇ ਕੋਈ ਲੈਪ ਸੀਗਾ, ਕੋਈ ਇਦਾਂ ਦੀ ਗੱਲ ਸੀਗੀ ਕਿ ਡਰਾਇੰਗ ਰੂਮ ਸੀਐਮਸ਼ਿਪ ਚੱਲ ਰਹੀ ਸੀਗੀ? ਨਹੀਂ, ਦੇਖੋ ਗੱਲ ਇਹ ਹੈ ਜੀ, ਹਰੇਕ ਦਾ ਅਲੱਗ-ਅਲੱਗ ਕੰਮ ਕਰਨ ਦਾ ਤਰੀਕਾ ਹੁੰਦਾ ਤੇ ਹਰ ਸਮੇਂ ਤੇ ਅਲੱਗ-ਅਲੱਗ ਜ਼ਰੂਰਤ ਹੁੰਦੀ ਹੈ। ਅੱਜ ਇਸ ਲਈ ਜ਼ਰੂਰਤ ਹੈ ਕਿਉਂਕਿ ਸਮਾਂ ਥੋੜਾ ਰਹਿ ਚੁੱਕਿਆ, ਠੀਕ ਹੈ ਨਾ। ਮੇਬੀ ਜੇ 5 ਸਾਲ ਹੁੰਦੇ ਤਾਂ ਸ਼ਾਇਦ ਥੋੜਾ ਜਿਹਾ ਸਲੋ ਹੋ ਕੇ ਆਰਾਮ ਨਾਲ ਬੈਠ ਕੇ ਸੋਚ ਸਮਝ ਕੇ ਕਰਨ ਦਾ ਤਰੀਕਾ ਸ਼ਾਇਦ ਬੈਟਰ ਹੁੰਦਾ, ਜਿਵੇਂ ਤੁਸੀਂ ਕਹਿੰਦੇ ਹੋ ਕੈਪਟਨ ਸਾਹਿਬ ਨੇ ਪਹਿਲਾਂ ਕਰਿਆ। ਅੱਜ ਕਿਉਂਕਿ ਮੌਕੇ ਤੇ ਅਸੀਂ ਉਤਰੇ ਆ ਤਾਂ ਅੱਜ ਸਾਡਾ ਵਰਕਿੰਗ ਸਟਾਈਲ ਟੋਟਲੀ ਡਿਫਰੈਂਟ ਹੋਣਾ ਚਾਹੀਦਾ। ਸੋ ਅੱਜ ਸਾਡੇ ਕੋਲ ਇਹਨਾਂ ਟਾਈਮ ਨਹੀਂ ਵੀ ਅਸੀਂ ਬੈਠ ਕੇ ਸੋਚੀਏ, ਵਿਚਾਰ ਕਰੀਏ, ਫਿਰ ਕਰੀਏ। ਅੱਜ ਐਕਸ਼ਨ ਦਾ ਸਮਾਂ ਹੈ। ਸੋ ਉਸ ਲਈ ਇਹ ਬਿਲਕੁਲ ਪਰਫੈਕਟ ਆਪਣਾ ਚੋਣ ਹੈ ਜਿਹੜੀ, ਹਾਂ ਚੋਣ ਹੈ ਜਿਹੜੀ ਉਸ ਤੇ ਟੁਕਦੇ ਨੇ। ਸੋ ਇਹ ਅਸੀਂ ਜਿਵੇਂ ਮੈਂ ਦੱਸਿਆ ਇੱਥੇ ਵੀ ਅਸੀਂ ਕਰ ਰਹੇ ਹਾਂ ਜੀ। ਸਰਕਾਰ ਤੁਹਾਡੇ ਦੁਆਰਾ ਅਸੀਂ ਇੱਕ ਪ੍ਰੋਗਰਾਮ ਬਣਾਇਆ ਜਿਹਦੇ ਵਿੱਚ ਅਸੀਂ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਸਾਰੇ ਨੂੰ ਕੰਸਰਨਡ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਅਸੀਂ ਵਾਕ ਥਰੂ ਕਰਦੇ ਹਾਂ ਜੀ। ਪਿੱਛੇ ਜੇ ਮੈਂ ਲਹਿਰੇ ਦੇ ਵਿੱਚ ਵੀ ਕਰਕੇ ਹਟਿਆ ਵੀ ਚਲੋ ਯਾਰ ਆਪਾਂ ਸ਼ਹਿਰ ਦੇ ਵਿੱਚ ਲੋਕ ਆਪਣੇ ਕੋਲੇ ਆਉਣਗੇ, ਗੱਲਾਂ ਦੱਸਣਗੇ, ਉਹਦੀ ਬਜਾਏ ਆਪਾਂ ਚੱਲਦੇ ਹਾਂ ਯਾਰ। ਅਸੀਂ ਜਿੱਥੇ 4 ਬੰਦੇ ਖੜੇ ਹੁੰਦੇ ਉੱਥੇ ਜਾ ਕੇ ਖੜ ਜਾਂਦੇ ਹਾਂ ਵੀ ਦੱਸੋ ਯਾਰ ਕੀ ਕਰ ਸਕਦੇ ਹਾਂ, ਕੀ ਨਹੀਂ। ਨਾਲ ਪ੍ਰਸ਼ਾਸਨ ਸਾਹਮਣੇ ਹੁੰਦਾ ਤੇ ਜੇ ਕੋਈ ਕਮੀ ਹੁੰਦੀ ਹੈ ਲੋਕ ਉੱਥੇ ਜੁੱਤੀਆਂ ਮਾਰਦੇ ਆ, ਠੀਕ ਹੈ ਨਾ। ਉੱਥੇ ਫਿਰ ਅਸੀਂ ਕਮਿਟਮੈਂਟ ਇਹ ਕਰਾਈ ਦੀ ਹੈ ਵੀ ਤਰੀਕ ਦੱਸੋ ਜੀ, ਕਿੰਨੀ ਤਰੀਕ ਤੱਕ ਇਹ ਕੰਮ, ਕਦੋਂ ਤੱਕ ਟਾਈਮ ਬਾਉਂਡ ਹੱਲ ਹੋਣਗੇ ਮਸਲਿਆਂ ਦੇ। ਹਾਂ, ਮੈਨੂੰ ਮਤਲਬ ਜੇ ਪ੍ਰਸ਼ਾਸਨ ਵਾਲੇ ਕਹਿ ਰਹੇ ਵੀ ਬਾਈ ਜੀ 4 ਦਿਨਾਂ ਚ ਕਰਦਾ, ਮੈਂ ਕਹੂੰ ਜੀ 6 ਦਿੱਤੇ, ਬਾਈ ਜੀ 7ਵੇਂ ਦਿਨ ਮੈਨੂੰ ਕੌਣ ਫੋਨ ਕਰਕੇ ਦੱਸੂਗਾ ਹਾਂਜੀ ਤੁਸੀਂ ਲੋ ਵੀ ਇਹਨਾਂ ਦਾ ਨੰਬਰ ਨੋਟ ਕਰੋ, 7ਵੇਂ ਦਿਨ ਇਹਨਾਂ ਤੋਂ ਪੁੱਛੋ। ਜੇ ਨਹੀਂ ਹੁੰਦਾ ਤਾਂ ਨਾਲ ਦੀ ਨਾਲ ਐਕਸ਼ਨ। ਆ ਪਰਸੋਂ ਮੇਰੇ ਕੋਲ ਇੱਕ ਮੁੰਡੇ ਆਏ, ਕਹਿੰਦੇ ਜੀ ਸਾਡਾ ਪਾਰਕ ਦਾ ਇੱਕ ਬਾਥਰੂਮ ਦਾ ਕੋਈ ਕੰਮ ਖਿਲਾਉਣਾ ਸੀ, ਕੁਝ ਸੀਗੇ 1-2 ਕੰਮ, ਤੇ ਮੈਂ ਕਿਹਾ ਵੀ ਸਵੇਰੇ ਉਹਨਾਂ ਨੂੰ ਪੁੱਛਿਆ ਪ੍ਰਸ਼ਾਸਨ ਨੂੰ ਤੇ ਉਹ ਕਹਿੰਦੇ ਜੀ ਸਵੇਰੇ ਹੋ ਜਾਣਗੇ। ਅਗਲੇ ਦਿਨ ਹੋਏ ਨਹੀਂ ਉਹ ਮੇਰੇ ਕੋਲੇ ਮੁੰਡੇ, ਕੱਲ ਆ ਗਏ ਤੇ ਮੈਂ ਜਦ ਹੀ ਫੋਨ ਕਰਿਆ ਤੇ ਸ਼ਾਮ ਦਾ ਟਾਈਮ ਸੀਗਾ, ਉਹ ਕਹਿੰਦੇ ਜੀ ਮੀਂਹ ਪੈਂਦਾ ਰਿਹਾ ਪੂਰਾ ਦਿਨ ਪਰਸੋਂ, ਤਾਂ ਨਹੀਂ ਕਰ ਪਾਏ। ਮੈਂ ਕਿਹਾ ਹੁਣ ਦੱਸੋ ਕਿੰਨੀ ਦੇਰ ਚ? ਕਹਿੰਦੇ ਜੀ 5 ਮਿੰਟਾਂ ਚ ਹੋ ਜੂ। ਤੇ ਉਹ ਮੁੰਡਾ ਨੂੰ ਮੈਂ ਕਿਹਾ ਤੂੰ ਮੈਨੂੰ 15 ਮਿੰਟ ਬਾਅਦ ਫੋਨ ਕਰਨਾ ਹੈ ਜੇ ਹੋਇਆ ਨਹੀਂ। ਤੇ 15 ਮਿੰਟ ਬਾਅਦ ਉਹਨਾਂ ਨੇ ਫੋਨ ਕਰਕੇ ਮੈਨੂੰ ਕਹਿੰਦੇ ਬਈ ਬਹੁਤ ਧੰਨਵਾਦ, ਤੇ ਸਿੱਧੇ ਆਏ ਸੀ ਮੁੰਡੇ, ਕੋਈ ਲਿੰਕ ਨਹੀਂ, ਕੋਈ ਕੁਝ ਨਹੀਂ, ਸਿੱਧਾ ਮੇਰੇ ਕੋਲ ਆ ਗਏ। ਸੋ ਮੈਂ ਇਹੋ ਜਿਹਾ ਕੰਮ ਚਾਹੁੰਦਾ। ਮੈਂ ਤਾਂ ਚਾਹੁੰਦਾ ਵੀ ਮੇਰੇ ਇੰਨੇ ਕੁ ਜ਼ਿਆਦਾ ਸੋਰਸਿਸ ਪਿੰਡਾਂ ਦੇ ਵਿੱਚ ਬਣ ਜਾਣ, ਚੈਨਲ ਬਣ ਜਾਣ ਵੀ ਕਿਸੇ ਨੂੰ ਮੇਰੇ ਤੱਕ ਪਹੁੰਚ ਕਰਨ ਲਈ ਕਿਸੇ ਬੰਦੇ ਨੂੰ ਲੱਭਣ ਦੀ ਲੋੜ ਹੀ ਨਾ ਹੋਵੇ। ਸਿੱਧਾ ਅਗਲਾ ਮੇਰੇ ਤੱਕ ਪਹੁੰਚ ਕਰ ਸਕੇ, ਮੇਰੇ ਕੋਲ ਇਨਫੋਰਮੇਸ਼ਨ ਪਹੁੰਚ ਜੇ। ਕੰਮ ਕਰਨ ਨੂੰ ਮੈਂ ਸ਼ੇਰ ਹਾਂ, ਕਮੀ ਨਹੀਂ ਆਉਣ ਦਿੰਦਾ, ਪਤਾ ਲੱਗ ਜੇ। ਕਿਉਂਕਿ ਕਈ ਵਾਰੀ ਕੀ ਹੈ, ਕਈ ਗੱਲਾਂ ਇਹੋ ਜਿਹੇ ਤਰੀਕੇ ਨਾਲ ਪਹੁੰਚਦੀਆਂ ਉਹਦੇ ਵਿੱਚ ਲੋਕ ਆਪਦਾ ਫਾਇਦਾ ਨੁਕਸਾਨ ਦੇਖ ਕੇ ਸਾਡੇ ਕੋਲ ਗਲਤ ਚੀਜ਼ ਪਹੁੰਚਾ ਦਿੰਦੇ ਆ। ਤਾਂ ਉੱਥੇ ਸਾਨੂੰ ਸੋਚ ਕੇ ਸਮਝ ਕੇ ਟਾਈਮ ਲੈ ਕੇ ਕਰਨਾ ਪੈਂਦਾ। ਪਰ ਜਦੋਂ ਸਾਨੂੰ ਖੁੱਲਾ ਪਤਾ ਲੱਗ ਜੇ ਵੀ ਹਾਂ ਯਾਰ ਆਹ ਪਿੰਡ ਦੀ ਸਾਰੀ ਮੰਗ ਹੈ, ਪਿੰਡ ਦੀ ਲੋੜ ਹੈ, ਉਹਨੂੰ ਤਾਂ ਮੈਂ ਧਾੜ ਕੰਮ ਖਿੱਚਦਾ। ਬੀਬੀ ਰਜਿੰਦਰ ਕੌਰ ਭੱਠਲ ਦਾ ਕਿਹੜਾ ਧੜਾ ਹੈ? ਕਾਂਗਰਸ ਦੇ ਵਿੱਚ ਧੜੇ ਨੇ, ਹੁਣ ਕੈਪਟਨ ਸਾਹਿਬ ਦਾ ਇੱਕ ਅਲੱਗ ਧੜਾ, ਨਵਜੋਤ ਸਿੰਘ ਸਿੱਧੂ ਹੋਰਾਂ ਦਾ ਇੱਕ ਅਲੱਗ ਧੜਾ ਚੱਲ ਰਿਹਾ ਹੈ। ਬੀਬੀ ਰਜਿੰਦਰ ਕੌਰ ਭੱਠਲ ਆਪਣੇ ਆਪ ਦੇ ਵਿੱਚ ਕੱਦਾਵਾਰ ਨੇਤਾ ਨੇ। ਬੀਬੀ ਰਜਿੰਦਰ ਕੌਰ ਭੱਠਲ ਦਾ ਕਿਹੜਾ ਧੜਾ ਹੈ? ਬੀਬੀ ਭੱਠਲ ਦਾ ਧੜਾ ਜੀ ਕਾਂਗਰਸ ਧੜਾ ਹੈ, ਗਾਂਧੀ ਪਰਿਵਾਰ ਦਾ ਧੜਾ। ਡਿਪਲੋਮੈਟਿਕ ਉੱਤਰ ਹੈ? ਡਿਪਲੋਮੈਟਿਕ ਉੱਤਰ ਨਹੀਂ, ਬਿਲਕੁਲ ਸਹੀ ਉੱਤਰ ਹੈ ਇਹ। ਬੀਬੀ ਭੱਠਲ ਨੂੰ ਜਿਹੜਾ ਬੰਦਾ ਕਾਂਗਰਸ ਦੇ ਫਾਇਦੇ ਦੀ ਗੱਲ ਕਰੂਗਾ, ਪੰਜਾਬ ਦੇ ਫਾਇਦੇ ਦੀ ਗੱਲ ਕਰੂਗਾ, ਬੀਬੀ ਭੱਠਲ ਉਹਦੇ ਨਾਲ ਨੇ। ਤੁਸੀਂ ਦੇਖੋ ਕਈ ਲੀਡਰਾਂ ਨਾਲ ਬੀਬੀ ਭੱਠਲ ਦੇ ਵਿਚਾਰ ਵੀ ਮਿਲੇ ਆ, ਕਈਆਂ ਨਾਲ ਨਹੀਂ ਵੀ ਮਿਲੇ। ਕਈ ਮੁੱਦਿਆਂ ਤੇ ਅਸੀਂ ਉਹਨਾਂ ਦੀ ਸਪੋਰਟ ਵੀ ਕਰੀਏ, ਕਈ ਮੁੱਦਿਆਂ ਤੇ ਨਹੀਂ ਵੀ ਕਰੀ, ਲੜਾਈ ਵੀ ਕਰੀ ਹੈ। ਸੋ ਜਦੋਂ ਵੀ ਕੋਈ ਬੰਦਾ ਸਹੀ ਗੱਲ ਕਰੂਗਾ ਬੀਬੀ ਭੱਠਲ ਉਹਦੇ ਨਾਲ ਨੇ। ਜਦੋਂ ਕੋਈ ਬੰਦਾ ਗਲਤ ਪੰਜਾਬ ਦੇ ਨੁਕਸਾਨ ਦੀ ਜਾਂ ਪਾਰਟੀ ਦੇ ਨੁਕਸਾਨ ਦੀ ਗੱਲ ਕਰੂਗਾ ਉਹਦੇ ਬੀਬੀ ਜੀ ਖਿਲਾਫ। ਤੁਸੀਂ ਪਾਰਟੀ ਦੇ ਨੁਕਸਾਨ ਦੀ ਗੱਲ ਕੀਤੀ। ਕੈਪਟਨ ਅਮਰਿੰਦਰ ਸਿੰਘ ਹੋਰੀ
ਪਿਛਲੇ 2-3 ਦਿਨ ਤੋਂ ਇਹ ਗੱਲ ਸਾਫ਼ ਤੌਰ ਦੇ ਉੱਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਹ ਸਿੱਧੇ ਤੌਰ ਦੇ ਉੱਤੇ ਵਿਰੋਧ ਕਰਨਗੇ। ਇਟ ਮੀਨਸ ਕਿ ਨੁਕਸਾਨ ਤਾਂ ਫਿਰ ਕਾਂਗਰਸ ਦਾ ਹੋਊਗਾ ਜੇ ਕੈਪਟਨ ਅਮਰਿੰਦਰ ਸਿੰਘ ਵਿਰੋਧ ਕਰਦੇ ਆ ਤਾਂ। ਦੇਖੋ ਜੀ, ਇਹ ਜਿਹੜੀ ਇਸ਼ੂ ਹੈ ਇਟਸ ਅ ਵੈਰੀ ਸੀਰੀਅਸ ਇਸ਼ੂ, ਵੱਡਾ ਇਸ਼ੂ ਹੈ। ਇਹਦੇ ਤੇ ਹਾਈ ਕਮਾਂਡ ਫੈਸਲਾ ਕਰ ਸਕਦੀ ਹੈ, ਗੱਲ ਕਰ ਸਕਦੀ ਹੈ। ਮੈਂ ਸਮਝਦਾ ਵੀ ਮੇਰਾ ਐਡਾ ਕੱਦ ਨਹੀਂ, ਲੈਵਲ ਨਹੀਂ ਵੀ ਮੈਂ ਇਸ ਤੇ ਕਿਸੇ ਨੂੰ ਸਲਾਹ ਦੇ ਸਕਾਂ, ਪਰ ਮੈਂ ਇੰਨਾ ਕੁ ਜ਼ਰੂਰ ਕਹਿਣਾ ਚਾਹੂੰਗਾ ਵੀ ਇਹ ਤਾਂ ਉਤਾਰ ਚੜਾਵ ਆਉਂਦੇ ਰਹਿੰਦੇ ਆ ਯਾਰ, ਕੋਈ ਵੱਡੀ ਗੱਲ ਨਹੀਂ ਹੁੰਦੀ। ਠੀਕ ਹੈ ਨਾ, ਪਾਰਟੀ ਦਿੰਦੀ ਵੀ ਬਹੁਤ ਕੁਛ ਹੈ, ਲੈਂਦੀ ਵੀ ਹੈ। ਬੀਬੀ ਭੱਠਲ ਤੋਂ ਕਿਹੜਾ ਨਹੀਂ ਹੋਇਆ। ਹੁਣ ਤੁਸੀਂ ਦੇਖੋ, ਪਾਰਟੀ ਨੇ ਬੀਬੀ ਜੀ ਨੂੰ ਐਡਾ ਵੱਡਾ ਮਾਣ ਦਿੱਤਾ ਹੈ, ਠੀਕ ਹੈ ਨਾ, ਨੋ ਡਾਊਟ। ਪਰ ਉਸ ਦੇ ਨਾਲ ਜਦੋਂ ਬੀਬੀ ਜੀ ਨੂੰ ਲੀਡਰ ਆਫ ਆਪੋਜੀਸ਼ਨ ਤੋਂ ਉਤਾਰਿਆ ਗਿਆ, ਪ੍ਰਧਾਨ ਤੋਂ ਉਤਾਰਿਆ ਗਿਆ, ਬੀਬੀ ਜੀ ਨੇ ਤਾਂ ਕਦੇ ਵੀ ਮੱਥੇ ਤੋੜੀ ਨਹੀਂ ਪਾਈ। ਸੀਐਮ ਦੇ ਜਦੋਂ ਦਾਅਵੇਦਾਰ ਸੀਗੇ ਬੀਬੀ ਜੀ, ਉਹਨਾਂ ਦੀ ਥਾਂ ਤੇ ਕੈਪਟਨ ਸਾਹਿਬ ਬਣੇ। ਹਾਲਾਂਕਿ ਬੀਬੀ ਜੀ ਪਹਿਲਾਂ ਐਗਜ਼ਿਸਟਿੰਗ ਸੀਐਮ ਸੀਗੇ। ਬੀਬੀ ਜੀ ਨੇ ਖਿੜੇ ਮੱਥੇ ਕਿਹਾ ਵੀ ਹਾਂ, ਪਾਰਟੀ ਲਈ ਹੈ, ਮੈਂ ਇਹਦੇ ਹੱਕ 'ਚ। ਖੁਦ ਜਾ ਕੇ ਜਦੋਂ ਪ੍ਰਧਾਨ ਤੋਂ ਬੀਬੀ ਜੀ ਨੇ ਅਸਤੀਫਾ ਦਿੱਤਾ, ਇਹਨਾਂ ਨੇ ਖੁਦ ਕਿਹਾ ਵੀ ਹਾਂਜੀ ਆਹ ਬੰਦੇ ਨੂੰ ਬਣਾਓ, ਇਸ ਦਾ ਫਾਇਦਾ ਹੈ। ਬੀਬੀ ਜੀ ਤਾਂ ਅੱਗੇ ਜਾ ਕੇ ਜਾਂਦੇ ਰਹੇ। ਜਦੋਂ ਈਵਨ ਪਿੱਛੇ ਸੀਐਲਪੀ ਲੀਡਰ ਤੇ ਪ੍ਰਧਾਨ ਦੋਏ ਇਕੱਠੇ ਸੀ, ਕੇਪੀ ਜੀ ਬੀਬੀ ਜੀ ਦੇ ਨਾਲ ਸੀਗੇ, ਉਦੋਂ ਖੁਦ ਜਾ ਕੇ ਬੀਬੀ ਜੀ ਨੇ ਕਿਹਾ ਵੀ ਮੇਰੇ ਕੋਲੇ 2 ਅਹੁਦੇ ਨੇ ਜੀ, ਏਦਾਂ ਨਾ ਕਰੋ, ਤੁਸੀਂ ਕੋਈ ਫੁੱਲ ਟਾਈਮ ਪ੍ਰਧਾਨ ਬਣਾਓ। ਸੋ ਮਤਲਬ ਪਾਰਟੀ ਇਕੱਲੀ ਅਹੁਦਿਆਂ ਨਾਲ ਨਹੀਂ ਹੁੰਦੀ ਵੀ ਅੱਜ ਜੇ ਮੇਰੇ ਹਿਸਾਬ ਨਾਲ ਹੈ ਤਾਂ ਠੀਕ ਹੈ, ਨਹੀਂ ਹੈ ਗਲਤ ਹੈ। ਆਪਾਂ ਨੂੰ ਪਾਰਟੀ ਦੀ ਬੈਟਰਮੈਂਟ ਲਈ ਅਗਰ ਕੋਈ ਪਾਰਟੀ ਫੈਸਲਾ ਲੈਂਦੀ ਹੈ, ਲੈ ਸਕਦੀ ਹੈ। ਬੀਬੀ ਜੀ ਨੇ ਅੱਜ ਤੱਕ ਮਤਲਬ ਸਾਨੂੰ ਵੀ ਇਹੀ ਸਿਖਾਇਆ ਵੀ ਪਾਰਟੀ ਤੁਹਾਡੇ ਲਈ ਕੀ ਕਰ ਸਕਦੀ ਹੈ, ਇਹ ਨਾ ਪੁੱਛੋ ਤੁਸੀਂ ਪਾਰਟੀ ਲਈ ਕੀ ਕਰ ਸਕਦੇ ਹੋ, ਇਹ ਪੁੱਛੋ ਤਾਂ ਤੁਸੀਂ ਸਹੀ ਸਿਪਾਹੀ ਹੋ। ਉਵੇਂ ਦੇਸ਼ ਤੁਹਾਡੇ ਲਈ ਕੀ ਕਰ ਸਕਦਾ, ਇਹ ਨਾ ਪੁੱਛੋ ਤੁਸੀਂ ਦੇਸ਼ ਲਈ ਕੀ ਕਰ ਸਕਦੇ ਹੋ। ਇਹ 2 ਚੀਜ਼ਾਂ ਤੇ ਅਸੀਂ ਚੱਲਦੇ ਆ ਰਹੇ ਹਾਂ। ਤਾਂ ਇਹਦੀ ਕੋਈ ਚੀਜ਼ ਮਿਲੇ ਦਾ ਬਹੁਤ ਜ਼ਿਆਦਾ ਬੀਬੀ ਜੀ ਗੁਮਾਨ ਜਾਂ ਫਕਰ ਨਹੀਂ ਕਰਦੇ, ਤੇ ਕੋਈ ਚੀਜ਼ ਗਏ ਦਾ ਬਹੁਤ ਜ਼ਿਆਦਾ ਦੁੱਖ ਨਹੀਂ ਕਰਦੇ। ਉਹ ਕਹਿੰਦੇ ਵੀ ਇਹ ਤਾਂ ਪਾਰਟੀ ਨੇ ਦੇਖਣਾ ਮੈਥੋਂ ਕੀ ਡਿਊਟੀ ਲੈਣੀ ਹੈ। ਉਹ ਜਦੋਂ ਡਿਊਟੀ ਲਾ ਦੇਣਗੇ ਮੈਂ ਉਹ ਪੂਰੀ ਕਰ ਦੂੰ, ਉਹ ਡਿਊਟੀ ਤੋਂ ਮੁਕਤ ਕਰ ਦੇਣਗੇ ਤਾਂ ਮੈਂ ਸੇਵਾ ਜਿਹੜੀ ਕਰ ਰਹੀ ਹਾਂ ਉਹ ਤਾਂ ਕਰੀ ਜਾਊਂਗੀ। ਸੋ ਇਹ ਤਾਂ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਥੈਂਕ ਯੂ ਰਾਹੁਲਿੰਦਰ ਸਿੱਧੂ ਜੀ ਔਰ ਭੱਠਲ ਜੀ। ਤੁਹਾਡੇ ਲਈ ਸ਼ੁਭ ਕਾਮਨਾਵਾਂ ਵੀ ਵਿਜ਼ਨ ਪੰਜਾਬ ਟੀਮ ਵੱਲੋਂ ਕਿ ਤੁਹਾਡੀਆਂ ਭਵਿੱਖੀ ਯੋਜਨਾਵਾਂ ਸਾਰੀਆਂ ਜਿਹੜੀਆਂ ਨੇ ਉਹ ਨੇਪਰੇ ਚੜ੍ਹਨ। ਇਸੇ ਤਰੀਕੇ ਨਾਲ ਮਿਹਨਤ ਨਾਲ ਕੰਮ ਕਰਦੇ ਰਹੋ ਤੁਸੀਂ, ਤੇ ਪੰਜਾਬ ਦੀ ਬੈਟਰਮੈਂਟ ਲਈ ਜਿੰਨੇ ਚੰਗੇ ਵਿਚਾਰ ਔਰ ਜਿੰਨੇ ਨੌਜਵਾਨ ਅੱਗੇ ਆ ਸਕਦੇ ਆ ਉਹ ਆਉਣੇ ਚਾਹੀਦੇ ਆ। ਉਸੇ ਦੇ ਇੱਕ ਕੜੀ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਦੇ ਸਿਲਸਿਲੇ ਜਿਹੜੇ ਅੱਜ ਵਿਜ਼ਨ ਪੰਜਾਬ ਨੇ ਜੋੜੇ। ਪਿਆਰੇ ਦਰਸ਼ਕੋ, ਰਾਹੁਲਿੰਦਰ ਸਿੰਘ ਸਿੱਧੂ, ਰਾਹੁਲਿੰਦਰ ਸਿੰਘ ਭੱਠਲ ਦੇ ਨਾਲ ਇਸ ਗੱਲਬਾਤ ਦੇ ਵਿਚਾਰ ਤੁਹਾਡੇ ਕੀ ਨੇ, ਜ਼ਰੂਰ ਕਮੈਂਟ ਬਾਕਸ ਦੇ ਵਿੱਚ ਸਾਂਝੇ ਕਰਿਓ ਤਾਂ ਜੋ ਫॉर द ਬੈਟਰਮੈਂਟ ਆਫ ਪੰਜਾਬ ਹੋਰ ਜ਼ਿਆਦਾ ਬਿਹਤਰ ਤਰੀਕੇ ਨਾਲ ਇਸ ਪੰਜਾਬ ਦੇ ਮਸਲਿਆਂ ਨੂੰ ਹੱਲ ਕਰੀਏ। ਇੱਕ ਮੇਰਾ ਸਵਾਲ ਜਾਂਦੇ ਜਾਂਦੇ ਰਹਿ ਗਿਆ, ਤੁਸੀਂ ਪੱਗ ਹਰੀ ਬੰਨ੍ਹ ਲਈ ਹੈ ਜੀ, ਕਿਸਾਨ ਜਥੇਬੰਦੀਆਂ ਦੀਆਂ ਪੱਗਾਂ ਨੇ ਇਹ, ਹਾਂਜੀ, ਤੇ ਤੁਸੀਂ ਉਧਰੋਂ ਕਾਂਗਰਸੀ ਹੋ। ਨਹੀਂ ਤੇ ਕਾਂਗਰਸੀ ਤਾਂ ਕਿਸਾਨ ਨਾਲ ਹੈਗੀ ਹੈ ਜੀ। ਖਾਸ ਤੌਰ ਤੇ ਜਿਹੜਾ ਸਾਡਾ ਪਰਿਵਾਰ ਹੈ ਨਾ ਬਈ, ਇਹ ਵੀ ਸ਼ਾਇਦ ਬਹੁਤ ਲੋਕਾਂ ਨੂੰ ਪਤਾ ਨਹੀਂ ਹੋਣਾ, ਸਾਡੀ ਤਾਂ 3ਜੀ ਪੀੜ੍ਹੀ ਕਿਸਾਨਾਂ ਦੀ ਸੇਵਾ 'ਚ ਆ ਗਈ। ਮੇਰੇ ਨਾਨਾ ਜੀ ਹੋਣਾ ਨੂੰ ਮੇਰੇ ਖਿਆਲ ਨਾਲ ਕੈਰੋ ਸਾਹਿਬ ਉਦੋਂ ਸੀਐਮ ਸੀਗੇ ਜੀ, ਉਹਨਾਂ ਨੇ ਐਸਡੀਐਮ ਨੂੰ ਫੋਨ ਕਰਿਆ ਵੀ ਭਾਈ ਜਾ ਕੇ ਇੱਕ ਗਰੀਬ ਦੇਸ਼ ਭਗਤ ਹੈ, ਮੈਨੂੰ ਪਤਾ ਲੱਗਿਆ ਉਹਦੇ ਘਰੇ ਰੋਟੀ ਨਹੀਂ ਪੱਕਦੀ, ਤੇ ਤੂੰ ਜਾ ਫਟਾਫਟ ਉਹਨਾਂ ਨੂੰ ਜਾ ਕੇ ਮੇਰਾ ਸੁਨੇਹਾ ਦੇ ਵੀ ਜਿੰਨੀ ਉਹਨਾਂ ਦੀ ਜ਼ਮੀਨ ਜ਼ਬਤ ਹੋਈ ਹੈ ਸਾਰੀ ਤਾਂ ਜ਼ਮੀਨ ਦੁੱਗਣੀ ਵਾਪਸ ਕਰ ਦਿਓ, ਨਾਲ ਮੁਆਵਜ਼ਾ ਕਰੋੜਾਂ ਰੁਪਏ ਜੋ ਬਣਦਾ ਸੀਗਾ ਇੰਨੇ ਸਮੇਂ ਦੀ ਜ਼ਬਤ ਹੋਣ ਦਾ ਉਹ ਵਿਆਜ ਸਮੇਤ ਦੇ ਦਿਓ। ਤੇ ਉਹਨਾਂ ਨੇ 2 ਮੁੰਡਿਆਂ ਨੂੰ, ਇੱਕ ਪੜ੍ਹਿਆ ਲਿਖਿਆ ਮਨਜੀਤ ਸਿੰਘ ਭੱਠਲ, ਉਹਨੂੰ ਮੈਂ ਵੀਡੀਓ ਲਾਤਾ ਜਾ ਕੇ, ਸ਼ਾਇਦ ਹੁਕਮਗੜ੍ਹ ਕੇ ਕਿਹੜਾ ਥਾਂ ਸੀ, ਵੀ ਉੱਥੋਂ ਜਾ ਕੇ ਜੀਪ ਦੀ ਚਾਬੀ ਫੜ ਲੇ। ਦੂਜਾ ਮੁੰਡਾ ਥੋੜਾ ਘੱਟ ਪੜ੍ਹਿਆ ਲਿਖਿਆ ਭਾਗ ਸਿਓ, ਉਹਨੂੰ ਮੈਂ ਬੱਸਾਂ ਦਾ ਚੈੱਕਰ ਲਾਤਾ, ਉਹ ਉੱਥੇ ਜਾ ਕੇ ਚਾਰਜ ਲੈ ਲੈਣ ਜੀ। ਅੱਛਾ, ਜਦੋਂ ਇਹ ਗੱਲ ਪਿੰਡ 'ਚ ਫੈਲ ਗਈ ਉਦੋਂ ਨਾ ਕੋਈ ਕਿਸਾਨਾਂ ਦਾ ਮੋਰਚਾ ਲੱਗਿਆ ਸੀ, ਸ਼ਾਇਦ ਮੈਨੂੰ ਲੱਗਦਾ ਐਂਟੀ ਬੈਟਰਮੈਂਟ ਲੈਵੀ ਜਾਂ ਕੁਛ ਇਸ ਤਰ੍ਹਾਂ ਦਾ ਮੋਰਚਾ ਸੀਗਾ ਉਦੋਂ ਕਾਮਰੇਡਾਂ ਨੇ ਲਾਇਆ, ਤੇ ਉਹਦੇ ਵਿੱਚ ਕੈਰੋਂ ਸਾਹਿਬ ਦੇ ਖਿਲਾਫ ਮੋਰਚਾ ਸੀ। ਤੇ ਉਹ ਪਿੰਡ ਵਾਲੇ ਕਹਿਣ ਲੱਗੇ ਵੀ ਅੱਗੇ ਤਾਂ ਭੱਠਲ ਪਰਿਵਾਰ ਸਾਡੀ ਮੂਹਰੇ ਜਾਂਦਾ ਹੁੰਦਾ ਸੀਗਾ, ਐਤਕੀ ਤਾਂ ਲੱਗਦਾ ਹੀਰਾ ਸਿਉਂ ਦੇ ਪੈਰਾਂ 'ਚ ਸੋਨੇ ਦੀ ਬੇੜੀਆਂ ਪਾਤੀਆਂ ਕੈਰੋਂ ਨੇ, ਐਤਕੀ ਤਾਂ ਜਾਣਾ ਨਹੀਂ, ਕਿਉਂਕਿ 2 ਮੁੰਡੇ ਸਰਕਾਰੀ ਨੌਕਰੀ ਤੇ ਲਾਤੇ। ਤੇ ਬਾਬਾ ਹੀਰਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਇਹ ਪੈਰ ਬੇੜੀਆਂ ਨੂੰ ਤੋੜਨ ਲਈ ਬਣੇ ਨੇ, ਇਹ ਲੋਹੇ ਦੀਆਂ ਸੰਗਲਾਂ ਨਾਲ ਨਹੀਂ ਰੁਕ ਸਕੇ ਤੇ ਸੋਨੇ ਦੀ ਬੇੜੀਆਂ ਤਾਂ ਕੀ ਤੋੜਨਗੀਆਂ, ਐਤਕੀ ਵੀ ਸਾਡਾ ਪਰਿਵਾਰ ਜਾਊਗਾ। ਤੇ ਉਹ ਘਰੇ ਆ ਕੇ ਕਹਿਣ ਲੱਗੇ ਮੇਰੇ ਕੱਪੜੇ ਪਾਓ, ਮੈਂ ਜਾਣਾ। ਤੇ ਉਹ ਸਾਰੇ ਕਹਿੰਦੇ ਜੀ ਤੁਸੀਂ ਤਾਂ ਬਜ਼ੁਰਗ ਹੋ, ਹੁਣ ਉਮਰ ਹੋ ਗਈ ਹੈ, ਹੁਣ ਨਹੀਂ। ਕਹਿੰਦੇ ਮੈਂ ਨਹੀਂ ਤਾਂ ਮੇਰੇ ਬੇਟੇ ਜਾਣਗੇ। ਸਾਰੇ ਆਲੇ ਦੁਆਲੇ ਦੇ ਵੀ ਯਾਰ ਇੰਨਾ ਕੁਛ ਦੇ ਰਿਹਾ ਆਪਾਂ ਨੂੰ ਮੁੱਖ ਮੰਤਰੀ, ਉਹਦੇ ਖਿਲਾਫ ਧਰਨਾ ਲਾਉਂਦੇ ਚੰਗੇ ਲੱਗਦੇ, ਉਹ ਵੀ ਉਹੀ ਮੁੰਡੇ ਜਿਨ੍ਹਾਂ ਨੂੰ ਨੌਕਰੀ ਦੇ ਰਿਹਾ। ਤੇ ਉਹ ਮੁੰਡਿਆਂ ਨੇ ਵੀ ਕਿਹਾ ਵੀ ਨਾ, ਸਾਡੇ ਪਰਿਵਾਰ ਦਾ ਫੈਸਲਾ ਅਸੀਂ ਜਾਵਾਂਗੇ। ਅੱਜ ਵੀ ਵੀਰ ਜੀ ਸੰਗਰੂਰ ਜੇਲ੍ਹ ਦੇ ਵਿੱਚ ਰਿਕਾਰਡ ਹੈ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ, 2.5 ਮਹੀਨੇ ਉਸ ਮੋਰਚੇ ਦੇ ਵਿੱਚ 2 ਮੇਰੇ ਮਾਮੇ ਨੌਕਰੀਆਂ ਨੂੰ ਲੱਤ ਮਾਰ ਕੇ, ਜ਼ਮੀਨਾਂ ਨੂੰ ਲੱਤ ਮਾਰ ਕੇ ਭੁੱਖੇ ਮਰਦੇ ਹੋਏ। ਇੱਕ ਅਮੀਰ ਬੰਦਾ ਲੱਤ ਮਾਰ ਸਕਦਾ, ਇੱਕ ਭੁੱਖਾ ਮਰਦੇ ਬੰਦੇ ਲਈ ਪੈਸਾ ਚੀਜ਼ਾਂ ਨੂੰ ਲੱਤ ਮਾਰਨਾ ਬਹੁਤ ਔਖਾ ਹੈ। ਸਾਡੇ ਪਰਿਵਾਰ ਨੇ ਲੱਤ ਮਾਰ ਕੇ ਉਸ ਮੋਰਚੇ ਦੀ ਉਹ ਕਰੀ, ਤੇ ਮੇਰੇ 2 ਮਾਮੇ ਉਸ ਦੇ ਵਿੱਚ ਗਏ। ਬਲਕਿ ਉੱਥੇ ਜਦੋਂ ਅੰਦਰ ਚਲੇ ਗਏ ਜੀ, ਉੱਥੇ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ
ਇਹ ਤਾਂ ਜਸੂਸ ਭੇਜੇ ਨੇ ਕੈਰੋ ਨੇ, ਇਹ ਤਾਂ ਕੈਰੋ ਦੇ ਪਿੱਠੂ ਨੇ। ਸੋ ਕਰਦੇ ਆ ਤਾਂ ਮਰਦੇ ਆ, ਨਹੀਂ ਕਰਦੇ ਤਾਂ ਮਰਦੇ। ਉਸ ਤੋਂ ਬਾਅਦ ਬੀਬੀ ਜੀ ਸੀਐਮ ਬਣੇ, ਉਹਨਾਂ ਨੇ ਦੇਖੋ ਕਿਸਾਨਾਂ ਲਈ ਆ ਕੇ ਐਡੇ ਵੱਡੇ ਫੈਸਲੇ ਲਿੱਤੇ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਕਿਸਾਨ ਦੀ ਧੀ ਸੀਐਮ ਬਣੀ ਹੈ। ਕਿਸਾਨ ਯੂਨੀਅਨਸ ਦੇ ਨੁਮਾਇੰਦਿਆਂ ਨੂੰ ਪਟਿਆਲੇ ਸਰਕਟ ਹਾਊਸ ਬੁਲਾ ਕੇ ਉਹਨਾਂ ਨੇ ਮੀਟਿੰਗ ਕਰੀ। ਪਹਿਲੀ ਵਾਰੀ ਫ੍ਰੀ ਬਿਜਲੀ ਦੇਣ ਦਾ ਜਿਹੜਾ ਫੈਸਲਾ ਸੀ ਉਹ ਬੀਬੀ ਜੀ ਨੇ ਕਰਿਆ ਸੀ, ਤੇ 7 ਏਕੜ ਤੋਂ ਘੱਟ ਇਸ ਲਈ ਕਰਿਆ ਸੀ ਵੀ ਐਟਲੀਸਟ ਅਸੀਂ ਦੇ ਸਕੀਏ। ਜੇ ਸਾਡੇ ਤੇ ਇਹਨਾਂ ਬੋਝ ਪੈ ਗਿਆ, ਅਮੀਰਾਂ ਦੇ ਪੈਸੇ ਭਰਦੇ ਭਰਦੇ ਅਸੀਂ ਗਰੀਬਾਂ ਨੂੰ ਨਾ, ਉਹੀ ਗੱਲ ਹੋਈ ਕਾਲੀਆਂ ਨੇ ਅਮੀਰਾਂ ਨੂੰ ਦੇਤਾ। ਜਿਹੜੇ ਪਹਿਲਾਂ ਬਿਜਲੀ ਤੇ ਖੇਤੀ ਕਰਦੇ ਸੀ ਉਹਨਾਂ ਨੂੰ ਮੋਟਰਾਂ ਤੇ ਡੀਜ਼ਲਾਂ ਨਾਲ ਖੇਤੀ ਕਰਨ ਲਾਤਾ, ਉਦੋਂ ਮਹਿੰਗੀ ਹੋ ਗਈ। ਸੋ ਉਹ ਕਰਿਆ ਜੀ। ਕ੍ਰੌਪ ਇੰਸ਼ੋਰੈਂਸ ਉਸ ਵੇਲੇ ਬੀਬੀ ਜੀ ਲੈ ਕੇ ਆਏ ਸੀ। ਜੇ ਉਦੋਂ ਦਾ ਕਿਸਾਨ ਤੇ ਜਦੋਂ ਵੀ ਕੋਈ ਕੁਦਰਤੀ ਕਰੋਪੀ ਪਈ ਹੈ, ਨਾਲ ਦੀ ਨਾਲ ਉਹਨੂੰ ਇੰਸ਼ੋਰੈਂਸ ਕਿੰਨੀ ਪੈਸਾ ਮਿਲ ਗਿਆ ਹੁੰਦਾ, ਜੀ ਕਿਸਾਨ ਸਾਡੇ ਵਿਚਾਰੇ ਆਤਮ ਹੱਤਿਆਵਾਂ ਨਾ ਕਰਦੇ ਫਿਰਦੇ ਹੋ। ਫਿਰ ਜਦੋਂ ਪ੍ਰਧਾਨ ਬਣੇ ਜੀ ਬੀਬੀ ਜੀ, ਉਦੋਂ ਪਤਾ ਲੱਗਿਆ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀ, ਉਦੋਂ ਕਿਸਾਨਾਂ ਦਾ ਕਰਜ਼ਾ ਮਾਫ ਹੋ ਰਿਹਾ ਸੀ, ਪੰਜਾਬ ਨੂੰ ਉਹਦੇ ਵਿੱਚ ਨਹੀਂ ਪਾਇਆ ਜਾ ਰਿਹਾ ਸੀ। ਬੀਬੀ ਜੀ ਉਹਦੀ ਡੈਲੀਗੇਸ਼ਨ ਲੈ ਕੇ ਸੋਨੀਆ ਜੀ ਕੋਲੇ ਗਏ। ਸੋਨੀਆ ਜੀ ਇੰਨੇ ਨਾਈਸ ਨੇ, ਜਿਹੜੇ ਸਾਡੇ ਨਾਲ ਖੁਦ ਚੱਲ ਕੇ ਪੀਐਮਓ ਗਏ ਤੇ ਉੱਥੇ ਜਾ ਕੇ ਮਨਮੋਹਨ ਸਿੰਘ ਜੀ ਨੂੰ ਰੈਪਰੈਜ਼ੈਂਟੇਸ਼ਨ ਦੇ ਕੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫੀ ਉਹਦੇ ਵਿੱਚ ਕਰਵਾਈ। ਅੱਛਾ, ਬਾਦਲਾਂ ਦੀ ਸਰਕਾਰ ਸੀ, ਇਹ ਕਹਿੰਦੇ ਜੀ ਜਾਂ ਤਾਂ ਪੈਸਾ ਸਾਨੂੰ ਦੇ ਦਿਓ, ਡਾਇਰੈਕਟ ਲੈ ਲਾਂਗੇ, ਜਿਹੜਾ ਉਧਰੋਂ ਆਉਣਾ ਪੀਐਮਓ ਤੋਂ ਆਉਣਾ, ਡਾਇਰੈਕਟ ਨਹੀਂ ਲੈਣਾ ਅਸੀਂ, ਉਦੋਂ ਤੱਕ ਕਰਜ਼ਾ ਮਾਫ ਨਾ ਹੀ ਹੋਵੇ, ਸਾਨੂੰ ਨਹੀਂ ਚਾਹੀਦਾ। ਇਹ ਮਾਂ ਦੇ ਪੁੱਤ ਪੈਸਾ ਹੀ ਨਹੀਂ ਲੈਣਗੇ। ਮਨਮੋਹਨ ਸਿੰਘ ਜੀ ਨੇ ਕਰਜ਼ਾ ਮਾਫ ਕਰਿਆ ਕਿਸਾਨਾਂ ਦਾ, ਇਹ ਪੈਸੇ ਨਹੀਂ ਲੈਣਗੇ, ਪਰ ਬੀਬੀ ਨੇ ਕਰਾਇਆ। ਆ ਹੁਣ ਅਸੀਂ ਤੀਜੀ ਪੀੜ੍ਹੀ ਅਸੀਂ ਵੀ ਜਦੋਂ ਸਭ ਤੋਂ ਪਹਿਲਾਂ ਟਰੈਕਟਰ ਰੈਲੀ ਹੋਈ ਤਾਂ ਮੈਂ ਉਰੋਂ ਸਾਰੇ ਸਾਥੀਆਂ ਨਾਲ ਟਰੈਕਟਰ ਰੈਲੀ ਕਰੀ, ਸਿਰਫ ਇਹ ਸਿਗਨਲ ਦੇਣ ਲਈ ਵੀ ਕਿਸੇ ਨੂੰ ਇਹ ਨਾ ਲੱਗੇ ਵੀ ਕਿਸਾਨਾਂ ਦੀ ਲੜਾਈ ਹੈ, ਵੀ ਇਹ ਆਪਣੀ ਲੜਾਈ ਹੈ ਯਾਰ, ਆਪਾਂ ਮੂਹਰੇ ਹੋ ਕੇ ਲੜਨੀ ਹੈ। ਆ ਹੁਣ ਵੀ ਜਿਹੜਾ ਭਾਰਤ ਬੰਦ ਹੋਇਆ, ਆ ਸਾਰੇ ਸਾਡੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਨੇ ਵੀ ਭਾਈ ਸਾਰੇ ਤੁਸੀਂ ਕਿਸਾਨਾਂ ਦੇ ਝੰਡੇ ਲੈ ਕੇ ਜਾਣਾ। ਅੱਜ ਵੀ ਸਾਡੀ ਮੀਟਿੰਗ ਰੱਖੀ ਹੋਈ ਹੈ, ਸਾਰੇ ਅਸੀਂ ਅਹੁਦੇਦਾਰ ਬੁਲਾਏ ਆ, ਉਹਨਾਂ ਨੂੰ ਭੇਜ ਰਹੇ ਹਾਂ। ਤੇ ਉਸ ਤੋਂ ਬਾਅਦ ਸਾਰਿਆਂ ਨੂੰ ਭੇਜ ਕੇ ਆਪ ਅਸੀਂ ਨਹੀਂ ਜਾਂਦੇ, ਕਿਉਂਕਿ ਉਦੋਂ ਕਿਸਾਨਾਂ ਦਾ ਫੈਸਲਾ ਸੀ ਹੋਣਾ ਨਹੀਂ ਕਿ ਨਾ ਸਿੱਧੀ ਇਨਵੋਲਵਮੈਂਟ ਨਾ, ਸਿੱਧੀ ਇਨਵੋਲਵਮੈਂਟ ਨਾ ਹੋ, ਪਰ ਅਸੀਂ ਸਾਰਾ ਟੱਬਰ, ਈਵਨ ਮੇਰੇ ਬੱਚੇ ਛੋਟੇ ਛੋਟਿਆਂ ਨੂੰ ਲੈ ਕੇ ਗੁਰਦੁਆਰੇ ਜਾ ਕੇ ਤੁਰ ਕੇ ਗਏ, ਅਰਦਾਸ ਕਰਾਈ। 26 ਤਰੀਕ ਨੂੰ ਅਸੀਂ ਗੋਲਡਨ ਟੈਂਪਲ ਜਾ ਕੇ ਸਾਰਾ ਦਿਨ ਉੱਥੇ ਬੈਠੇ ਰਹੇ ਆ ਵੀ ਹੇ ਕਾਲ ਪੁਰਖ ਹਾਜੇ ਹੋ ਜਾਣ। ਸੋ ਸੰਘਰਸ਼ ਵੀ ਤੇ ਦਬਾਅ ਵੀ, ਦੋਨੇ ਚੀਜ਼ਾਂ ਜੋ ਕਰ ਸਕਦੇ ਆ ਅਸੀਂ ਸਾਰੇ ਲੱਗੇ ਹੋਏ ਆ। ਸੋ ਉਸ ਤੱਕ ਕਿਸਾਨਾਂ ਨਾਲ ਜੁੜੇ ਹੋਏ ਆ, ਕਿਉਂਕਿ ਕਿਸਾਨੀ ਦੇ ਵਿੱਚ ਆ, ਹੁਣ ਵੀ ਖੇਤਾਂ ਦੇ ਵਿੱਚ ਹੀ ਬੈਠੇ। ਬਿਲਕੁਲ ਬਿਲਕੁਲ। ਮੈਂ ਤਾਂ ਖੁਦ 10ਵੀਂ ਦੇ ਵਿੱਚ ਬਹੁਤ ਖੇਤੀ ਆਪਦੇ ਹੱਥੋਂ ਕਰਦਾ ਰਿਹਾ ਜੀ, ਤੇ ਖੁਦ ਮੈਂ ਜੀਰੀ ਲਾਈ ਹੈ, ਖੁਦ ਸਾਰਾ ਕਰਿਆ। 8 ਏਕੜ ਜਗ੍ਹਾ ਤੇ ਮੈਂ ਖੁਦ ਖੇਤੀ ਕਰਦਾ ਰਿਹਾ। ਬਹੁਤ ਸ਼ੁਕਰੀਆ ਰਾਹੁਲਿੰਦਰ ਸਿੱਧੂ ਗੱਲਬਾਤ ਕਰਨ ਦੇ ਲਈ। ਪਿਆਰੇ ਦਰਸ਼ਕੋ, ਥੈਂਕ ਯੂ। ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਔਰ ਬੜੇ ਅਣਛੋਏ ਪਹਿਲੂ ਹੁੰਦੇ ਨੇ, ਬੜੇ ਲੁਕੀਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਿਆਸਤਦਾਨ ਜਾਂ ਸਿਆਸਤਦਾਨ ਦੇ ਪਰਿਵਾਰ ਦੀਆਂ ਉਹ ਸਿੱਧੇ ਰੂਪ ਦੇ ਵਿੱਚ ਸਾਡੇ ਸਾਹਮਣੇ ਨਹੀਂ ਆਉਂਦੀਆਂ। ਇਸ ਹਲਕੀ ਫੁਲਕੀ ਗੱਲਬਾਤ ਦਾ ਮਤਲਬ ਤੇ ਮਕਸਦ ਇਹੋ ਸੀ ਕਿ ਬੀਬਾ ਰਜਿੰਦਰ ਕੌਰ ਭੱਠਲ ਹੋਰਾਂ ਦੀ ਸ਼ਖਸੀਅਤ ਅਸਲ ਦੇ ਵਿੱਚ ਕਿਸ ਤਰੀਕੇ ਦੀ ਹੈ, ਉਹਨਾਂ ਦੀ ਸ਼ਖਸੀਅਤ ਦੇ ਉਹ ਕਿਹੜੇ ਪਹਿਲੂ ਨੇ ਜਿਹੜੇ ਲੁਕੇ ਹੋਏ ਪਹਿਲੂ ਹੁਣ ਤੱਕ ਸਾਹਮਣੇ ਨਹੀਂ ਆਏ। ਕਿਉਂਕਿ ਇਹ ਕਹਿ ਦੇਣਾ ਬੜਾ ਸੌਖਾ ਹੁੰਦਾ ਕਿ ਚਾਂਦੀ ਦਾ ਚਮਚਾ ਮੂੰਹ 'ਚ ਲੈ ਕੇ ਸ਼ਾਇਦ ਜੰਮੇ ਹੋਣਗੇ, ਇਸੇ ਕਰਕੇ ਮੁੱਖ ਮੰਤਰੀ ਜਾਂ ਮੰਤਰੀ ਰਹਿ ਚੁੱਕੇ, ਇਸੇ ਕਰਕੇ ਹੋ ਸਕਦਾ ਕਿ ਰਾਹੁਲਿੰਦਰ ਸਿੱਧੂ ਹੋਰੀ ਤੁਹਾਨੂੰ ਇੱਕ ਸਫਲ ਬਿਜ਼ਨਸਮੈਨ ਦੇ ਰੂਪ ਦੇ ਵਿੱਚ ਨਜ਼ਰ ਆਉਣ। ਪਰ ਜਿਸ ਬੱਚੇ ਨੇ 10 ਸਾਲ ਦੀ ਉਮਰ ਦੇ ਵਿੱਚ ਆਪਣੇ ਘਰ ਦੇ ਉੱਤੇ ਹਮਲੇ ਹੁੰਦੇ ਹੋਏ ਦੇਖੇ ਹੋਣ, ਜਿਸ ਛੋਟੇ ਬੱਚੇ ਨੇ 10 ਸਾਲ ਦੀ ਉਮਰ ਦੇ ਵਿੱਚ ਉਹ ਕਾਲਾ ਦੌਰ ਦੇਖਿਆ ਹੋਵੇ, ਜਿਸ ਦੌਰ ਦੇ ਵਿੱਚ ਉਹ ਪੰਜਾਬ ਬੜਾ ਔਖਾ ਨਿਕਲ ਕੇ ਆਇਆ, ਤਾਂ ਇਹ ਸਿੱਧੇ ਤੌਰ ਦੇ ਉੱਤੇ ਨਹੀਂ ਕਿਹਾ ਜਾ ਸਕਦਾ ਕਿ ਉਹ ਚਾਂਦੀ ਦਾ ਚਮਚਾ ਮੂੰਹ ਦੇ ਵਿੱਚ ਪਾ ਕੇ ਜੰਮਿਆ ਹੋਏਗਾ ਤੇ ਉਸ ਨੂੰ ਸਾਰਾ ਕੁਝ ਬਣਿਆ ਬਣਾਇਆ ਮਿਲ ਗਿਆ ਹੋਏਗਾ। ਇਸ ਗੱਲਬਾਤ ਦੇ ਸਿਲਸਿਲੇ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਤੁਹਾਡੀ ਕਰਾਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ। ਬਣੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।